ਸਤਿ ਸ਼੍ਰੀ ਅਕਾਲ ਜੀ। ਹਮਦਰਦ ਟੀਵੀ ਦੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਨਿਊਜ਼ ਐਂਡ ਵਿਊਜ਼ ਵਿੱਚ। ਮੈਂ ਹਾਂ ਤੁਹਾਡੀ ਆਪਣੀ ਹੋਸਟ ਤਰਨਜੀਤ ਕੌਰ ਘੁੰਮਣ। ਉਮੀਦ ਕਰਦੇ ਹਾਂ ਕਿ ਸਾਰੇ ਠੀਕ-ਠਾਕ ਹੋਵੋਗੇ, ਆਪਣੇ ਘਰਾਂ ਵਿੱਚ ਹੋਵੋਗੇ, ਸੇਫ ਹੋਵੋਗੇ, ਸੁਰੱਖਿਅਤ ਹੋਵੋਗੇ। ਸੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਟੋਰਾਂਟੋ ਸਮੇਂ ਦੇ ਮੁਤਾਬਿਕ 6 ਵੱਜ ਚੁੱਕੇ ਨੇ ਤੇ ਹਾਜ਼ਰਾਂ ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ ਜਿਹਦੇ ਵਿੱਚ ਤੁਸੀਂ ਵੀ ਕਾਲਸ ਕਰਦੇ ਹੋ, ਜੋ ਅਸੀਂ ਗੱਲਾਂ ਬਾਤਾਂ ਕਰਦੇ ਹਾਂ ਉਹਦੇ ਵਿੱਚ ਆਪਣੇ ਵੀ ਵਿਚਾਰ ਰੱਖਦੇ ਹੋ, ਜੋ ਖਬਰਾਂ ਹੁੰਦੀਆਂ ਨੇ ਉਹਦੇ ਉੱਤੇ ਤੁਸੀਂ ਵੀ ਆਪਣੀ ਅਪਡੇਸ਼ਨ ਦਿੰਦੇ ਹੋ। ਸੋ ਪ੍ਰੋਗਰਾਮ ਵਿੱਚ ਲਾਈਵ ਜੁੜਿਆ ਕਰੋ। 6 ਤੋਂ ਲੈ ਕੇ 7 ਵਜੇ ਤੱਕ ਅਸੀਂ ਹਰ ਰੋਜ਼ ਹਾਜ਼ਰ ਹੁੰਦੇ ਹਾਂ ਇਹ ਪ੍ਰੋਗਰਾਮ ਲੈ ਕੇ, ਨਿਊਜ਼ ਐਂਡ ਵਿਊਜ਼। ਤੇ ਇਸ ਵਕਤ ਮੇਰੇ ਨਾਲ ਮੇਰੇ ਸਹਿਯੋਗੀ ਜੁੜ ਚੁੱਕੇ ਨੇ ਮਰਗਿੰਨਾ ਜੀ। ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਸਰ ਬਹੁਤ ਬਹੁਤ ਸਵਾਗਤ ਹੈ। ਮੇਰੇ ਵੱਲੋਂ ਤੁਹਾਨੂੰ ਸਾਰੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। ਸਰੋਤੇ ਮੈਂ ਤਾਂ ਕਿਹਾ ਕਿ ਕਈ ਆਪਾਂ ਨੂੰ ਇਸ ਵੇਲੇ ਡਰਾਈਵ ਕਰਦੇ ਫੇਸਬੁੱਕ ਤੇ ਸੁਣ ਰਹੇ ਨੇ। ਜੀ ਬਿਲਕੁਲ। ਤੇ ਸਾਰੇ ਦਰਸ਼ਕਾਂ ਨੂੰ ਦੱਸ ਦਈਏ ਕਿ ਇਸ ਵਕਤ ਟੋਰਾਂਟੋ ਸਮੇਂ ਦੇ ਮੁਤਾਬਿਕ ਅਸੀਂ ਹਰ ਰੋਜ਼ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਹਾਜ਼ਰ ਹੁੰਦੇ ਹਾਂ ਪ੍ਰੋਗਰਾਮ ਲਾਈਵ ਲੈ ਕੇ। ਸੋ ਅੱਜ ਜਿਹੜੀਆਂ ਗੱਲਾਂ ਬਾਤਾਂ ਤੇ ਅਸੀਂ ਡਿਸਕਸ਼ਨ ਕਰਾਂਗੇ, ਜਿਹੜੀਆਂ ਖਬਰਾਂ ਤੇ ਡਿਸਕਸ਼ਨ ਕਰਾਂਗੇ, ਬਹੁਤ ਅਹਿਮ ਖਬਰਾਂ ਨੇ। ਸੋ ਕੋਸ਼ਿਸ਼ ਕਰੋ ਕਿ 6 ਵਜੇ ਤੋਂ ਤੁਸੀਂ ਸਾਡੇ ਪ੍ਰੋਗਰਾਮ ਨਾਲ ਜੁੜ ਜਾ ਕਰੋ, ਕਿਉਂਕਿ ਕਈ ਮੇਨ ਜਿਹੜੀਆਂ ਖਬਰਾਂ ਦੇ ਉੱਤੇ ਅਸੀਂ ਤੁਹਾਨੂੰ ਜਾਣਕਾਰੀ ਦਿੰਦੇ ਹਾਂ ਉਹ 6 ਵਜੇ ਤੋਂ ਸਟਾਰਟ ਹੋ ਜਾਂਦੀਆਂ ਨੇ। ਸੋ ਜਿਹੜੇ ਦਰਸ਼ਕ ਇਸ ਵਕਤ PR ਹੋਲਡਰਸ ਨੇ, ਇੰਡੀਆ ਵਿੱਚ ਸਟਕ ਨੇ, ਫਸੇ ਹੋਏ ਨੇ, ਤੇ ਇਸ ਵਕਤ ਜਿਵੇਂ ਅਸੀਂ ਦੇਖ ਰਹੇ ਸੀ ਕਿ ਕੈਨੇਡੀਅਨ ਜਿਹੜੇ ਸਿਟੀਜ਼ਨ ਨੇ ਉਹਨਾਂ ਨੂੰ ਪ੍ਰਾਇੋਰਟੀ ਦਿੱਤੀ ਜਾ ਰਹੀ ਸੀ। ਸੋ ਬਹੁਤ ਜਲਦ ਹੁਣ PRs ਵੀ ਜਿਹੜੇ ਆ ਵਾਪਸ ਕੈਨੇਡਾ ਨੂੰ ਪਰਤ ਸਕਣਗੇ। ਇਹਦੇ ਬਾਰੇ ਵਿੱਚ ਪ੍ਰੋਗਰਾਮ ਵਿੱਚ ਅਸੀਂ ਜਾਣਕਾਰੀ ਦੇਵਾਂਗੇ। ਸਾਡੇ ਪ੍ਰੋਗਰਾਮ ਨਾਲ ਜੁੜੇ ਰਹੋ, ਕਾਲਸ ਕਰਕੇ ਆਪਣੇ ਵਿਚਾਰ ਵੀ ਜ਼ਰੂਰ ਰੱਖਿਓ। ਇਸ ਤੋਂ ਇਲਾਵਾ ਜਿਹੜੇ ਮੁੱਦਿਆਂ ਤੇ ਗੱਲਬਾਤ ਕਰਾਂਗੇ ਉਹਦੇ ਵਿੱਚੋਂ ਚੰਦ ਮੁੱਦੇ ਇਹ ਨੇ ਕਿ ਪ੍ਰਧਾਨ ਮੰਤਰੀ ਟਰੂਡੋ ਨੇ ਸੰਕੇਤ ਦਿੱਤਾ ਹੈ ਕਿ ਇਮੀਗ੍ਰੇਸ਼ਨ ਉੱਤੇ ਅਸਰ ਪੈ ਸਕਦਾ ਹੈ। ਉਸ ਤੋਂ ਇਲਾਵਾ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ $260 ਬਿਲੀਅਨ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ ਹੈ। ਵੰਦੇ ਮਾਤਰਮ ਆਪਰੇਸ਼ਨ ਦਾ ਦੂਸਰਾ ਪੜਾਅ ਸ਼ੁਰੂ ਹੋਣ ਜਾ ਰਿਹਾ, ਜਿਹਦੇ ਵਿੱਚ ਹੁਣ ਭਾਰਤੀਆਂ ਨੂੰ ਜਿਹੜੇ ਕਿ ਵਿਦੇਸ਼ਾਂ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਵਾਪਸ ਲਿਆਉਣ ਲਈ ਕਵਾਇਦ ਮੁੜ ਤੋਂ ਸ਼ੁਰੂ ਕੀਤੀ ਜਾਏਗੀ। ਕੈਨੇਡਾ ਵਿੱਚ ਹੇਅਰ ਸੈਲੂਨ ਤੇ ਬਾਰਬਰ ਸ਼ਾਪਸ ਖੁੱਲਣ ਦੀ ਤਿਆਰੀ ਵਿੱਚ ਨੇ। ਕੱਲ੍ਹ ਹੀ ਸਾਨੂੰ ਇੱਕ ਦਰਸ਼ਕ ਨੇ ਪੁੱਛਿਆ ਸੀ ਕਦੋਂ ਖੁੱਲਣਗੇ। ਬਹੁਤ ਜਲਦ ਖੁੱਲਣ ਜਾ ਰਹੇ ਨੇ। ਅਸੀਂ ਪ੍ਰੋਗਰਾਮ ਵਿੱਚ ਇਹਦੇ ਬਾਰੇ ਜਾਣਕਾਰੀ ਦੇਵਾਂਗੇ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵਾਰ ਫਿਰ ਪ੍ਰੈਸ ਕਾਨਫਰੰਸ ਵਿੱਚ ਮਹਿਲਾ ਰਿਪੋਰਟਰ ਨਾਲ ਬਦਤਮੀਜ਼ੀ ਕੀਤੀ ਹੈ ਤੇ ਪ੍ਰੈਸ ਕਾਨਫਰੰਸ ਅੱਧ ਵਿਚਾਲਾ ਛੱਡ ਕੇ ਚਲੇ ਗਏ। ਕੈਲਗਰੀ ਦੇ ਵਿੱਚ ਸ਼ਾਪਿੰਗ ਮਾਲ ਵੀ ਖੁੱਲਣ ਦੀ ਤਿਆਰੀ ਵਿੱਚ ਨੇ ਤੇ ਕੈਨੇਡਾ ਦੀ ਫੈਡਰਲ ਸਰਕਾਰ ਨੇ ਬਜ਼ੁਰਗਾਂ ਲਈ ਰਾਹਤ ਪੈਕੇਜ ਦਾ ਐਲਾਨ ਕੀਤਾ ਹੈ। ਤੇ ਇਹਨਾਂ ਗੱਲਾਂ ਉੱਤੇ ਅਸੀਂ ਡਿਸਕਸ਼ਨ ਕਰਾਂਗੇ। ਸਰ ਸ਼ੁਰੂਆਤ ਕਰਦੇ ਹਾਂ ਖਬਰ ਦੀ ਬਜ਼ੁਰਗਾਂ ਤੋਂ ਹੀ ਕਰਦੇ ਹਾਂ, ਜਿਨ੍ਹਾਂ ਨੇ ਪੂਰੀ ਉਮਰ ਆਪਣੀ ਕੈਨੇਡਾ ਨੂੰ ਉੱਚਾ ਚੁੱਕਣ ਵਿੱਚ, ਇਕੋਨਮੀ ਵਿੱਚ ਜਿਹੜਾ ਯੋਗਦਾਨ ਪਾਉਣ 'ਚ ਸ਼ੁਰੂਆਤ ਲਗਾਈ ਹੈ। ਸੋ ਬਜ਼ੁਰਗਾਂ ਲਈ ਕੈਨੇਡੀਅਨ ਪ੍ਰਧਾਨ ਮੰਤਰੀ ਟਰੂਡੋ ਵੱਲੋਂ ਅੱਜ ਕੁਝ ਐਲਾਨ ਕੀਤੇ ਗਏ ਨੇ, ਉਹਦੇ ਬਾਰੇ ਕੀ ਜਾਣਕਾਰੀ ਹੈ? ਤਰਨ ਆਪਾਂ ਨੂੰ ਮੇਰੇ ਖਿਆਲ ਤੇ ਤੁਹਾਨੂੰ ਸ਼ਾਇਦ ਯਾਦ ਹੋਵੇਗਾ ਕੁਝ ਦੇਰ ਪਹਿਲਾਂ, ਸ਼ਾਇਦ ਹਫ਼ਤਾ ਪਹਿਲਾਂ ਆਪਾਂ ਨੂੰ ਕਿਸੇ ਨੇ ਸਵਾਲ ਕੀਤਾ ਸੀਗਾ ਕਿ ਜੀ ਸੀਨੀਅਰਸ ਵਾਸਤੇ ਕੋਈ ਪੈਕੇਜ ਹੈ ਜਾਂ ਨਹੀਂ ਹੈਗਾ। ਉਦੋਂ ਤੱਕ ਕੋਈ ਵੀ ਪੈਕੇਜ ਨਹੀਂ ਸੀਗਾ ਤੇ ਹੁਣ ਪੈਕੇਜ ਆ ਗਿਆ। ਇਹ ਤਕਰੀਬਨ $500 ਤੱਕ ਜੀ ਡਿਪੈਂਡ ਕਰਦਾ ਤੁਹਾਡੀ ਕਿਹੜੇ ਹਿਸਾਬ 'ਚ ਤੁਹਾਨੂੰ ਪੈਨਸ਼ਨ ਮਿਲ ਰਹੀ ਹੈ, ਜੋ ਕੁਛ ਵੀ ਉਹਦੇ ਮੁਤਾਬਕ ਕੈਲਕੂਲੇਸ਼ਨ ਕੀਤੀ ਜਾ ਰਹੀ ਹੈ। ਅਪ ਟੂ $500 ਵਨ ਟਾਈਮ ਪੇਮੈਂਟ ਕਰਨੀ ਹੈ ਸਾਡੀ ਸਰਕਾਰ ਨੇ। ਤੇ ਉਹ ਜਿਹੜੇ ਸੀਨੀਅਰ ਕਹਿੰਦੇ ਕਿਉਂਕਿ ਇਹੀ ਪਿੱਛੇ ਰਹਿ ਗਏ ਸਨ, ਇਹਨਾਂ ਦੀ ਮਦਦ ਕਰਨ ਵਾਸਤੇ ਉਹਨਾਂ ਨੇ ਇਹ ਕਈਆਂ ਨੂੰ 300 ਹੀ ਮਿਲੇਗਾ, ਪਰ 500 ਤੋਂ ਉੱਪਰ ਕੁਛ ਨਹੀਂ ਮਿਲੇਗਾ। ਪਰ ਇਹ ਚੰਗੀ ਗੱਲ ਆ ਸੀਨੀਅਰਸ, ਕਿਉਂਕਿ ਦੇਖੋ ਜਦੋਂ ਬੰਦਾ ਸੀਨੀਅਰ ਹੋ ਜਾਂਦਾ ਉਦੋਂ ਇਨਕਮ ਘੱਟ ਜਾਂਦੀ ਹੈ, ਲਿਮਿਟਿਡ ਸੋਰਸਿਸ ਹੋ ਜਾਂਦੇ ਨੇ। ਪ੍ਰੋਬਲਮ ਤੇ ਹੋਰ ਆ ਜਾਂਦੀ ਹੈ ਕਿ ਜਿਹੜੇ ਹਿਸਾਬ 'ਚ ਉਹਨਾਂ ਨੇ ਆਪਣੇ ਪੂੰਜੀ ਜਮ੍ਹਾਂ ਕੀਤੀ ਹੁੰਦੀ ਹੈ ਨਾ, ਉਹਦੀ ਵੈਲਿਊ ਘੱਟ ਜਾਂਦੀ ਹੈ। ਤਾਂ ਸਭ ਤੋਂ ਵੱਡੀ ਪ੍ਰੋਬਲਮ ਇਹ ਆਉਂਦੀ ਹੈ। ਠੀਕ ਹੈ, ਜਿਹੜੀ ਅਸੀਂ ਸੋਚਦੇ ਹਾਂ ਅੱਜ ਹੋ ਸਕਦਾ ਬੰਦੇ ਨੂੰ 50,000 ਦੇ ਨਾਲ ਗੁਜ਼ਾਰਾ ਹੋ ਸਕਦਾ, ਮੈਂ ਡਾਲਰਾਂ ਦੀ ਗੱਲ ਕਰਦਾ ਸਾਲ ਦੇ ਵਿੱਚ, ਤਾਂ ਹੁਣ ਤੋਂ 20 ਸਾਲਾਂ ਨੂੰ 50,000 ਦੇ ਨਾਲ ਗੁਜ਼ਾਰਾ ਨਹੀਂ ਹੋਏਗਾ। ਸੋ ਉਹਨਾਂ ਦੀਆਂ ਉਸ ਹਿਸਾਬ ਦੇ ਵਿੱਚ ਸਾਰਿਆਂ ਨਾਲ ਹੀ ਇਹ ਗੱਲ ਹੁੰਦੀ ਆ, ਉਹਨਾਂ ਦੀ ਪੂੰਜੀ ਉਸ ਹਿਸਾਬ ਤੋਂ ਹੁੰਦੀ ਹੈ ਤੇ ਉਹਦੀ ਵੈਲਿਊ ਘੱਟ ਜਾਂਦੀ ਹੈ। ਚੰਗੀ ਗੱਲ ਹੈ ਕਿ ਸੀਨੀਅਰਸ ਬੜੇ ਲਿਮਿਟਡ ਸਾਧਨਾਂ ਦੇ ਵਿੱਚ ਜਿਉਂਦੇ ਨੇ, ਕਿਉਂਕਿ ਆਪਾਂ ਇੱਕ ਸੀਨੀਅਰਸ ਦੇ ਪ੍ਰੋਗਰਾਮ ਵੀ ਕਰਦੇ, ਉਹ 'ਚ ਵੀ ਇੰਨੀਆਂ ਗੱਲਾਂ ਆਮ ਆਉਂਦੀਆਂ ਨੇ ਕਿ ਸਾਧਨ ਬੜੇ ਲਿਮਿਟਡ ਨੇ। ਪਰ ਇਹ ਚੰਗੀ ਗੱਲ ਕੀਤੀ ਹੈ ਸਰਕਾਰ ਨੇ, ਚਾਹੇ $500 ਜਾਂ ਕੁਛ ਵੀ ਹੈ, ਕਿਸੇ ਵੀ ਕਿਸਮ ਦੀ ਹੈਲਪ ਜਿਹੜੀ ਦਿੱਤੀ ਗਈ ਆ ਇਹ ਟਰੂਡੋ ਸਰਕਾਰ ਨੇ, ਮੇਰੇ ਖਿਆਲ ਇਹ ਚੰਗਾ ਉਦਮ ਹੈ। ਬਿਲਕੁਲ ਜੀ, ਉਹ ਕਹਿੰਦੇ ਨੇ ਸਮਥਿੰਗ ਇਜ਼ ਬੈਟਰ ਦੈਨ ਨਥਿੰਗ। ਇਸ ਲਈ ਜੋ ਵੀ ਮਿਲ ਰਿਹਾ ਐਟਲੀਸਟ ਸਰਕਾਰ ਕੁਝ ਸੋਚ ਰਹੀ ਹੈ, ਕੁਝ ਕਰ ਰਹੀ ਹੈ, ਆਪਣੇ ਵੱਲੋਂ ਜਿੰਨਾ ਕਰ ਸਕਦੀ ਹੈ ਉਹ ਕਰ ਰਹੀ ਹੈ। ਇਸ ਤੋਂ ਬਾਅਦ ਸਰ ਇੱਕ ਹੋਰ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਇਮੀਗ੍ਰੇਸ਼ਨ ਨੂੰ ਲੈ ਕੇ ਵੀ ਕੁਝ ਸੰਕੇਤ ਦਿੱਤੇ ਨੇ ਕਿ ਆਉਣ ਵਾਲੇ ਸਮੇਂ ਵਿੱਚ ਸ਼ਾਇਦ ਇਮੀਗ੍ਰੇਸ਼ਨ ਪ੍ਰਣਾਲੀ ਪ੍ਰਭਾਵਿਤ ਹੋ ਸਕਦੀ ਹੈ ਕਰੋਨਾ ਵਾਇਰਸ ਦੇ ਕਰਕੇ, ਕਿਉਂਕਿ ਆਲਰੇਡੀ ਇੱਥੇ ਕੈਨੇਡੀਅਨਸ ਜਿਹੜੇ ਨੇ ਜੌਬਲੈਸ ਹੋ ਰਹੇ ਨੇ, ਉਹਨਾਂ ਦੀਆਂ ਜੌਬਸ ਜਾ ਰਹੀਆਂ ਨੇ। ਸੋ ਤੁਹਾਨੂੰ ਕੀ ਲੱਗ ਰਿਹਾ ਕਿ ਕਿੰਨਾ ਕੁ ਇਫੈਕਟ ਪੈ ਸਕਦਾ ਇਮੀਗ੍ਰੇਸ਼ਨ ਪ੍ਰੋਸੈਸ 'ਤੇ, ਕਿਉਂਕਿ ਇਮੀਗ੍ਰੈਂਟਸ ਦੀ ਕੰਟਰੀ ਹੈ ਕੈਨੇਡਾ? ਤਰਨ ਜਿਹੜਾ ਇਮੀਗ੍ਰੇਸ਼ਨ ਹੈ, ਐਕਚੁਅਲੀ ਪਿਛਲੇ ਸਾਲ ਤੱਕ 4 ਲੱਖ ਤੋਂ ਉੱਪਰ ਇਮੀਗ੍ਰੈਂਟਸ ਆਉਣ ਲੱਗ ਪਏ ਸੀ। ਸਰ ਆਪਾਂ ਪਹਿਲਾਂ ਇੱਕ ਦਰਸ਼ਕ ਜੁੜ ਕੇ ਨੇ ਉਹਨਾਂ ਦੀ ਲੈ ਲਈਏ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ, ਮੈਂ ਬਹੁਤ ਬਹੁਤ ਸਵਾਗਤ ਹੈ ਜੀ। ਹਾਂਜੀ, ਤੁਸੀਂ ਔਨ 에ਅਰ ਹੋ ਸਰ ਪ੍ਰੋਗਰਾਮ ਦੇ ਵਿੱਚ। ਦੱਸੋ ਕੌਣ ਤੇ ਕਿੱਥੋਂ ਬੋਲ ਰਹੇ ਹੋ? ਮੈਂ ਪੌਲ ਬੋਲ ਰਿਹਾ ਜੀ, ਬਹੁਤ ਬਹੁਤ ਸਵਾਗਤ ਹੈ ਸਰ ਪ੍ਰੋਗਰਾਮ ਦੇ ਵਿੱਚ। ਹਾਂਜੀ ਦੱਸੋ ਕੀ ਹਾਲ ਚਾਲ ਨੇ ਬਰੈਂਪਟਨ ਦੇ? ਬਹੁਤ
ਠੀਕ ਹੈ ਬਟ ਇਜ਼ ਮੋਰ ਐਕਸਪੈਂਸਿਵ ਦੈਨ ਐਵਰ ਪਤਾ ਹੀ ਹੈ ਬਿਲਕੁਲ ਜੀ। ਤੇ ਰਸ਼ ਵਗੈਰਾ ਕਿੰਨਾ ਕੁ ਇਸ ਵਕਤ ਰੋਡਸ ਦੇ ਉੱਤੇ ਆ ਗਿਆ, ਕਿੰਨਾ there's more drifting, there's more car racing, there's more people on the road, it's worse than before. ਜੀ। ਤੇ ਦੱਸੋ ਜੀ ਤੁਸੀਂ ਜੀ ਇੱਕ ਮੇਰਾ ਸਵਾਲ ਹੈ ਇਹਨਾਂ ਨੂੰ, ਮੈਂ ਦਰਸ਼ਕਾਂ ਨੂੰ ਗੱਲ ਕਰਦਾ ਜੀ। ਹਾਂਜੀ I just feel that when it's what the senior ਨੂੰ ਇੱਕ ਵਾਰੀ $500 one time benefit ਦਾ ਮਿਸਟਰ ਟਰੂਡੋ ਨੇ ਜੀ ਇਹਨਾਂ ਸੀਨੀਅਰ ਨੇ ਜਿਹੜੇ ਕੈਨੇਡਾ ਦੇ ਹੈ ਇੱਥੇ ਬੋਰਨ ਆ, ਇਹਨਾਂ ਨੇ ਜਿਹਨਾਂ ਦੀ ਖਾਤਰ ਅਸੀਂ ਕੈਨੇਡਾ ਵਿੱਚ ਬੈਠੇ ਹਾਂ, ਜਾਂ ਸਾਡੇ ਸੀਨੀਅਰ ਜਾਂ ਅਦਰ ਕਮਿਊਨਿਟੀ ਸੀਨੀਅਰ who spend their life here, ਉਹਨਾਂ ਦਾ ਗੁਜ਼ਾਰਾ ਹੀ ਮੁਸ਼ਕਲ ਆ। the most they'll get $1200 ਜਾਂ $1300 ਤੇ ਇਹਨਾਂ ਦਾ $500 ਨਾਲ ਕਿੰਨਾ ਗੁਜ਼ਾਰਾ ਹੋ ਜਾਊਗਾ। ਹਰ ਚੀਜ਼ ਐਕਸਪੈਂਸਿਵ ਹੋ ਚੁੱਕੀ ਆ, ਮਹਿੰਗਾਈ ਵੱਧ ਚੁੱਕੀ ਆ, ਜਦੋਂ ਕਿਰਾਏ ਤੇ ਰਹਿੰਦੇ ਕਿਰਾਏ ਵੱਧ ਚੁੱਕੀ ਆ, ਗਰੋਸਰੀ ਵੱਧ ਚੁੱਕੀ ਆ, ਅਦਰ ਐਮਿਨਿਟੀਜ਼ ਬਹੁਤ ਵੱਧ ਚੁੱਕੀਆਂ। ਤੇ ਕਿੱਦਾਂ ਵਿਚਾਰੇ ਸੀਨੀਅਰ ਗੁਜ਼ਾਰਾ ਕਰਨਗੇ। And 30% senior they have to work in order to meet the end table. Okay, ਇੱਕ ਸਵਾਲ। ਦੂਜਾ, ਮੈਂ ਗੇਸ ਵੀ ਕਿਸੇ ਸਟੂਡੈਂਟ ਦੇ ਇਹ ਜਨਾਬ ਨੇ ਜਿਹੜਾ $2000 ਦਿੱਤਾ ਇਹਨਾਂ ਸਟੂਡੈਂਟ ਨੂੰ, ਕਈਆਂ ਨੇ ਮਿਸਯੂਜ਼ ਵੀ ਕੀਤਾ। ਦੇ ਲਿਵਿੰਗ ਇਨ ਇੰਡੀਆ, ਈਵਨ ਦੇ ਹੈਵ देयर ਫੰਡਸ ਹੇਅਰ, ਈਵਨ ਇਹਨਾਂ ਨੇ ਕੀ ਹਿੱਸਾ ਪਾਇਆ ਸਾਡੀ ਇਕਨੋਮੀ ਦੇ ਵਿੱਚ, ਜਾਂ ਜਿਹਨਾਂ ਨੂੰ $2000 ਤੁਸੀਂ ਇਹਨਾਂ ਨੇ ਜਨਾਬ ਨੇ ਸ਼ੁਰੂ ਕਰਤਾ ਦੇਣਾ ਦੇ ਵੀ ਦਿੱਤਾ। ਔਰ ਜਿਹੜੇ ਕੈਨੇਡਾ ਦੇ ਸੀਨੀਅਰ ਜਿਹੜੇ ਇੱਥੇ ਬੌਰਨ ਹੋਏ ਆ ਜਾਂ ਇੱਥੇ ਦੇ ਬੱਚੇ, ਉਹਨਾਂ ਨੂੰ ਕੀ ਮਿਲ ਰਿਹਾ ਇਹਨੂੰ ਕਦੇ ਡਿਫਾਈਨ ਕਰ। ਜੀ ਬਿਲਕੁਲ ਜੀ। ਥੈਂਕ ਯੂ ਸੋ ਮਚ ਸਰ ਪ੍ਰੋਗਰਾਮ 'ਚ ਕਾਲ ਕਰਨ ਲਈ। ਜੀ ਸਰ। ਜਿਹੜੀ ਇਹਨਾਂ ਸੀਨੀਅਰਸ ਦੀ ਗੱਲ ਕੀਤੀ ਹੈ, ਇਟਸ ਰਾਈਟ ਗੱਲ ਕਹੀ ਉਹਨਾਂ ਨੂੰ ਕੋਈ 500 ਨਾਲ ਗੁਜ਼ਾਰਾ ਕਿਵੇਂ ਹੋ ਸਕਦਾ, ਪਰ ਹੁਣ ਜਿਹੜੀ ਤੁਸੀਂ ਗੱਲ ਕੀਤੀ ਸੀ ਸਮਥਿੰਗ ਇਜ਼ ਬੈਟਰ ਦੈਨ ਨਥਿੰਗ। ਹੁਣ ਤੱਕ ਸੀਨੀਅਰਸ ਨੂੰ ਕੁਝ ਵੀ ਨਹੀਂ ਦਿੱਤਾ ਗਿਆ ਸੀਗਾ, ਸੀਨੀਅਰਸ ਨੂੰ ਹੋਰ ਬਹੁਤ ਸਹੂਲਤਾਂ ਹੈਗੀ ਨੇ, ਦਵਾਈਆਂ ਫ੍ਰੀ ਨੇ, ਇਹੋ ਜਿਹਾ ਬਹੁਤ ਕੁਛ ਹੈਗਾ ਜਿਹਦੇ ਕਰਕੇ ਸੀਨੀਅਰਸ ਨੂੰ ਕਾਫੀ ਮਦਦ ਹੋ ਜਾਂਦੀ ਹੈ। ਠੀਕ ਹੈ 500 ਦੇ ਨਾਲ ਕੋਈ ਬਹੁਤਾ ਗੁਜ਼ਾਰਾ ਨਹੀਂ ਹੋ ਸਕਦਾ, ਆਈ ਐਗਰੀ ਵਿਦ ਦੈਟ, ਪਰ ਸਰਕਾਰ ਹੁਣ ਕਿੰਨਾ ਕਿਸੇ ਨੂੰ ਕੀ ਦੇ ਸਕਦੀ। ਦੂਜੀ ਗੱਲ ਇਹਨੇ ਕੀਤੀ ਹੈ ਸਟੂਡੈਂਟਸ ਦੀ, ਜਿਹੜਾ ਸਟੂਡੈਂਟਸ ਨੂੰ 2000 ਦੇ ਰਹੇ ਨੇ। ਤਰਨ ਹੋਣਾ ਦੇ ਜਦੋਂ ਸਮਾਈਲ ਆ ਜਾਂਦੀ ਜਦੋਂ ਸਟੂਡੈਂਟ ਦੀ ਗੱਲ ਆਉਂਦੀ ਹੈ, ਸਾਡੀ ਇਸੇ ਸਬਜੈਕਟ ਤੇ ਸਾਡੀ ਬਣਦੀ ਨਹੀਂ। ਹਾਲਾਂਕਿ ਮੈਂ ਸਟੂਡੈਂਟ ਨਹੀਂ ਆ। ਸਟੂਡੈਂਟਸ ਨੂੰ ਆਈ ਐਗਰੀ ਵਿਦ ਦੈਮ ਵੀ ਸਟੂਡੈਂਟਸ ਨੂੰ ਪੈਸੇ ਕਿਉਂ ਦਿੱਤੇ ਗਏ ਨੇ, ਪਰ ਸਟੂਡੈਂਟਸ ਨੂੰ $2000 ਨਹੀਂ ਦਿੱਤਾ ਗਿਆ। ਜਿੱਥੇ ਤੱਕ ਮੇਰੀ ਨੌਲੇਜ ਆ, ਉਹ ਸਟੂਡੈਂਟਸ ਨੂੰ ਅਲਾਓ ਕੀਤਾ ਗਿਆ ਕਿ ਉਹ 20 ਘੰਟੇ ਦੀ ਥਾਂ ਤੇ, ਜਿਹੜੇ ਫੋਰਨ ਸਟੂਡੈਂਟਸ ਨੇ 20 ਘੰਟੇ ਦੀ ਥਾਂ ਤੇ ਹੁਣ 40 ਘੰਟੇ ਕੰਮ ਕਰ ਸਕਦੇ ਨੇ। 40 ਘੰਟੇ ਵੀ ਉਹ ਉੱਥੇ ਹੀ ਕੰਮ ਕਰ ਸਕਦੇ ਨੇ ਜਿਹੜੀਆਂ ਕਿ ਐਸੈਂਸ਼ੀਅਲ ਸਰਵਿਸਿਜ਼ ਨੇ ਉਹਨਾਂ ਦੇ ਵਿੱਚ ਹੀ ਕਰ ਸਕਦੇ। ਜੇ ਕਰ ਰਹੇ ਸੀ ਆਲਰੇਡੀ ਤਾਂ ਉਹਨਾਂ ਦੇ 40 ਹੋ ਜਾਣਗੇ ਪੂਰੇ। ਕਈਆਂ ਨੂੰ ਹੋ ਸਕਦਾ ਉਹਨਾਂ ਨੂੰ 40 ਘੰਟੇ ਨਾ ਪੂਰੇ ਹੋ ਸਕਣ। ਮੇਰਾ ਜਿੱਥੇ ਤੱਕ ਮੇਰੀ ਨੌਲੇਜ ਆ ਉਹ ਇਸ ਤਰ੍ਹਾਂ ਦੀ ਗੱਲ ਹੈਗੀ ਹੈ ਕਿ ਸਟੂਡੈਂਟਸ ਨੂੰ ਉਦੋਂ ਵੱਧ ਪੈਸੇ ਨਹੀਂ ਦਿੱਤੇ ਜਾ ਰਹੇ। ਜਿਹੜੇ ਸਾਡੇ ਇੱਥੋਂ ਦੇ ਯੂਨੀਵਰਸਿਟੀ ਸਟੂਡੈਂਟਸ ਨੇ ਉਹਨਾਂ ਨੂੰ ਸਰਕਾਰ ਨੇ ਜਿਹੜਾ ਪੈਕੇਜ ਦਿੱਤਾ ਉਹ $1250 ਦਾ ਪਰ ਸਟੂਡੈਂਟ, ਤੇ $500 ਤਾਂ ਦਿੱਤਾ ਉਹਨਾਂ ਨੂੰ ਜੇ ਕਿਸੇ ਸੀਨੀਅਰਸ ਦੀ ਜਾਂ ਕਿਸੇ ਕੋਵਿਡ ਪੇਸ਼ੈਂਟ ਦੀ ਕਿਸੇ ਦੀ ਹੈਲਪ ਕਰ ਰਹੇ ਨੇ ਉਹਨਾਂ ਨੂੰ $1750। ਸਰ ਮੇਰਾ ਨਹੀਂ ਖਿਆਲ ਹੈ ਕਿ ਇਹਦੇ ਬਾਰੇ ਗੱਲ ਕਰਾਂਗੇ। ਇੱਕ ਦਰਸ਼ਕ ਜੁੜ ਗਏ ਨੇ ਹੋਰ। ਹੈਲੋ ਸਤਿ ਸ਼੍ਰੀ ਅਕਾਲ ਤਰਨ ਜੀ। ਸਤਿ ਸ਼੍ਰੀ ਅਕਾਲ ਮਧੂ ਜੀ, ਕੀ ਹਾਲ ਚਾਲ ਨੇ? ਹਾਲ ਚਾਲ ਤਾਂ ਇਸੇ ਤਰ੍ਹਾਂ, ਜਦੋਂ ਇਹ ਸੀਨੀਅਰ ਨੂੰ ਦੇਣਗੇ ਸਾਡੀ ਹੈ, ਅਸੀਂ ਅੰਦਰ ਬੈਠੇ, ਸਾਨੂੰ ਇੱਕ ਹੁਣ ਦੱਸੋ ਅਸੀਂ ਬਾਹਰ ਜਾ ਸਕਦੇ ਹਾਂ ਕਿ ਨਹੀਂ? ਬਾਹਰ ਜਾਣਾ, ਤੁਸੀਂ ਕਿੱਥੇ ਜਾਣਾ ਚਾਹੁੰਦੇ ਹੋ ਇਹ ਦੱਸੋ? ਤੁਸੀਂ ਪਾਰਕ ਜਾਣਾ ਚਾਹੁੰਦੇ ਹੋ, ਤੁਸੀਂ ਕੰਮ ਤੇ ਜਾਣਾ ਚਾਹੁੰਦੇ ਹੋ, ਤੁਸੀਂ ਕਿੱਥੇ ਜਾਣਾ ਚਾਹੁੰਦੇ ਹੋ? ਅਸੀਂ ਨਾ ਕੰਮ ਤਾਂ ਕੀ, ਅਸੀਂ ਵਾਕ ਵੂਕ ਤੇ ਜਾ ਸਕਦੇ ਹੁੰਦੇ ਆ ਵੀ, ਇਸ ਤਰ੍ਹਾਂ ਸਾਨੂੰ ਪਤਾ ਹੀ ਨਹੀਂ, ਅਸੀਂ ਡਰਦੇ ਬਾਹਰ ਹੀ ਨਹੀਂ ਨਿਕਲਦੇ ਗਏ ਵੀ ਕੀ ਕਰੀਏ ਹੈ। ਨਾਤੀ ਜੀ ਸਮਾਈਲ ਕਰਦੇ ਆ, ਕਲੀਅਰ ਗੱਲਾਂ ਦੱਸਿਆ ਕਰਦੇ ਵੀ ਅਸੀਂ ਬਾਹਰ ਨਿਕਲ ਕੇ ਜਾ ਸਕਦੇ ਹਾਂ ਕਿ ਨਹੀਂ? ਹੋ ਜੀ ਮਧੂ ਜੀ, ਅਸੀਂ ਕੋਸ਼ਿਸ਼ ਕਰਦੇ ਹੁੰਦੇ ਆ ਕਿ ਤੁਹਾਨੂੰ ਪ੍ਰੋਗਰਾਮ ਦੇ ਜ਼ਰੀਏ ਥੋੜਾ ਬਹੁਤ ਹਸਾ ਵੀ ਲਈਏ ਤੇ ਥੋੜੀ ਬਹੁਤ ਜਾਣਕਾਰੀ ਵੀ ਦੇ ਲਈਏ, ਕਿਉਂਕਿ ਸਾਰੇ ਜਣੇ ਘਰਾਂ 'ਚ ਬੈਠੇ ਨੇ ਤੇ ਉਹੀ ਨਿਊਜ਼ ਸੁਣ ਕੇ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਨੇ। ਕੋਸ਼ਿਸ਼ ਕਰਦੇ ਕਿ ਉਹੀ ਨਿਊਜ਼ ਨੂੰ ਥੋੜਾ ਜਿਹਾ ਹੱਸ ਕੇ ਦੇ ਦਈਏ। ਉਹੀ ਤਾਂ ਹੈ, ਹੁਣ ਅਸੀਂ ਸਵੇਰ ਦੇ ਸਿਰ ਬੰਦੇ ਦਾ ਬੈਠੇ ਰਹੀਦਾ ਹੈ। ਅਸੀਂ ਤੁਹਾਡੀ ਵੇਟ ਕਰੀਦੇ ਵੀ 6 ਵਜੇ ਆਵਾਂਗੇ, ਨਾਤੀ ਜੀ ਨਵੀਆਂ ਗੱਲਾਂ ਸੁਣਾਉਣਗੇ। ਹੁਣ ਇਹਨਾਂ ਨੇ ਪੀਆਰ ਨੂੰ ਲੈ ਕੇ ਬਹਿ ਗਏ ਵੀ ਹੁਣ ਜਦੋਂ ਦੇਣਗੇ ਮਨੀ ਦੇਖੀ ਜਾਊਗੀ ਸੀਨੀਅਰ ਨੂੰ, ਹਜੇ ਤਾਂ ਖੋਲ ਦੋ ਜਰਾ ਕ ਬਾਹਰ ਜਾਣ ਜੋਗੇ। ਜੀ ਬਿਲਕੁਲ, ਤੁਹਾਡਾ ਨਾਤੀ ਜੀ ਪ੍ਰਾਈਮ ਮਿਨਿਸਟਰ ਹੁੰਦੇ ਫੇਰ ਤਾਂ ਜ਼ਰੂਰ ਖੋਲ ਦਿੰਦੇ, ਮੈਨੂੰ ਤਾਂ ਜਿੱਥੋਂ ਤੱਕ ਲੱਗਦਾ। ਜੀ ਬਿਲਕੁਲ, ਅਸੀਂ ਪੁੱਛਦੇ ਹਾਂ ਜੀ ਨਾਜੀ ਤੋਂ ਕਦੋਂ ਤੱਕ ਪਾਰਕਸ ਵਗੈਰਾ ਖੁੱਲ ਸਕਦੇ ਨੇ, ਵਾਕਿੰਗ ਵਗੈਰਾ ਲਈ ਕਦੋਂ ਤੱਕ ਜਾ ਸਕਦੇ ਹੋ ਵਾਕ ਲਈ ਤੁਸੀਂ? ਥੈਂਕ ਯੂ ਸੋ ਮਚ ਮੈਮ ਕਾਲ ਕਰਨ ਲਈ। ਉਹੀ ਹੈ, ਸਾਨੂੰ ਪਤਾ ਨਹੀਂ ਕਿੰਨੀ ਕੁ ਦੂਰ ਤੱਕ ਕਿਵੇਂ ਅਸੀਂ ਜਾ ਸਕਦੇ ਹਾਂ, ਬਿਲਕੁਲ ਇਹ ਪਤਾ ਸਾਨੂੰ ਦੱਸੋ। ਬਿਲਕੁਲ ਜੀ ਬਿਲਕੁਲ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਜੀ ਸਰ। ਮਧੂ ਜੀ ਥੈਂਕ ਯੂ, ਤੁਸੀਂ ਕਾਲ ਕੀਤੀ ਹੈ ਜੀ।
ਸਾਡੇ ਰੈਗੂਲਰ ਦਰਸ਼ਕ ਨੇ ਇਹ ਕੰਟਰੀਬਿਊਟ ਵੀ ਕਰਦੇ ਨੇ। ਸਰ ਇਹਨਾਂ ਦੇ ਸਵਾਲ ਦਾ ਜਵਾਬ ਦੇਵਾਂਗੇ, ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਮੈਮ? ਇੱਥੇ ਬ੍ਰੈਂਪਟਨ ਤੋਂ ਬੇਟੇ ਬੋਲ ਰਹੀ ਹਾਂ। ਮੈਂ ਪੁੱਛਣਾ ਸੀ ਜਿਹੜਾ ਹਾਂਜੀ ਦੱਸਿਆ ਤੁਸੀਂ ਵਾਪਸ ਆ ਰਹੇ ਨੇ ਕਦ ਤੱਕ? ਹਾਂਜੀ ਮੈਮ, ਤੁਸੀਂ ਪ੍ਰੋਗਰਾਮ ਨਾਲ ਬਣੇ ਰਹੋ, ਅਸੀਂ ਬਹੁਤ ਜਲਦੀ ਇਹਦੀ ਜਾਣਕਾਰੀ ਦੇ ਰਹੇ ਹਾਂ ਤੇ ਕਿ ਪੀਆਰਸ ਜਿਹੜੇ ਆ ਕਦੋਂ ਤੱਕ ਤੇ ਕਿਵੇਂ ਵਾਪਸ ਆ ਸਕਦੇ ਨੇ। ਸੋ ਪ੍ਰੋਗਰਾਮ ਨਾਲ ਤੁਸੀਂ ਜੁੜੇ ਰਹੋ। ਵੈਸੇ ਤੁਸੀਂ ਕਿਹਾ ਤੁਸੀਂ ਬ੍ਰੈਂਪਟਨ ਤੋਂ ਹੀ ਆ, ਬ੍ਰੈਂਪਟਨ ਦੇ ਕਿਵੇਂ ਦੇ ਮਾਹੌਲ ਨੇ, ਕਿਵੇਂ ਦੇ ਹਾਲਾਤ ਨੇ? ਹਾਂਜੀ ਉਹ ਤੇਰੇ ਅੰਕਲ ਜੀ ਦੇ ਬੇਟੇ ਮੈਂ ਤਾਂ ਜੀ ਥੈਂਕ ਯੂ ਸੋ ਮਚ ਮੈਮ, ਤੁਸੀਂ ਕਾਲ ਕੀਤੀ ਹੈ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਜੀ ਸਰ, ਪਹਿਲਾਂ ਆਪਾਂ ਮਧੂ ਜੀ ਦੇ ਸਵਾਲ ਦਾ ਜਵਾਬ ਦੇ ਦਈਏ ਕਿ ਕਦੋਂ ਤੱਕ ਵਾਕ ਵਗੈਰਾ ਕਿੰਨੀ ਕਰ ਸਕਦੇ ਨੇ, ਕਿਉਂਕਿ ਤੁਸੀਂ ਵੀ ਮੈਨੂੰ ਪਤਾ ਕਿ ਰੈਗੂਲਰ ਵਾਕ ਤੇ ਜਾਂਦੇ ਹੋ। ਸੋ ਕਿੰਨਾ ਕੁ ਦੇਰ ਤੱਕ? ਇੱਕ ਦਿਨ ਵੀ ਵਾਕ ਨਹੀਂ ਬੰਦ ਕੀਤੀ, ਇੱਕ ਦਿਨ ਵੀ ਵਾਕ ਨਹੀਂ ਬੰਦ ਕੀਤੀ। ਮੈਂ ਵਾਕ ਤੇ ਜਾਂਦਾ ਹਰ ਜਗ੍ਹਾ ਤੇ, ਮੈਂ ਇਕੱਲਾ ਨਹੀਂ ਹਾਂ, ਬਹੁਤ ਲੋਕ ਜਾਂਦੇ ਨੇ। ਐਜ਼ ਲੌਂਗ ਐਜ਼ ਤੁਸੀਂ ਸੋਸ਼ਲ ਡਿਸਟੈਂਸਿੰਗ ਰੱਖ ਸਕਦੇ ਹੋ, ਉਹ ਰੱਖਣੀ ਪੈਣੀ ਹੈ। ਐਕਚੁਅਲੀ ਲੋਕੀ, ਤੁਸੀਂ ਜੇ ਬਾਹਰ ਜਾਓਗੇ ਤਾਂ ਪਤਾ ਲੱਗੇਗਾ, ਲੋਕ ਤੁਹਾਡੇ ਕੋਲ ਜਦੋਂ ਬਿਲਕੁਲ ਕੋਈ ਸਾਹਮਣੇ ਆ ਰਿਹਾ ਹੁੰਦਾ ਨਾ, ਜਿੱਥੇ ਵਾਕ ਕਰ ਰਹੇ ਹੁੰਦੇ, ਉਹਨਾਂ ਚੋਂ ਦੋ ਦੇ ਵਿੱਚੋਂ ਇੱਕ ਜਾਣਾ ਜ਼ਰੂਰ ਪਾਸੇ ਦੀ ਹੋ ਕੇ ਲੰਘਦਾ। ਵਾਕ ਤੁਸੀਂ ਕਰ ਸਕਦੇ ਹੋ, ਜਿਹੜੇ ਪਾਰਕਸ ਨੇ ਸਾਰੇ ਖੁੱਲੇ ਨੇ, ਪਾਰਕ ਦੇ ਵਿੱਚ ਲੱਗਿਆ ਹੋਇਆ ਇਕਵਿਪਮੈਂਟ, ਜਿਹੜੇ ਤੁਸੀਂ ਕੋਈ ਐਕਸਰਸਾਈਜ਼ ਕਰਨੀ ਚਾਹੁੰਦੇ ਹੋ, ਲਮਕਣਾ ਚਾਹੁੰਦੇ ਹੋ, ਝੂਲੇ ਹੈਗੇ ਨੇ, ਕੁਛ ਇਹੋ ਜਿਹੀਆਂ ਚੀਜ਼ਾਂ ਨੇ, ਉਹ ਸਾਰਾ ਇਕਵਿਪਮੈਂਟ ਤੁਸੀਂ ਨਹੀਂ ਵਰਤ ਸਕਦੇ। ਤੁਸੀਂ ਪਾਰਕਸ ਦੇ ਵਿੱਚ ਜਾ ਸਕਦੇ ਹੋ। ਪਾਰਕ ਇਕੱਲਾ ਇੱਕ ਹੀ ਬੰਦ ਕੀਤਾ ਗਿਆ ਸੀ, ਜਿਹੜੀ ਆਪਾਂ ਕੱਲ ਗੱਲ ਕੀਤੀ ਸੀ, ਹਾਈ ਪਾਰਕ। ਬਾਕੀ ਦੇ ਪਾਰਕ ਸਾਰੇ ਦੇ ਸਾਰੇ ਖੁੱਲ੍ਹੇ ਨੇ, ਤੁਸੀਂ ਜਾ ਸਕਦੇ ਹੋ ਈਜ਼ੀਲੀ। ਹੁਣ ਤਾਂ ਕਈ ਸਟੋਰਸ ਵੀ ਖੁੱਲ੍ਹ ਗਏ ਨੇ, ਜਿਵੇਂ ਬਿਲਡਿੰਗ ਸਟੋਰਸ ਹੈਗੇ ਨੇ, ਉਹ ਖੁੱਲ੍ਹ ਗਏ ਨੇ। ਗਰੋਸਰੀ ਸਟੋਰਸ ਤਾਂ ਆਪਾਂ ਪਹਿਲਾਂ ਜਾਂਦੇ ਹੀ ਹਾਂ, ਉਹਦੇ ਵਿੱਚ ਤੁਸੀਂ ਸੋਸ਼ਲ ਡਿਸਟੈਂਸਿੰਗ ਦੇ ਉੱਤੇ ਉਹ ਤੁਹਾਨੂੰ ਲਿਮਿਟਿਡ ਨੰਬਰਸ ਆਫ ਪਰਸਨਸ ਅੰਦਰ ਲੈ ਕੇ ਅੰਦਰ ਜਾਣ ਦਿੰਦੇ ਆ। ਬਾਹਰ ਜਾ ਸਕਦੇ ਮਤਲਬ ਜੀ, ਤੁਸੀਂ ਐਡੀ ਗੱਲ ਨਹੀਂ ਹੈ। ਐਸ ਲੌਂਗ ਐਜ਼ ਸੋਸ਼ਲ ਡਿਸਟੈਂਸਿੰਗ ਰੱਖੋ ਥੋੜ੍ਹਾ ਜਿਹਾ। ਜ਼ਰੂਰ ਮੈਂ ਕਹਾਂਗਾ ਕਿ ਹੋ ਸਕਦਾ ਤਾਂ ਤੁਸੀਂ ਜ਼ਰੂਰ ਮਾਸਕ ਲੈ ਕੇ ਜਾਓ, ਗਲਵਜ਼ ਪਾ ਕੇ। ਜਦੋਂ ਘਰੇ ਵੀ ਆਉਂਦੇ ਹੋ ਤਾਂ ਜਿਹੜੀ ਗਰੋਸਰੀਜ਼ ਵੀ ਲੈ ਕੇ ਆਉਂਦੇ ਹੋ, ਉਹਨਾਂ ਨੂੰ ਜ਼ਰੂਰ ਸੈਨੀਟਾਈਜ਼ ਕਰੋ, ਕੋਸ਼ਿਸ਼ ਕਰੋ ਕਿ ਉਹਨਾਂ ਨੂੰ ਅਸੀਂ ਸਾਫ਼ ਕਰਕੇ। ਕਈ ਲੋਕ ਤਾਂ ਉਹ ਵੀ ਕਰਦੇ ਨੇ, ਆਪਦੇ ਗਰਾਜ ਦੇ ਵਿੱਚ ਜਾਂ ਜਿੱਥੇ ਵੀ ਗੱਡੀ ਖੜੀ ਆ ਉਹਦੇ ਵਿੱਚ ਓਵਰਨਾਈਟ ਪਈ ਰਹਿਣ ਦਿੰਦੇ ਨੇ ਤੇ ਅਗਲੇ ਦਿਨ ਲੈ ਕੇ ਆਉਂਦੇ ਨੇ। ਇਸ ਗੱਲ ਦਾ ਕਹਿੰਦੇ ਆ ਕਿ ਜਿਹੜਾ ਕਰੋਨਾ ਵਾਇਰਸ ਹੈਗਾ ਉਹਦੀ ਦੇਰ ਦੇ ਵਿੱਚ ਜੇ ਇੰਨੀ ਐਕਟਿਵ ਨਹੀਂ ਰਹਿੰਦਾ, ਤੇ ਜਦੋਂ ਘਰ ਵਿੱਚ ਵੀ ਲੈ ਕੇ ਆਉਂਦੇ ਤੁਸੀਂ ਗਰੋਸਰੀ ਨੂੰ ਥੋੜ੍ਹਾ ਜਿਹਾ ਸੈਨੀਟਾਈਜ਼ ਕਰਕੇ, ਸਾਫ਼ ਕਰਕੇ, ਲਾਈਸੋਲ ਦੇ ਜਿਹੜੇ ਵਾਈਪਸ ਹੈਗੇ ਨੇ ਉਹਨਾਂ ਦੇ ਨਾਲ ਤੁਸੀਂ ਸਾਫ਼ ਕਰਕੇ ਤੁਸੀਂ ਉਹਨਾਂ ਨੂੰ ਫਰਿੱਜ ਦੇ ਵਿੱਚ ਲਾਓ, ਕਿਉਂਕਿ ਠੰਡ ਫਰਿੱਜ ਦੇ ਵਿੱਚ ਕਹਿੰਦੇ ਕਈ ਵਾਰੀ ਜ਼ਿਆਦਾ ਦੇਰ ਤੱਕ ਕਰੋਨਾ ਵਾਇਰਸ ਰਹਿ ਸਕਦਾ ਹੈਗਾ, ਤੇ ਹੋਰਾਂ ਚੀਜ਼ਾਂ ਤੋਂ ਇੱਕ ਦੂਸਰੇ ਦੇ ਉੱਤੇ ਜਾ ਸਕਦਾ। ਸੋ ਜੇ ਤੁਸੀਂ ਲਾਈਸੋਲ ਨਾਲ ਵਾਈਪਸ ਨਾਲ ਸਾਫ਼ ਜੀ ਕਰਕੇ ਰੱਖੋਗੇ ਬਿਲਕੁਲ, ਤਾਂ ਕੋਈ ਐਸੀ ਗੱਲ ਨਹੀਂ ਹੋਏਗੀ। ਜੀ ਸਰ, ਕੁਝ ਦਰਸ਼ਕ ਸਾਡੇ ਨਾਲ ਫੇਸਬੁੱਕ ਤੇ ਜੁੜ ਚੁੱਕੇ ਨੇ। ਮੈਂ ਪਹਿਲਾਂ ਉਹਨਾਂ ਦਾ ਥੋੜਾ ਜਿਹਾ ਨਾਮ ਲੈਣਾ ਚਾਹਾਂਗੀ, ਕਿਉਂਕਿ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਹੀ ਸਾਡੇ ਨਾਲ ਜੁੜੇ ਨੇ ਇਹ। ਮਿਸਟਰ ਰਾਜ ਪੱਲਾ, ਮਿਸਟਰ ਭੁੱਲਰ, ਕਰਮਜੀਤ ਭੁੱਲਰ, ਸਿਕੰਦਰ ਜੀ ਹਿਊਮਨ, ਰਣਜੀਤ ਧਾਲੀਵਾਲ, ਰਿੱਕੀ ਜੀਤ, ਆਸ਼ੂ ਸਿੰਗਰ, ਪਤਵਿੰਦਰ ਸੰਧੂ, ਕਿਰਨਪਾਲ ਕੌਰ ਧਾਲੀਵਾਲ, ਕੁਲਜਿੰਦਰ ਜੌਹਲ, ਰੁਪਿੰਦਰ ਬਾਜਵਾ, ਗੋਇਲ ਹੈਪੀ ਗੋਇਲ ਤੇ ਸੁਖ ਜੀਵਨ ਤੂਰ ਤੇ ਅਰੁਣ ਸ਼ਰਮਾ ਜੀ ਸਾਡਾ ਪ੍ਰੋਗਰਾਮ ਵਾਚ ਕਰ ਰਹੇ ਨੇ ਤੇ ਕਮੈਂਟਸ ਕਰ ਰਹੇ ਨੇ। ਨਾਲ ਦੀ ਨਾਲ ਇਹਨਾਂ ਨੇ ਕੁਝ ਸਵਾਲ ਵੀ ਪੁੱਛੇ ਨੇ ਤੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਸਵਾਲ ਵੀ ਅਸੀਂ ਜ਼ਰੂਰ ਡਿਸਕਸ ਕਰਾਂਗੇ। ਥੈਂਕ ਯੂ ਸੋ ਮਚ, ਤੁਸੀਂ ਪ੍ਰੋਗਰਾਮ ਦੇਖ ਰਹੇ ਹੋ। ਸਰ, ਗੱਲ ਕਰ ਰਹੇ ਸੀ ਅਸੀਂ ਇਮੀਗ੍ਰੈਂਟਸ ਦੀ ਗੱਲ ਕਰ ਰਹੇ ਸੀਗੇ ਕਿ ਇਮੀਗ੍ਰੇਸ਼ਨ ਦੇ ਉੱਤੇ ਅਸਰ ਪੈ ਸਕਦਾ ਆ, ਕਿਤੇ ਨਾ ਕਿਤੇ ਸੰਕੇਤ ਮਿਲਦੇ ਹੋਏ ਹੁਣ ਨਜ਼ਰ ਆ ਰਹੇ ਨੇ। ਕੀ ਕਹਿਣਾ ਚਾਹੋਗੇ? ਹਾਂਜੀ, 4 ਲੱਖ ਦੀ ਤਕਰੀਬਨ 4 ਲੱਖ ਤੋਂ ਕੁਛ ਹਜ਼ਾਰ ਉੱਪਰ ਚਲੀ ਗਈ ਸੀ ਜੀ ਜਿਹੜਾ ਨੰਬਰ ਹੁਣ ਤੱਕ ਦੇ ਇਮੀਗ੍ਰੈਂਟਸ ਆਉਂਦੇ ਸੀ। ਆਮ ਟਾਕਿੰਗ ਵਿਦਆਊਟ ਸਟੂਡੈਂਟਸ। ਉਹ ਜਿਹੜੀ ਇਮੀਗ੍ਰੇਸ਼ਨ ਹੈ ਉਹ 'ਤੇ ਅਸਰ ਪੈ ਗਿਆ ਜੀ। ਅੱਜ ਟਰੂਡੋ ਸਾਹਿਬ ਨੇ ਹਿੰਟ ਦਿੱਤਾ ਕਿ ਹੋ ਸਕਦਾ ਕਿ ਇਮੀਗ੍ਰੇਸ਼ਨ ਅੱਗੇ ਨਾਲੋਂ, ਵੈਸੇ ਜਿਹੜੀ ਇਹ ਸਰਕਾਰ ਹੈ ਇਹਨੇ ਬਹੁਤ ਜ਼ਿਆਦਾ ਖੁੱਲ੍ਹ ਦਿੱਤੀ ਹੈ ਇਮੀਗ੍ਰੇਸ਼ਨ ਦੇ ਵਾਸਤੇ। ਹੁਣ ਸਰਕਾਰ ਨੂੰ ਇਹ ਸੋਚਣਾ ਪਏਗਾ, ਕੰਟਰੋਲ ਕਰਨੀ ਪਏਗੀ। ਰੀਜ਼ਨ ਬੀਇੰਗ ਇਜ਼, ਜੇ ਸਾਡੇ ਇੱਥੋਂ ਦੇ ਆਪਣੇ ਲੋਕ ਜੇ ਉਹ ਬੇਰੁਜ਼ਗਾਰ ਨੇ, ਅਸੀਂ ਬਾਹਰੋਂ ਹੋਰਾਂ ਨੂੰ ਲਿਆ ਕੇ ਕਿਵੇਂ ਖਵਾਵਾਂਗੇ? ਇਹ ਸਿੰਪਲ ਜੀ ਗੱਲ ਹੈਗੀ ਆ। ਔਰ ਮੇਰੇ ਖਿਆਲ ਹੈ ਇਹ ਸਰਕਾਰ ਦੇ ਉੱਤੇ ਪ੍ਰੈਸ਼ਰ ਵੀ ਪਵੇਗਾ। ਆਪੋਜੀਸ਼ਨ ਆਲਰੇਡੀ ਇਹਨਾਂ ਨੂੰ ਸਵਾਲ ਕਰਨ ਲੱਗ ਪਈ ਹੈ, ਔਰ ਇਹਨਾਂ ਨੂੰ ਇਹ ਜ਼ਰੂਰ ਇਸ ਗੱਲ 'ਤੇ ਸੋਚਣਾ ਚਾਹੀਦਾ ਕਿ ਸਾਨੂੰ ਇਮੀਗ੍ਰੇਸ਼ਨ, ਖਾਸ ਕਰਕੇ ਲਿਮਿਟਿਡ ਇਮੀਗ੍ਰੇਸ਼ਨ, ਸਾਨੂੰ ਇਮੀਗ੍ਰੇਸ਼ਨ ਉਹ ਚਾਹੀਦੀ ਹੈ ਜਿਹੜੇ ਇਸ ਕੰਟਰੀ ਵਾਸਤੇ ਕੰਟਰੀਬਿਊਟ ਕਰ ਸਕਣ। ਟੂਰਿਸਟ ਵੀਜ਼ਾ ਹੋ ਗਿਆ, ਟੂਰਿਜ਼ਮ ਨੂੰ ਵਧਾਵਾ ਹੋ ਗਿਆ, ਲਾਈਕ ਦੈਟ। ਹਾਂਜੀ, ਸਾਨੂੰ ਉਹ ਚਾਹੀਦੇ ਨੇ, ਕਿਉਂਕਿ ਸਾਨੂੰ ਜਿਹੜੇ ਕਈ ਐਸੇ ਨੇ ਜਿਹੜੇ ਕੰਟਰੀਬਿਊਟ ਨਹੀਂ ਕਰਦੇ। ਸੌਰੀ ਟੂ ਸੇ ਦਿਸ ਥਿੰਗ, ਬਹੁਤ ਲੋਕ ਇਸ ਹਿਸਾਬ 'ਚ ਆਏ ਨੇ। ਆਪਣੀ ਕਮਿਊਨਿਟੀ ਵਿੱਚ ਵੀ ਬਹੁਤ ਐਸੇ ਆਏ ਨੇ ਜਿਹਨੇ ਕਦੇ ਆ ਕੇ ਕੰਟਰੀਬਿਊਟ ਨਹੀਂ ਕੀਤਾ। ਪਰ ਇਸ ਵੇਲੇ ਲੋੜ ਹੈਗੀ ਆ ਕਿ ਸਾਡੇ ਇਸ ਕੰਟਰੀ ਨੂੰ ਕੰਟਰੀਬਿਊਟ ਕਰਨ ਵਾਲੇ ਲੋਕਾਂ ਦੀ ਜ਼ਰੂਰਤ ਹੈ, ਕਿ ਜਿਹੜੇ ਅੱਗੇ ਵਧਾ ਸਕਣ, ਟੈਕਸ ਪੇਅਰ ਬਣ ਸਕਣ। ਇੱਥੋਂ ਦੇ ਜਿਹੜੇ ਹੁਣ ਸੀਨੀਅਰਸ ਹੋਰ ਨਵੇਂ ਬਣ ਰਹੇ ਨੇ, ਉਹਨਾਂ ਨੂੰ ਸਾਂਭ ਸਕਣ, ਉਹਨਾਂ ਦੀ ਕੰਟਰੀਬਿਊਸ਼ਨ ਦੇ ਵਿੱਚ ਉਹ ਹਿੱਸਾ ਪਾ ਸਕਣ। ਸਾਨੂੰ ਅਜਿਹੀ ਇਮੀਗ੍ਰੇਸ਼ਨ ਦੀ ਲੋੜ ਆ। ਔਰ ਸਾਨੂੰ, ਮੇਰਾ ਖਿਆਲ ਹੈ ਇਮੀਗ੍ਰੇਸ਼ਨ ਪਾਲਿਸੀ ਬੜੀ ਛੇਤੀ ਸਰਕਾਰ ਨੂੰ ਜ਼ਰੂਰ ਅਮੈਂਡਮੈਂਟਸ ਕਰਨੀਆਂ ਪੈਣਗੀਆਂ। ਚੇਂਜ ਬਦਲਣੀ ਤਾਂ ਨਹੀਂ ਪਏਗੀ ਟੋਟਲੀ, ਜ਼ਰੂਰ ਇਹ 'ਚ ਨਵੀਆਂ ਅਮੈਂਡਮੈਂਟਸ ਆ ਰਹੀਆਂ ਨੇ ਜਿਹੜੇ ਹਿਸਾਬ 'ਚ ਮਿਸਟਰ ਟੂਡੂ ਨੇ ਅੱਜ ਸਾਈਨ ਦਿੱਤਾ ਜੀ। ਤੇ ਸਰ,
ਜਿੱਥੋਂ ਦੀ ਕਰੋਨਾ ਵਾਇਰਸ ਦੀ ਅਸੀਂ ਗੱਲ ਕਰ ਰਹੇ ਸੀ ਕਿ ਇੱਕ ਸਰਵੇ ਵੀ ਆਇਆ ਸੀ ਕਿ ਓਨਟਾਰੀਓ ਵਿੱਚ ਜਿੰਨੇ ਕੇਸਿਸ ਸਾਹਮਣੇ ਆਏ ਨੇ ਕਰੋਨਾ ਵਾਇਰਸ ਦੇ, ਉਹਦੇ ਵਿੱਚੋਂ 35% ਅਜਿਹੇ ਨੇ ਜਿਹੜੇ ਟਰੈਵਲਰਸ ਤੋਂ ਆਏ ਨੇ, ਉਹ ਵੀ ਯੂਐਸ ਬਾਰਡਰ ਤੋਂ। ਸਰ ਉਹਦੇ ਵਿੱਚ ਹੁਣ ਯੂਐਸ ਬਾਰਡਰ ਖੋਲਣ ਨੂੰ ਲੈ ਕੇ ਹੁਣ ਕੈਨੇਡਾ ਵਰਡ ਨਜ਼ਰ ਆ ਰਿਹਾ, ਇਹਦੇ ਬਾਰੇ 'ਚ ਕੀ ਕਹੋਗੇ? ਅੱਜ ਟਰੂਡੋ ਸਾਹਿਬ ਨੂੰ ਇਹ ਸਵਾਲ ਕੀਤਾ ਗਿਆ ਜੀ ਕਿ ਬਾਰਡਰ ਦਾ ਕੀ ਕਰਨਾ। ਉਦੋਂ ਪਹਿਲਾਂ, ਹੁਣ ਤੋਂ ਮੇਰੇ ਖਿਆਲ ਹਫ਼ਤਾ ਡੇਢ ਹਫ਼ਤਾ ਪਹਿਲਾਂ ਸ਼ਾਇਦ, ਮਿਸਟਰ ਫੋਰਡ ਜਿਹੜੇ ਕਿ ਸਾਡੇ ਪ੍ਰੀਮੀਅਰ ਨੇ ਅੰਟਾਰੀਓ ਦੇ, ਉਹਨਾਂ ਨੇ ਆਲਰੇਡੀ ਕਹਿਤਾ ਸੀ ਕਿ ਮੈਂ ਅਲਾਉ ਨਹੀਂ ਕਰਾਂਗਾ, ਕਿਉਂਕਿ ਪ੍ਰੋਬਲਮ ਇਹ ਆ ਅੰਟਾਰੀਓ ਨਿਊਯਾਰਕ ਦੇ ਨਾਲ ਲੱਗਦਾ ਔਰ ਸਭ ਤੋਂ ਜ਼ਿਆਦਾ ਕੇਸਿਸ ਨਿਊਯਾਰਕ ਦੇ ਵਿੱਚ ਹੋਏ ਔਰ ਜਿੰਨੇ ਵੀ ਨਿਊਯਾਰਕ ਵਿੱਚ ਟਰੈਵਲ ਕਰਕੇ ਆਉਣਾ ਕੈਨੇਡਾ ਦੇ ਵਿੱਚ, ਚਾਂਸਸ ਆਰ ਦੇ ਆਰ ਕਮਿੰਗ ਥਰੂ ਅੰਟਾਰੀਓ, ਜਿਹਦੇ ਕਰਕੇ ਸਾਨੂੰ ਬਹੁਤ ਵੱਡੀ ਪ੍ਰੋਬਲਮ ਆ ਸਕਦੀ ਜੀ। ਯੂਐਸ ਕੈਨੇਡਾ ਬਾਰਡਰ ਬਾਰੇ ਗੱਲ ਕਰਾਂਗੇ ਕਿ ਦਰਸ਼ਕ ਹੋਰ ਜੁੜ ਗਏ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਸਰ? ਹਾਂਜੀ, ਬੀਕੇ ਗੋਇਲ ਬੋਲ ਰਿਹਾ ਜੀ, ਸਰੀ ਤੋਂ ਜੀ। ਬਹੁਤ ਬਹੁਤ ਸਵਾਗਤ ਹੈ ਬੀਕੇ ਜੀ, ਕੀ ਹਾਲ ਚਾਲ ਨੇ? ਨਾਥ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਨਾਥ ਸਾਹਿਬ ਵੀ ਤੁਹਾਨੂੰ ਸਤਿ ਸ਼੍ਰੀ ਅਕਾਲ ਦਾ ਜਵਾਬ ਦੇ ਰਹੇ ਨੇ। ਸਰ ਸ਼ਾਇਦ ਤੁਸੀਂ ਇਸ ਵਕਤ ਉਹਨਾਂ ਦੀ ਆਵਾਜ਼ ਨਹੀਂ ਸੁਣ ਸਕਦੇ, ਤੁਸੀਂ ਟੀਵੀ ਤੇ ਸੁਣ ਸਕਦੇ ਹੋ। ਹਾਂਜੀ ਹਾਂਜੀ, ਮੈਂ ਟੀਵੀ ਦੀ ਆਵਾਜ਼ ਬੰਦ ਕਰਕੇ ਜੀ। ਸਰੀ ਦੇ ਕੀ ਹਾਲ ਚਾਲ ਨੇ ਸਰ? ਹਾਂਜੀ ਬਹੁਤ ਵਧੀਆ ਜੀ, ਤੇ ਹੁਣ ਠੀਕ ਲੱਗ ਰਿਹਾ, ਕੁਝ ਲੱਗ ਰਿਹਾ ਵੀ ਕਰੋਨਾ ਚਲਾ ਗਿਆ ਜੀ ਕੈਨੇਡਾ ਤੋਂ, ਤੇ ਸਰੀ ਤੋਂ ਵੀ ਸਾਡੇ ਤੋਂ ਮੈਨੂੰ ਲੱਗਣ ਲੱਗ ਗਿਆ। ਨਾ ਜੀ ਹਜੇ ਗਿਆ ਨਹੀਂ, ਹਜੇ ਜ਼ਰੂਰੀ ਸਾਵਧਾਨੀਆਂ ਜ਼ਰੂਰ ਵਰਤਿਓ। ਤੇ ਸਵਾਲ ਦੱਸੋ ਕੀ ਹੈ ਤੁਹਾਡਾ? ਸਾਵਧਾਨੀਆਂ ਵਰਤਨੇ ਪਰ ਕਰਨ ਜੀ ਪਰ ਲੱਗ ਰਿਹਾ ਲੋਕਾਂ ਦਾ ਹਾਲਾਤ ਦੇਖ ਕੇ ਤਾਂ ਲੱਗ ਰਿਹਾ ਵੀ ਕੁਝ ਕਾਫੀ ਕੁਝ ਚੇਂਜ ਹੋ ਗਿਆ, ਲੋਕਾਂ ਨੇ ਚਿੰਤਾ ਕਰਨੀ ਛੱਡਤੀ। ਬਿਲਕੁਲ ਅੱਕ ਗਏ ਨੇ ਜੀ, ਹੁਣ ਲੋਕੀ ਯੂਜ਼ਡ ਟੂ ਹੋ ਗਏ। ਹਾਂ, ਮੇਰਾ ਨਾਤ ਜੀ ਨੂੰ ਸਵਾਲ ਇਹ ਹੈ ਵੀ ਤੁਹਾਡੇ ਨੂੰ ਵੀ ਹੈ, ਤੁਸੀਂ ਵੀ ਹੁਣ ਗੱਲ ਕਰੀ ਸੀ ਟੂਰਿਸਟ ਨੂੰ ਲੈ ਕੇ, ਵੀ ਟੂਰਿਸਟ ਵੀ ਜੇ ਟੂਰਿਸਟ ਖੁੱਲਣਗੇ ਤਾਂ ਜ਼ਿਆਦਾ ਲੋਕ ਉਰੇ ਆਉਣਗੇ ਤੇ ਉਹਦੀ ਇਕਨੋਮੀ ਨੂੰ ਫਰਕ ਪਊਗਾ। ਪਰ ਉਮਨ ਜੀ ਗੱਲ ਇਹ ਹੈ ਵੀ ਮੈਂ ਉਰੇ ਦੇਖ ਰਿਹਾ ਵੀ ਜਿੰਨੇ ਵੀ ਉਰੇ ਟੂਰਿਸਟ ਆਏ ਹੋਏ ਨੇ ਤੇ ਜਿਹੜੇ ਸਟਕ ਹੋਏ ਨੇ ਜੀ, ਤੇ ਵਰਕਿੰਗ ਰੈਗੂਲਰਲੀ, ਤੇ ਉਹ ਸਾਰੇ ਖੁੱਲ ਕੇ ਕੰਮ ਕਰ ਰਹੇ ਨੇ, $9 ਤੇ ਕੰਮ ਕਰ ਰਹੇ ਨੇ। ਜਿਹੜੇ ਬੰਦੇ ਨੇ ਜਿਨ੍ਹਾਂ ਨੂੰ ਲੇ ਆਫ ਹੋਏ ਨੇ, ਜੋ EI ਲੈ ਰਹੇ ਨੇ ਜਾਂ CRB ਲੈ ਰਹੇ ਆ, ਉਹ ਘਰੇ ਬੈਠੇ ਆ ਤੇ ਉਹਨਾਂ ਦੀ ਜਗ੍ਹਾ ਤੇ ਟੂਰਿਸਟ ਹੀ ਕੰਮ ਕਰ ਰਹੇ ਨੇ। ਬਿਲਕੁਲ। ਮੇਰਾ ਡਾਕਟਰ ਸਾਹਿਬ ਸਵਾਲ ਇਹ ਹੈ ਵੀ ਜਾਂ ਤਾਂ ਸਰਕਾਰ ਜਿਹੜੇ ਬੰਦੇ ਨੂੰ ਟੂਰਿਸਟ ਵੀਜ਼ਾ ਦਿੰਦੀ ਹੈ ਉਹਨਾਂ ਨੂੰ ਮਹੀਨੇ ਦਾ ਦਿਆ ਕਰੇ, 2 ਮਹੀਨੇ ਦਾ ਦਿਆ ਕਰੇ, 1 ਮਹੀਨੇ ਦਾ ਦਿਆ ਕਰੇ, 15 ਦਿਨ ਦਾ ਦਿਆ ਕਰੇ, ਕਿਉਂਕਿ ਜਦੋਂ ਕੈਨੇਡਾ ਸਰਕਾਰ ਕਹਿੰਦੀ ਹੈ ਵੀ ਸਾਡਾ ਕੰਟਰੀ ਦਾ ਕੋਈ ਟੂਰਿਸਟ ਕੰਟਰੀ ਹੈ ਹੀ ਨਹੀਂ, ਇਹ ਟੂਰਿਸਟ ਕੰਟਰੀ ਨਹੀਂ ਹੈ, ਕਿਉਂਕਿ ਇਹ ਕੰਟਰੀ ਬਹੁਤ ਮਹਿੰਗਾ ਹੈ, ਡਾਲਰ ਬਹੁਤ ਮਹਿੰਗਾ ਹੈ, 1 ਮਹੀਨੇ ਤੋਂ ਬੰਦਾ ਆਉਂਦਾ ਹੈ। ਪਰ ਸਰ ਗੱਲ ਇਹ ਹੈ ਵੀ ਜਿਹੜੇ ਹਿਸਾਬ ਨਾਲ ਉਰੇ ਟੂਰਿਸਟ ਬੰਦੇ ਕੰਮ ਕਰ ਰਹੇ ਨੇ, ਕੈਸ਼ ਤੇ ਕੰਮ ਕਰ ਰਹੇ ਨੇ, ਉਹ ਸਾਡੇ ਵਰਗੇ ਬੰਦਿਆਂ ਲਈ ਤਾਂ ਬਹੁਤ ਧੱਕਾ ਹੈ। ਬਿਲਕੁਲ, ਬਹੁਤ ਵੱਡਾ ਮੁੱਦਾ ਹੈ ਜੀ ਇਹ। ਬਿਲਕੁਲ ਇਹ ਬਹੁਤ ਵੱਡਾ ਮੁੱਦਾ ਜੀ। ਸਰਕਾਰ ਇਸ ਤੇ ਬਿਲਕੁਲ ਵੀ ਇਸ ਬਾਰੇ ਸੋਚਦੀ ਨਹੀਂ ਹੈ। ਸਰਕਾਰ ਦੇ ਕੰਨਾਂ ਤੱਕ ਪਤਾ ਨਹੀਂ ਆਵਾਜ਼ ਨਹੀਂ ਪਹੁੰਚਦੀ। ਤੁਸੀਂ ਇਹ ਦੇਖ ਲਿਓ, ਹੁਣ ਬੇੜੀਆਂ ਦਾ ਸੀਜ਼ਨ ਸ਼ੁਰੂ ਹੋ ਜਾਣਾ ਹੈ, ਜਿੰਨੀਆਂ ਵੀ ਬੇੜੀਆਂ ਤੋੜਨ ਵਾਲੇ ਨੇ ਸਾਰੇ ਇੰਡੀਆ ਤੋਂ ਬੰਦੇ ਕਮਰ ਕੱਸੀ ਬੈਠੇ ਸੀ ਕਿ ਅਸੀਂ 6 ਮਹੀਨੇ ਲਾ ਕੇ ਆਵਾਂਗੇ ਤੇ 10-10 ਲੱਖ ਰੁਪਈਆ ਕਮਾ ਕੇ ਲੈ ਕੇ ਆਵਾਂਗੇ ਕੈਨੇਡਾ ਤੋਂ ਜੀ। ਚਲੋ ਹੁਣ ਤਾਂ ਉਹ ਨਹੀਂ ਆ ਸਕਦੇ, ਪਰ ਨਾਥ ਸਾਹਿਬ ਇਹ ਬਹੁਤ ਵੱਡਾ ਮਸਲਾ ਹੈ, ਇਸ ਤੇ ਜ਼ਰੂਰ ਸਰਕਾਰ ਨੂੰ ਕੁਝ ਕਰਨਾ ਚਾਹੀਦਾ ਹੈ। ਥੈਂਕ ਯੂ ਵੈਰੀ ਮਚ। ਬਿਲਕੁਲ, ਥੈਂਕ ਯੂ ਸੋ ਮਚ ਗੋਲ ਜੀ ਕਾਲ ਕਰਨ ਲਈ ਪ੍ਰੋਗਰਾਮ 'ਚ। ਤੁਸੀਂ ਹਮੇਸ਼ਾ ਕਾਲ ਕਰਦੇ ਹੋ, ਥੈਂਕ ਯੂ ਸੋ ਮਚ ਜੀ। ਨਾਥ ਜੀ, ਪਹਿਲਾਂ ਮੈਂ ਬਾਰਡਰ ਦੀ ਗੱਲ ਕਰਦਾ ਜੀ। ਜਿਹੜਾ ਬਾਰਡਰ ਸੀਗਾ ਉਹ ਹਜੇ ਮੈਨੂੰ ਨਹੀਂ ਲੱਗਦਾ ਇਸ ਮਹੀਨੇ ਦੇ ਅਖੀਰ ਤੱਕ ਤਾਂ ਹੈਗੇ ਜਾਂ ਕਲੋਜ਼, ਮਤਲਬ 17 ਜਾਂ 18 ਤਰੀਕ, ਮੈਂ ਡੇਟ ਭੁੱਲ ਗਿਆ ਜੀ, ਸੌਰੀ। ਵਿਦਨ ਦਿਸ ਮੰਥ ਉਹਦੀ ਡੇਟ ਐਕਸਪਾਇਰ ਹੋ ਜਾਣੀ ਹੈ, ਪਰ ਉਹਦੇ ਮੈਨੂੰ ਇਉਂ ਲੱਗਦਾ ਜਿਹੜੇ ਹਿਸਾਬ 'ਚ ਅੱਜ ਸਾਹਿਬ ਨੇ ਗੱਲ ਕੀਤੀ ਹੈ ਜੀ, ਉਹਦੇ ਮੁਤਾਬਕ ਉਸ ਨੂੰ ਐਕਸਟੈਂਸ਼ਨ ਆ ਰਹੀ ਆ। ਸਾਡਾ ਜਿਹੜਾ ਬਾਰਡਰ ਹਜੇ ਇੰਨੀ ਛੇਤੀ ਨਹੀਂ ਖੁੱਲੇਗਾ। ਜਿਹੜੀ ਸਟੂਡੈਂਟਸ ਦੀ ਗੱਲ ਕੀਤੀ ਹੈ ਜੀ ਉਹਨਾਂ ਨੇ, ਇਹ ਐਸਾ ਮਸਲਾ ਕਿ ਬੈਲੈਂਸ ਕਰਨਾ ਬਹੁਤ ਔਖਾ। ਜੇ ਸੋਚਿਆ ਜਾਵੇ ਓਵਰਆਲ ਜਿਹੜੇ ਸਟੂਡੈਂਟਸ ਆਉਂਦੇ ਨੇ ਉਹ ਮਾੜਾ ਨਹੀਂ ਹੈ। ਉਹਦਾ ਰੀਜ਼ਨ ਮੈਂ ਇਹਨੂੰ ਦੱਸਦਾ ਕਿ ਸਟੂਡੈਂਟਸ ਜਿਹੜਾ ਇੱਥੇ ਆਉਂਦਾ, ਪਹਿਲਾਂ ਤਾਂ ਉਹ ਇੱਥੋਂ ਦੀ ਇਕਨੋਮੀ ਦੇ ਵਿੱਚ ਪੈਸੇ ਪਾਉਂਦਾ। ਸੈਕੰਡਲੀ ਜਦੋਂ ਉਹ ਸਟੂਡੈਂਟ ਪੜ੍ਹ ਜਾਂਦਾ, ਪੜ੍ਹ ਕੇ ਉਹਨੂੰ ਇੱਥੇ ਨੌਕਰੀ ਮਿਲਦੀ ਹੈ, ਤੇ ਉਹ ਜਿਹੜਾ ਸਟੂਡੈਂਟ ਆਇਆ ਉਹ ਤਕਰੀਬਨ 20 ਸਾਲ ਤੇ 25 ਸਾਲ ਦੇ ਵਿੱਚ ਦੀ ਉਮਰ ਦਾ ਆਇਆ। ਜੇ ਉਹ 25 ਸਾਲ ਦੀ ਉਮਰ ਤੇ ਆ ਕੇ ਕੰਮ ਕਰਨ ਲੱਗ ਜਾਂਦਾ ਹੈ ਤਾਂ ਉਹਨੇ ਤਕਰੀਬਨ 60-65 ਸਾਲ ਦੀ ਉਮਰ ਤੱਕ ਕੰਮ ਕਰਨਾ। ਇਮੇਜਿਨ ਕਰੋ ਕੋਈ ਹੋਰ ਇਮੀਗ੍ਰੈਂਟ ਜਿਹੜਾ ਕਿਸੇ ਹੋਰ ਢੰਗ ਦੇ ਨਾਲ ਆਉਂਦਾ, ਜੇ ਉਹ 40 ਸਾਲ ਦੀ ਉਮਰ ਤੇ ਆਉਂਦਾ, 45 ਸਾਲ ਦੀ ਉਮਰ ਤੇ ਆਉਂਦਾ, ਉਹਦੇ ਨਾਲੋਂ ਜਿਹੜਾ ਸਟੂਡੈਂਟ ਆ 20 ਸਾਲ ਵੱਧ ਕੰਮ ਕਰ ਰਿਹਾ, 20 ਸਾਲ ਵੱਧ ਟੈਕਸ ਪੇ ਕਰ ਰਿਹਾ, ਉੱਥੋਂ ਦੀ ਇਕਨੋਮੀ ਦੇ ਵਿੱਚ ਹਿੱਸਾ ਪਾ ਰਿਹਾ। ਦੈਟ ਇਜ਼ ਦਾ ਰੀਜ਼ਨ ਜਿਹੜੀ ਸਰਕਾਰਾਂ ਨੇ ਇਸ ਗੱਲ ਨੂੰ ਬਹੁਤ ਐਨਕਰੇਜ ਕੀਤਾ। ਉਹਦੇ ਡਰਾਬੈਕਸ ਨੇ। ਡਰਾਬੈਕਸ ਇਹ ਨੇ ਕਿ ਉਹ ਇੱਥੋਂ ਦੀਆਂ ਜਿਹੜੀਆਂ ਜੌਬਸ ਹੈਗੇ ਉਹ ਲੈ ਰਹੇ ਨੇ, ਕੈਸ਼ ਤੇ ਕੰਮ ਕਰ ਰਹੇ ਨੇ। ਜੇ ਕੈਸ਼ ਤੇ ਕੰਮ ਕਰ ਰਹੇ ਆ ਤਰਨ, ਉਹਦੇ ਵਿੱਚ ਸਟੂਡੈਂਟਸ ਦਾ ਵੀ ਫਾਲਟ ਹੈ, ਜਿਹੜੇ ਉਹਨਾਂ ਨੂੰ ਰੱਖ ਰਿਹਾ ਉਹਨਾਂ ਦਾ ਵੀ ਓਨਾ ਹੀ ਫਾਲਟ ਹੈ। ਉਹ ਕਿਉਂ ਉਹਨਾਂ ਨੂੰ ਕੈਸ਼ ਤੇ ਰੱਖ ਰਹੇ? ਕਿਉਂਕਿ
ਉਹ ਉਹਨਾਂ ਨੂੰ ਸਸਤੀ ਲੇਬਰ ਤੇ ਰੱਖ ਰਹੇ ਨੇ। ਸਸਤੀ ਲੇਬਰ ਤੇ ਰੱਖਣ ਕਰਕੇ ਜਿਹੜੀ ਸਾਡੀ ਇੱਥੋਂ ਦੀ ਲੇਬਰ ਆ, ਜਿਹੜੇ ਲੋਕਾਂ ਨੇ ਸਾਡੇ ਇੱਥੋਂ ਦੇ ਸਿਟੀਜ਼ਨ ਇਮੀਗ੍ਰੈਂਟਸ ਆਲਰੇਡੀ ਹੈਗੇ ਨੇ, ਜੀ ਉਹਨਾਂ ਦੀਆਂ ਉਹ ਜੌਬਸ ਸਟੂਡੈਂਟਸ ਲੈ ਕੇ ਜਾ ਰਹੇ ਨੇ। ਇਟਸ ਅ ਵੈਰੀ ਹਾਰਡ ਬੈਲੈਂਸ ਕਰਨਾ ਇਸ ਨੂੰ ਬਹੁਤ ਔਖਾ ਔਰ ਬੜਾ ਇਹ ਕੰਪਲਿਕੇਟਡ ਹੁੰਦਾ ਹੈ। ਆਈ ਹੋਪ ਜਿਹੜੀ ਸਾਡੀ ਸਰਕਾਰ ਹੈ ਇਸ ਮਾਮਲੇ ਜ਼ਰੂਰ ਸੋਚੇਗੀ। ਹਾਂ, ਕੈਸ਼ ਤੇ ਕੰਮ ਕਰਨਾ ਕੋਈ ਵੀ ਕਰਨਾ, ਮੇਰਾ ਖਿਆਲ ਹੈ ਇਹ ਜ਼ਰੂਰ ਬੰਦ ਹੋਣਾ ਚਾਹੀਦਾ। ਜੇ ਕਿਸੇ ਨੂੰ ਪਤਾ ਤਾਂ ਸ਼ਿਕਾਇਤ ਕਰ ਦੇਣੀ ਚਾਹੀਦੀ ਹੈ। ਜੇ ਸਾਨੂੰ ਸਾਡੇ ਟੈਕਸ ਪੇਅਰਸ ਦੇ ਪੈਸੇ ਆ ਜਿਹੜੇ ਇਸ ਤਰ੍ਹਾਂ ਜਾ ਰਹੇ ਨੇ, ਸਾਹਮਣੇ ਉਹਦਾ ਟੈਕਸ ਹੋਣਾ, ਸਾਨੂੰ ਉਹਦਾ ਟੈਕਸ ਨਹੀਂ ਆ ਰਿਹਾ, ਸਾਨੂੰ ਸਾਡੀ ਇਕਨੋਮੀ ਵਿੱਚ ਉਹਦਾ ਹਿੱਸਾ ਨਹੀਂ ਪੈ ਰਿਹਾ। ਅੰਡਰਗਰਾਉਂਡ ਇਕਨੋਮੀ ਹੈਗੀ ਆ ਉਹ। ਤੁਸੀਂ ਜੇ ਉਸ ਗੱਲ ਦੀ ਔਰ ਸ਼ੋਸ਼ਣ ਹੋ ਰਿਹਾ। ਇੱਕ ਗੱਲ ਹੋਰ ਵੀ ਕਰਨਾ, ਜਿਹੜੇ ਸਟੂਡੈਂਟਸ ਆ, ਜਿਹੜੇ ਲੋਕਾਂ ਨੇ ਉਹਨਾਂ ਨੂੰ ਹਾਇਰ ਕੀਤਾ, ਉਹ ਉਹਨਾਂ ਦਾ ਸ਼ੋਸ਼ਣ ਵੀ ਕਰ ਰਹੇ ਨੇ, ਪਰ ਸਟੂਡੈਂਟਸ ਉਸ ਵਿੱਚ ਕੰਮ ਕਰ ਰਹੇ ਨੇ। ਇਟਸ ਅ ਵੈਰੀ ਕੰਪਲਿਕੇਟਡ ਮੈਟਰ। ਵੀ ਕੈਨ ਟਾਕ ਔਨ ਦਿਸ ਇਸ਼ੂ ਮੇਬੀ ਫॉर ਡੇਜ਼। ਬੜੀ ਲੰਬੀ ਬਹਿਸ ਹੋ ਸਕਦੀ ਹੈ। ਬਿਲਕੁਲ ਸਰ, ਜਿਵੇਂ ਇੱਕ ਇਹ ਵੀ ਹੈ ਕਿ ਸਰਕਾਰ ਦੀ ਨਾਕਾਮੀ ਹੈ, ਇਹ ਏਜੰਸੀਜ਼ ਵੀ ਇਹਦੇ ਵਿੱਚ ਬਹੁਤ ਵੱਡਾ ਜਿਹੜੀ ਭੂਮਿਕਾ ਅਦਾ ਕਰ ਰਹੀਆਂ ਨੇ, ਜਿਹੜੀਆਂ ਕਿ ਕੈਸ਼ ਦੇ ਉੱਤੇ ਜੌਬਸ ਪ੍ਰੋਵਾਈਡ ਵੀ ਕਰਵਾਉਂਦੀਆਂ ਨੇ, ਵਿਜ਼ਟਰਸ ਨੂੰ ਵੀ ਕਰਵਾਉਂਦੀਆਂ। ਸੋ ਇਹਨਾਂ ਉੱਤੇ ਵੀ ਠੱਲ ਪਾਉਣੀ ਜਿਹੜੀ ਆ ਬਹੁਤ ਜ਼ਰੂਰੀ ਹੈ, ਤਾਂ ਕਿ ਜਿਹੜਾ ਇਹ ਵਿੱਚ ਪੂਰਾ ਗੋਰਖ ਧੰਦਾ ਬਣ ਚੁੱਕਿਆ ਕੈਸ਼ ਤੇ ਜੌਬ ਕਰਨ ਦਾ, ਵਿਜ਼ਟਰਸ ਦਾ ਜੌਬ ਕਰਨ ਦਾ, ਇਹਨੂੰ ਥੋੜਾ ਜਿਹਾ ਰੋਕਿਆ ਜਾ ਸਕੇ। ਨੈਕਸਟ ਗੱਲ ਦੇ ਵੱਲ ਵਧੀਏ ਸਰ, ਤਾਂ ਪ੍ਰਧਾਨ ਮੰਤਰੀ ਭਾਰਤ ਦਿਆਂ ਨੇ ਵੀ ਆਰਥਿਕ ਪੈਕੇਜ ਦਾ ਐਲਾਨ ਕਰ ਦਿੱਤਾ। ਸਭ ਤੋਂ ਪਹਿਲਾਂ ਤਾਂ ਇਹ ਜਾਣਨਾ ਚਾਹਾਂਗੇ ਕਿ ਕਿੰਨੇ ਦਾ ਇਹ ਐਲਾਨ ਹੋਇਆ ਹੈ ਤੇ ਕਿਸ ਨੂੰ ਇਹਦਾ ਫਾਇਦਾ ਹੋ ਸਕਦਾ ਹੈ? ਦੇਖੋ ਜੀ, ਫਾਇਦਾ ਤਾਂ ਨਹੀਂ ਉਹਨਾਂ ਨੇ ਦੱਸਿਆ, ਐਲਾਨ ਜ਼ਰੂਰ ਕਰ ਦਿੱਤਾ ਜੀ। 20 ਲੱਖ ਕਰੋੜ ਸ਼ਾਇਦ ਜੀ 20 ਲੱਖ ਕਰੋੜ ਦਾ। ਹਾਂ, 20 ਲੱਖ ਕਰੋੜ ਦਾ। ਹਾਂਜੀ, ਇਹ ਮੋਦੀ ਸਾਹਿਬ ਨੇ ਐਲਾਨ ਕਰਤਾ ਜੀ। ਐਲਾਨ ਉਹਨਾਂ ਨੇ ਜਿਹੜਾ ਕੀਤਾ 20 ਲੱਖ ਕਰੋੜ ਨੰਬਰ ਕੀਤਾ। ਜਿਹੜੇ ਹੁਣ ਤੱਕ ਪਹਿਲੇ ਐਲਾਨ ਹੋਏ ਹੋਏ ਨੇ ਤੇ ਹੁਣ ਵਾਲਾ ਰਲਾ ਕੇ ਸਾਰਾ 20 ਲੱਖ ਬਣਨਾ। ਇਹ ਉਹ ਨਹੀਂ ਵੀ ਅੱਜ ਨਵਾਂ 20 ਲੱਖ ਕੀਤਾ ਉਹਨਾਂ ਨੇ। ਸ਼ੁਕਰ ਹੈ ਜਿਸ ਇੰਡੀਆ ਦੀ ਸਰਕਾਰ ਨੇ ਕੁਝ ਦੇਣ ਦਾ ਵਾਅਦਾ ਕੀਤਾ, ਨਹੀਂ ਤਾਂ ਹੁਣ ਤੱਕ ਮੰਗ ਹੀ ਰਹੇ ਸੀਗੇ। ਪ੍ਰਧਾਨ ਮੰਤਰੀ ਸਾਹਿਬ ਨੇ ਆਪਦਾ ਇੱਕ ਨਵਾਂ PM ਕੇਅਰ ਫੰਡ ਬਣਾਇਆ। ਤਰਨ ਸ਼ਾਇਦ ਆਪਾਂ ਇਹਦੇ ਬਾਰੇ ਗੱਲ ਨਹੀਂ ਕੀਤੀ। ਉਹ ਇੱਕ ਫੰਡ ਆਲਰੇਡੀ ਬਣਿਆ ਹੋਇਆ ਪ੍ਰਧਾਨ ਮੰਤਰੀ ਦਾ, ਜਿਹੜਾ ਆਪਾਤਕਾਲੀਨ ਦੇ ਸਮੇਂ ਵਰਤਿਆ ਜਾਂਦਾ। ਲੋਕ ਉਹਦੇ 'ਚ ਹੀ ਪੈਸਾ ਜਮ੍ਹਾਂ ਕਰਾਉਂਦੇ ਆ। ਪਰ ਇਸ ਵਾਰੀ ਪ੍ਰਾਈਮ ਮਿਨਿਸਟਰ ਮੋਦੀ ਸਾਹਿਬ ਨੇ ਇੱਕ ਨਵਾਂ ਫੰਡ ਸ਼ੁਰੂ ਕਰਦਾ, ਜਿਹਨੂੰ ਈਵਨ ਪਾਰਲੀਮੈਂਟ ਕੁਐਸਚਨ ਨਹੀਂ ਕਰ ਸਕਦੀ। ਸਭ ਤੋਂ ਵੱਡੀ ਉਹਦੇ 'ਚ ਇਹ ਗੱਲ ਹੈ, PM ਕੇਅਰ ਫੰਡ। ਉਹਦੇ ਜਿਹੜਾ ਪੈਸਾ ਜਾ ਰਿਹਾ ਉਹਦਾ ਹਿਸਾਬ ਕਿਤਾਬ ਪਤਾ ਨਹੀਂ ਕਿਹਨੇ ਦੇਣਾ, ਕਦੋਂ ਦੇਣਾ, ਪਤਾ ਨਹੀਂ। ਉਸ ਫੰਡ ਨੂੰ ਸੌਰੀ ਟੂ ਸੇ ਦਿਸ ਸਰ, ਇਹਦੇ ਬਾਰੇ ਗੱਲ ਕਰਾਂਗੇ ਜੀ। ਭਾਰਤ ਦੇ ਪ੍ਰਧਾਨ ਮੰਤਰੀ ਦੀ ਗੱਲ ਕਰਾਂਗੇ। ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਸਰ? ਮੈਂ ਬ੍ਰੈਂਪਟਨ ਦੀ ਗੱਲ ਕਰ ਰਿਹਾ ਜੀ। ਹਾਂਜੀ, ਦੱਸੋ ਕੀ ਪੁੱਛਣਾ ਚਾਹੁੰਦੇ ਹੋ? ਮੈਂ ਸਿਰਫ ਇਹ ਇੱਕ ਚੀਜ਼ ਪੁੱਛਣਾ ਚਾਹੁੰਦਾ, ਜਿਵੇਂ ਕਿ ਬ੍ਰੈਂਪਟਨ ਤੋਂ ਹੀ ਨਟ ਜੀ ਦੀ ਲਾਈਨ ਦੇ ਉੱਤੇ ਨੇ। ਸਤਿ ਸ਼੍ਰੀ ਅਕਾਲ ਜੀ। ਤੇ ਮੇਰਾ ਇਹ ਕੁਐਸਚਨ ਸੀਗਾ ਕਿ ਜਿਵੇਂ ਹੁਣ ਪਿੱਛੇ ਵੀ ਸਦੀ ਤੋਂ ਵੀ ਕਮਾਲ ਆਈ ਸੀ ਕਿ ਵਿਜ਼ਟਰ ਵੀਜ਼ਾ ਨੂੰ ਪੰਪ ਮਿਲ ਰਿਹਾ, ਜਿਹੜੇ ਕੈਸ਼ ਤੇ ਕੰਮ ਕਰ ਰਹੇ ਜਾਂ ਕੁਝ ਵੀ ਆ, ਰਾਈਟ? ਹੁਣ ਫੋਰ ਐਗਜ਼ਾਮਪਲ ਆ ਵੀ ਸਟੂਡੈਂਟ ਦੀ ਵੀ ਗੱਲ ਕੀਤੀ ਇਹਨਾਂ ਨੇ। ਚਲੋ ਠੀਕ ਆ ਵੀ ਸਟੂਡੈਂਟ ਜਿਹੜਾ ਆ ਵੀ ਉਹ ਆਪਾਂ ਨੂੰ ਇਕਨੋਮੀ ਨੂੰ ਹਰ ਇੱਕ ਚੀਜ਼ ਨੂੰ ਫਾਇਦਾ ਦੇ ਰਿਹਾ। ਦੈਟ ਇਜ਼ ਦਾ ਪਰਫੈਕਟ ਥਿੰਗ। ਉਹ ਹੋਣਾ ਵੀ ਚਾਹੀਦਾ, ਰਾਈਟ? ਹੁਣ ਇੱਥੇ ਬੰਦੇ ਇੱਕ PR ਤੌਰ ਦੇ ਉੱਤੇ ਵੀ ਆਏ ਆ, ਕਈ ਬੰਦੇ ਸਪਾਊਸ ਵੀਜ਼ੇ ਤੇ ਵੀ ਆਏ ਆ। ਉਹਨਾਂ ਦੀ ਵੀ ਉਮਰ ਕਿਹੜੀ 23 ਸਾਲ ਦੀ ਹੈ, ਕੋਈ 25 ਸਾਲ ਦੀ ਹੈ, ਕੋਈ 27 ਸਾਲ ਦੀ ਹੈ, ਰਾਈਟ? ਦੇ ਆਰ ਆਲਸੋ ਯੰਗ। ਹੁਣ ਉਹ ਕੰਮ ਵੀ ਕਰ ਰਹੇ ਆ, ਟੈਕਸ ਪੇ ਕਰ ਰਹੇ ਆ, ਸਭ ਚੀਜ਼ ਕਰ ਰਹੇ ਆ, ਈਵਨ ਫਰਮ ਲਾਸਟ 2 ਇਅਰਸ, ਫਰਮ ਲਾਸਟ 3 ਇਅਰਸ, ਰਾਈਟ? ਆਫ ਕੋਰਸ ਉਹ ਆਪਣੇ ਪੇਰੈਂਟਸ ਦਾ ਅਪਲਾਈ ਕਰ ਰਹੇ ਆ। ਹੁਣ ਇਹਦੀ ਤਾਦਾਦ ਬਹੁਤ ਵੱਡੀ ਆ, ਇਹਦੀ ਤਾਦਾਦ ਬਹੁਤ ਵੱਡੀ ਆ। ਉਹ ਆਪਣਾ ਅਪਲਾਈ ਕਰ ਰਹੇ ਆ, ਪਰ ਉਹਨਾਂ ਦਾ ਕੀ ਆ ਕਿ ਜਿਹੜਾ ਵੀਜ਼ਾ ਜਿਹੜਾ ਹੈਗਾ ਪੇਰੈਂਟਸ ਦਾ ਅਪਲਾਈ ਕਰਦੇ ਰਿਫਿਊਜ਼ ਹੋ ਜਾਂਦਾ। ਇੱਕ ਸਟੂਡੈਂਟ ਆ, ਇਕਨੋਮੀ ਦਾ ਫਾਇਦਾ ਦੇ ਰਿਹਾ, ਦੈਟ ਇਜ਼ ਓਕੇ, ਹਨਾ? ਬਟ ਜੇਕਰ ਉਹ ਸਟੂਡੈਂਟ ਜੇ 6 ਮਹੀਨੇ ਸਾਲ ਨਹੀਂ ਹੋਇਆ, ਉਹ ਆਪਣੇ ਪੇਰੈਂਟਸ ਦਾ ਅਪਲਾਈ ਕਰ ਰਿਹਾ, ਰਾਈਟ? ਤੇ ਉਹ ਪੇਰੈਂਟਸ ਦਾ ਜਦੋਂ ਅਪਲਾਈ ਕਰਦਾ, ਉਹਦਾ ਰਾਈਟ ਅਵੇ ਵੀਜ਼ਾ ਆਉਂਦਾ, ਈਵਨ ਦੋ ਫॉर द ਲਾਸਟ ਫॉर ਨੈਕਸਟ 10 ਇਅਰਸ। ਅੱਛਾ, ਪੇਰੈਂਟਸ ਦੇ ਨਾਲ ਜੇ 18 ਸਾਲ ਤੋਂ ਥੱਲੇ ਬੱਚੇ ਵੀ ਹੈਗੇ ਆ ਜਾਂ 20 ਸਾਲ ਥੱਲੇ, ਉਹਨਾਂ ਦੇ ਬ੍ਰਦਰ ਸਿਸਟਰ ਦਾ ਵੀ ਵੀਜ਼ਾ ਨਾਲ ਲੱਗ ਜਾਂਦਾ, ਰਾਈਟ? ਸੋ ਉਹ ਇੱਕ ਜਿਹੜੀ ਚੀਜ਼ ਆ ਉਹ ਕਿੱਥੇ ਤੱਕ ਵੈਲਿਡ ਆ? ਅੱਛਾ ਸਰ, ਇਹ ਅਗਰ ਕਹੀਏ ਕਿ ਗਵਰਨਮੈਂਟ ਨੂੰ ਪਤਾ ਨਹੀਂ ਆ, ਇਮੀਗ੍ਰੇਸ਼ਨ ਆ, ਐਮਬੈਸੀ ਆ, ਕਿੰਨਾ ਡਾਟਾ ਉਹਨਾਂ ਕੋਲ ਜਾ ਰਿਹਾ, ਦੇ ਨੋ ਦੈਟ ਕਿੰਨੇ ਵਿਜ਼ਟਰ ਵੀਜ਼ੇ ਲੱਗ ਰਹੇ ਆ, ਕਿੰਨੇ ਬੰਦੇ ਆ ਰਹੇ, ਕਿੰਨੇ ਨਹੀਂ ਆ ਰਹੇ। ਅਸੀਂ ਇਸ ਚੀਜ਼ ਨੂੰ ਤਾਂ ਹਾਈਡ ਕਰ ਨਹੀਂ ਸਕਦੇ। ਜਿਹੜੀ ਚੀਜ਼ ਆ ਵੀ ਅਸੀਂ ਅੱਜ ਕਹੀਏ ਅਸੀਂ ਕੈਨੇਡਾ ਵਰਗੇ ਮੁਲਕ ਚ ਆ, ਇੱਥੇ ਸਾਡੇ ਕੋਲ ਕਿਹੜੀ ਚੀਜ਼ ਦੀ ਅਪਡੇਟ ਨਹੀਂ ਹੈਗੀ। ਅਸੀਂ ਐਡਵਾਂਸ ਕੰਟਰੀ ਦੀ ਗੱਲ ਕਰਦੇ ਹਾਂ। ਅਸੀਂ ਕੋਈ ਇੰਡੀਆ 'ਚ ਬੈਠੇ ਨਹੀਂ ਜਾਂ ਅਸੀਂ ਪਾਕਿਸਤਾਨ 'ਚ ਬੈਠੇ ਨਹੀਂ, ਸਾਡੇ ਕੋਲ ਡਾਟਾ ਹੀ ਨਹੀਂ, ਰਾਈਟ? ਜਿੰਨੇ ਵੀ ਆਪਾਂ MP ਆ ਜਾਂ ਜਿੰਨੇ ਵੀ ਸਾਡੇ ਇੱਥੇ ਹੈਗੇ ਆ, ਅੱਛਾ ਜੇ ਗੱਲ ਕਰਦੇ ਵੀ ਕੈਸ਼ ਦੇ ਉੱਤੇ ਕੰਮ ਕਰਦੇ, ਗਲਤੀ ਉਹਦੀ ਜਿਹੜਾ ਬੰਦਾ ਕੈਸ਼ ਤੇ ਕੰਮ ਕਰਦਾ, ਗਲਤੀ ਉਹਦੀ ਜਿਹੜਾ ਬੰਦਾ ਦੇ ਰਿਹਾ। ਕਿਹੜਾ ਬੰਦਾ ਇਹ ਕਹੂਗਾ ਕਿ ਮੈਨੂੰ ਕੈਸ਼ ਤੇ ਕੰਮ ਮਿਲ ਰਿਹਾ? ਕਿਹੜਾ ਕਰੂਗਾ? ਉਹ ਕਿਹੜਾ ਬੰਦਾ ਇਹ ਕਹੂਗਾ ਕਿ ਮੈਨੂੰ ਕੈਸ਼ ਤੇ ਕੰਮ ਦੇ ਰਿਹਾ? ਉਹਨੂੰ ਟ੍ਰੇਸ ਕੌਣ ਕਰੂਗਾ? ਗਵਰਨਮੈਂਟ ਕਰੂਗੀ, ਉਹਨੂੰ ਕਿਤੇ ਨਾ ਕਿਤੇ ਫਾਈਂਡ ਆਊਟ ਕਰੂਗੀ, ਰਾਈਟ? ਸੋ ਮੇਰਾ ਮੁੱਦਾ ਇਹ ਆ, ਈਵਨ ਕਿਉਂਕਿ ਮੇਰਾ ਕੇਸ ਵੀ ਸੇਮ ਹੀ ਆ। ਆਮ ਪੇਇੰਗ ਟੈਕਸ ਫਰਮ ਲਾਸਟ 2 ਇਅਰਸ, ਮੋਰ ਦੈਨ 3 ਇਅਰਸ ਆਈ ਥਿੰਕ,
ਮੈਂ ਆਪਣੇ ਪੇਰੈਂਟਸ ਦਾ ਅਪਲਾਈ ਕੀਤਾ, ਜੀ ਸਭ ਕੁਝ ਵਧੀਆ, ਐਸੈਟਸ ਵਧੀਆ, ਹਰ ਇੱਕ ਚੀਜ਼ ਵਧੀਆ, ਪਰ ਰਿਫਿਊਜ਼ ਹੋ ਗਿਆ ਕੇਸ ਕਿ ਵੀ ਆਰ ਨਾਟ ਸੈਟੀਸਫਾਈਡ ਕਿ ਤੁਸੀਂ ਵਾਪਸ ਚਲੇ ਜਾਵੋਗੇ। ਬਟ ਉਹਦੀ ਅਗਰ ਆਪੋਜ਼ਿਟ ਗੱਲ ਕੀਤੀ ਜਾਵੇ, ਇੰਨੇ ਸਟੂਡੈਂਟਸ ਆ, ਇੰਨਾ ਸਾਰਾ ਕੁਛ ਆ, ਮੈਂ ਸਟੂਡੈਂਟਸ ਨੂੰ ਨਹੀਂ ਮਾੜਾ ਕਹਿ ਰਿਹਾ, ਜੀ ਮੈਂ ਇੱਕ ਪਾਲਿਸੀ ਨੂੰ ਮਾੜਾ ਕਹਿ ਰਿਹਾ ਵੀ ਗਵਰਨਮੈਂਟ ਜੇ ਸਾਰਾ ਕੁਝ ਕਰ ਰਹੀ ਆ ਹਰ ਇੱਕ ਚੀਜ਼ ਦਾ, ਜੇ ਵੀਜ਼ਾ ਦੇਣਾ ਅੱਜ ਤੋਂ 5-6 ਸਾਲ ਪਹਿਲਾਂ ਦੀ ਗੱਲ ਕਰਦੀ, ਸਿਸਟਰ ਵੀਜ਼ਾ ਲੱਗਦਾ ਸੀ 3 ਮਹੀਨੇ ਦਾ, 3 ਮਹੀਨੇ ਦਾ, ਬਿਲਕੁਲ। ਉਹ ਕਿਉਂ ਲੱਗਦਾ ਸੀ? ਉਹ ਇਸੇ ਕਰਕੇ ਕਿ ਬੰਦਾ ਆਇਆ ਮਿਲ ਕੇ ਚੱਲ ਜੇ। ਮੈਂ ਤਾਂ ਕਹਿੰਦਾ ਮੈਂ ਪੀਆਰ ਆ, ਭਾਵੇਂ ਪੇਰੈਂਟਸ ਨੂੰ ਪੀਆਰ ਵਾਲੇ ਜਿਹੜੇ ਉਹਨਾਂ ਨੂੰ ਵੀ 3-6 ਮਹੀਨੇ ਦਾ ਦੇ ਦਿਓ, ਉਹ ਬੰਦਾ ਆ ਕੇ ਮਿਲ ਕੇ ਵਾਪਸ ਚਲੇ, ਇਹਨਾਂ ਨੂੰ ਵੀ ਥੋੜੀ ਜਿਹੀ ਹੋ ਜਾਊਗਾ ਕਿ ਠੀਕ ਆ ਬੰਦਾ ਵਾਪਸ ਚਲਾ ਗਿਆ। ਜੀ ਬਟ ਐਟ ਲੀਸਟ ਕਿਸੇ ਨਾ ਕਿਸੇ ਸਹੀ ਮੁੱਦੇ ਦੇ ਉੱਤੇ ਅਸੀਂ ਅਪਡੇਟ ਕਰੀਏ ਜਾਂ ਗਵਰਨਮੈਂਟ ਨੂੰ ਅਪਡੇਟ ਕਰੀਏ ਵੀ ਅਸੀਂ ਕਰ ਕੀ ਰਹੇ ਹਾਂ ਕੀ ਨਹੀਂ ਆ। ਬਿਲਕੁਲ ਬਹੁਤ ਦੁਨੀਆ ਆ, ਬਿਲਕੁਲ ਸਰ, ਬਿਲਕੁਲ। ਕੋਈ ਬੰਦਾ ਕਹਿ ਦਿੰਦਾ, ਕੋਈ ਬੰਦਾ ਨਹੀਂ ਕਹਿ ਦਿੰਦਾ। ਬਿਲਕੁਲ ਜੀ, ਬਿਲਕੁਲ। ਇਹ ਬੇਨਤੀ ਹੈ, ਰਿਕੁਐਸਟ ਆ, ਪਲੀਜ਼ ਇਹਦੇ ਉੱਤੇ ਕੁਝ ਕਰਨਾ ਚਾਹੀਦਾ। ਜੇ ਅਸੀਂ ਕਹਿ ਦਈਏ ਵੀ ਬੰਦਾ ਕਿ ਆਪ ਕਹੂਗਾ ਵੀ ਮੈਂ ਕੈਸੇ ਕੰਮ ਕਰਦਾ, ਜੋ ਵੀ ਕੰਪਨੀ ਕਹੂਗੀ ਕਿ ਅਸੀਂ ਦੇ ਰਹੇ ਹਾਂ, ਕਿਸੇ ਨੇ ਨਹੀਂ ਕਹਿਣਾ ਜੀ ਨਹੀਂ, ਇਹ ਕੋਈ ਵੀ ਨਹੀਂ ਐਕਸੈਪਟ ਕਰੇਗਾ ਕਿ ਅਸੀਂ ਕੈਸ਼ ਤੇ ਕੰਮ ਕਰਦੇ ਹਾਂ। ਜੇ ਐਕਸੈਪਟ ਕਰਦੇ ਹੁੰਦੇ ਤਾਂ ਕੋਈ ਕਰਦਾ ਹੀ ਨਾ ਕੈਸ਼ ਤੇ ਕੰਮ, ਕਿਉਂਕਿ ਇਹ ਸਰਕਾਰੀ ਨਿਯਮਾਂ ਦੇ ਵਿਰੁੱਧ ਆ। ਤੇ ਜੀ ਬਿਲਕੁਲ, ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਆਪਣੇ ਵਿਚਾਰ ਰੱਖੇ। ਆਪਾਂ ਇਹਦੇ ਉੱਤੇ ਵੀ ਡਿਸਕਸ ਕਰਾਂਗੇ। ਤੇ ਸਭ ਨੂੰ ਪਤਾ ਸਰ ਇਹ ਚੀਜ਼ਾਂ, ਸਰਕਾਰ ਨੂੰ ਕਿਹੜਾ ਪਤਾ ਨਹੀਂ ਹੈ, ਸਰਕਾਰ ਕਿਹੜਾ ਅੱਖਾਂ ਬੰਦ ਕਰੀ ਬੈਠੀ ਹੈ। ਸੋ ਗੱਲ ਇਹ ਹੈ ਕਿ ਅੱਖਾਂ ਬੰਦ ਕਰਨ ਦੇ ਨਾਲ ਮੁਸੀਬਤ ਨਹੀਂ ਚਲੀ ਜਾਂਦੀ। ਸੋ ਥੈਂਕ ਯੂ ਸੋ ਮਚ, ਤੁਸੀਂ ਕਾਲ ਕੀਤੀ ਆ। ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਮੈਮ? ਅਸੀਂ ਮੌਂਟਰੀਅਲ ਤੋਂ ਬੋਲਦੇ ਹਾਂ। ਹਾਂਜੀ ਦੱਸੋ, ਕੀ ਕਹਿਣਾ ਚਾਹੁੰਦੇ ਹੋ? ਮੈਂ ਕਹਿਣਾ ਚਾਹਨੀ ਆ ਇਹ ਜਿਹੜੀ ਤੁਸੀਂ ਹੁਣੇ ਕੋਈ ਕਿਸੇ ਨੇ ਕੁਐਸਚਨ ਕੀਤਾ ਸੀ, ਤੁਸੀਂ ਆਨਸਰ ਦਿੱਤਾ ਸੀ ਕਿ ਉਹਨਾਂ ਦੀਆਂ ਜੌਬਾਂ ਲਾਈਕ ਇਮੀਗ੍ਰੈਂਟ ਦੀਆਂ ਔਰ ਸਿਟੀਜ਼ਨ ਦੀਆਂ ਜੌਬਾਂ ਇਹ ਬੱਚੇ ਲੈ ਰਹੇ ਆ ਲਾਈਕ ਕੈਸ਼ ਕੰਮ ਕਰਕੇ ਜਾਂ ਕਿੱਦਾਂ, ਹਨਾ ਜੀ। ਮੈਂ ਇੱਕ ਜਗ੍ਹਾ ਕੰਮ ਕੀਤਾ 11 ਸਾਲ ਔਰ ਮੇਰਾ ਇੰਨਾ ਵਧੀਆ ਕੰਮ ਸੀਗਾ ਉੱਥੇ। ਭੈਣ ਜੀ ਤੁਸੀਂ ਯਕੀਨ ਕਰਿਓ, ਮੇਰੀ ਫੈਮਿਲੀ ਨੂੰ ਜਦੋਂ ਮੈਂ ਉਹ ਪ੍ਰੋਬਲਮ ਮੈਨੂੰ ਆਈ ਸੀਗੀ, ਇਹਨਾਂ ਸਟੂਡੈਂਟਾਂ ਕਰਕੇ ਆਈ ਸੀ। ਮੈਂ ਨਹੀਂ ਕਹਿੰਦੀ ਮੈਂ ਇਹਨਾਂ ਦੇ ਖਿਲਾਫ ਆ, ਮੈਂ ਬਿਲਕੁਲ ਖਿਲਾਫ ਨਹੀਂ, ਪਰ ਮੇਰੇ ਨਾਲ ਖੁਦ ਨਾ ਇਹਨਾਂ ਨੇ ਇੰਨਾ ਹਾਰਟ ਅਟੈਕ ਦੇਣ ਵਾਲੀ ਲਾਈਕ ਗੱਲ ਕੀਤੀ ਸੀ ਨਾ, ਤੁਸੀਂ ਯਕੀਨ ਕਰਿਓ ਮੇਰੇ ਬੱਚੇ ਨੇ, ਕਿਸੇ ਨੇ ਮੇਰੀ ਮਿੰਨਤਾਂ ਕੀਤੀਆਂ ਸੀ ਸਟੂਡੈਂਟ ਨੇ ਕਿ ਮੈਨੂੰ ਕੰਮ ਤੇ ਰਖਵਾ ਲਓ, ਹਨਾ। ਮੈਂ ਉੱਥੇ ਇਕੱਲੀ ਕੰਮ ਕਰਦੀ ਸੀ ਇੰਡੀਅਨ, ਤੇ ਉੱਥੇ ਇੱਕ ਗੋਰੇ ਤਾਂ ਕਾਲੇ ਸੀਗੇ, ਆਪਣੀ ਕੰਟਰੀ ਦਾ ਕੋਈ ਬੰਦਾ ਨਹੀਂ ਸੀਗਾ ਉੱਥੇ, ਹਨਾ। ਮੇਰਾ 11 ਸਾਲ ਦੀ ਜੌਬ ਇੰਨੀ ਟੌਪ ਦੀ, ਉਹਨਾਂ ਨੂੰ ਮੈਨੂੰ ਪੈਸੇ ਦੇਣੇ ਪੈਂਦੇ ਸੀ 30 ਵੀਕ ਦੀਆਂ ਛੁੱਟੀਆਂ ਦੇ। ਜਦੋਂ ਮੈਂ ਉਹ ਸਟੂਡੈਂਟ ਲੈ ਕੇ ਗਈ, ਮੇਰੇ ਬੌਸ ਨੇ ਮੈਨੂੰ ਪੁੱਛਿਆ ਮੈਂ ਤੇਰੇ ਤੇ ਟਰਸਟ ਕਰਦਾ ਤਾਂ ਮੈਂ ਇਹਨੂੰ ਲੈ ਕੇ ਆ ਰਿਹਾ, ਅਦਰਵਾਈਜ਼ ਮੈਂ ਇਹਨਾਂ ਨੂੰ ਸਟੂਡੈਂਟ ਨੂੰ ਹਾਇਰ ਕਿਸੇ ਨੂੰ ਨਹੀਂ ਕਰਨਾ, ਕਿਉਂਕਿ ਮੈਨੂੰ ਇਹਨਾਂ ਦਾ ਪਤਾ ਨਹੀਂ ਇਹ ਪੱਕੇ ਹੈ ਕਿੱਦਾਂ, ਹਨਾ। ਤੇ ਮੈਨੂੰ ਇਮੀਗ੍ਰੈਂਟ ਬੰਦਾ ਚਾਹੀਦਾ। ਮੈਂ ਨਾ ਉਹਦੀ ਮਿੰਨਤਾਂ ਕਰਕੇ ਮੈਂ ਉਹਨੂੰ ਰਖਵਾਤਾ ਬੱਚੇ ਨੂੰ। ਉਸ ਤੋਂ ਬਾਅਦ ਉਹ ਕੁੜੀ ਨੇ ਇੰਨੀ ਮੇਰੇ ਨਾਲ ਜੈਲਸ ਕੀਤੀ ਵੀ ਇਮੀਗ੍ਰੈਂਟ ਆ, ਇੱਥੇ ਦੀ ਸਿਟੀਜ਼ਨ ਆ ਤੇ ਅਸੀਂ ਤਾਂ ਸਟੂਡੈਂਟ ਆ, ਔਰ ਸਾਡੇ ਕੋਲ ਕੁਝ ਵੀ ਨਹੀਂ ਹਜੇ ਹੈਗਾ ਨਾ। ਤੇ ਉਹਨਾਂ ਨੇ ਏਦਾਂ ਦੇ ਉੱਥੇ ਹਾਲਤ ਕੀਤੀਆਂ, ਏਦਾਂ ਦੇ ਉਹਨਾਂ ਨੇ ਮੇਰੇ ਤੇ ਇਲਜ਼ਾਮ ਲਗਾ ਕੇ ਉਹ 11 ਸਾਲਾਂ ਦੀ ਜੌਬ ਮੇਰੇ ਕੋਲ ਖੋਈ ਆ। ਔਰ ਖੋਣ ਤੋਂ ਬਾਅਦ ਉਹ ਬੱਚਿਆਂ ਨੂੰ, ਉਹ ਬੌਸ ਨੂੰ ਕੀ ਆ, ਬੌਸ ਨੇ ਤਾਂ ਕਹਿਣਾ ਮੇਰੇ ਇਹਨੂੰ 3 ਵੀਕਾਂ ਦੀਆਂ ਛੁੱਟੀਆਂ ਦੇ ਪੈਸੇ ਦੇਣੇ ਪੈਂਦੇ, ਪਲੱਸ ਇਹਦੇ ਥੋੜੇ ਜਿਹੇ ਪੈਸੇ ਉਹਨਾਂ ਨਾਲ ਜ਼ਿਆਦਾ, ਉਹਨੂੰ ਘੱਟ ਪੈਸਿਆਂ ਦੇ ਬੰਦੇ ਮਿਲਦੇ ਆ। ਉਹ ਕੁੜੀ ਨੇ ਝੂਠ ਬੋਲ ਕੇ ਉੱਥੇ ਆ ਕੇ ਉਸ ਤੋਂ ਬਾਅਦ 2 ਲਈ 4 ਲਈ ਉਹਨਾਂ ਨੇ ਆਪਣਾ ਗਰੁੱਪ ਬਣਾਇਆ। ਗਰੁੱਪ ਬਣਾਉਣ ਤੋਂ ਬਾਅਦ ਉਹ ਕੁੜੀਆਂ ਨੇ ਉਹ ਮੇਰੀ ਭੈਣ ਦੀ ਹਾਲਤ ਖਰਾਬ ਕੀਤੀ। ਐਵਰੀ ਵੀਕ ਉੱਥੋਂ ਮੈਨੂੰ ਇੰਨੇ ਕੰਮ ਤੋਂ ਹਾਰਡ ਟਾਈਮ ਦਿੰਦੀਆਂ ਸੀਗੀਆਂ। ਪੂਰਾ ਗਰੁੱਪ ਬਣਾ ਕੇ ਉੱਥੇ ਬੌਸ ਵੀ ਜਿਹੜਾ ਸੀ ਇਹਨਾਂ ਦੇ ਪਿੱਛੇ ਲੱਗ ਗਿਆ। ਉਹ ਕੁੜੀ ਗਲਤ ਮੁਲਤ ਕੰਮ ਵੀ ਉਹ ਬੰਦੇ ਦਾ ਗਲਤ ਬੌਸ ਨਾਲ ਕਰਦੀ ਸੀਗੀ। ਉਹਨਾਂ ਨੂੰ ਮੈਂ 1-2 ਵਾਰ ਦੇਖ ਲਿਆ ਏਦਾਂ ਹੀ ਗਲਤ ਮੁਲਤ ਦੇਖਦੀਆਂ ਨੂੰ ਜਾਂ ਕਿੱਦਾਂ, ਮੈਂ ਕੁੜੀ ਨਾਲ ਕਿਸੇ ਨੂੰ ਕਹਿਤਾ, ਉਹਨਾਂ ਨੇ ਆਹ ਗੱਲਾਂ ਮੇਰੀਆਂ ਫੜ ਕੇ ਮੇਰੀ ਜੌਬ ਹੱਥੋਂ ਖੋਲੀ। ਮੇਰੇ ਘਰ ਦੀ ਇੰਨੀ ਸਿਚੁਏਸ਼ਨ ਸੀਗੀ ਨਾ ਕਿ ਮੈਂ ਉਸ ਜੌਬ ਦੇ ਉੱਤੇ ਡਿਪੈਂਡ ਸੀ। ਅਸੀਂ 2-3 ਹਫ਼ਤੇ ਲਾਈਕ ਅਸੀਂ ਸ਼ੌਕ ਵਿੱਚ ਸੀਗੀ, ਮੈਂ ਡਿਪਰੈਸ਼ਨ 'ਚ ਜਾ ਰਹੀ ਸੀ ਉਸ ਵਕਤ। ਔਰ ਮੈਂ ਆਪਣੇ ਆਪ ਨੂੰ ਇੰਨੀ ਸਮਝਦੀ, ਆਪਣੇ ਆਪ ਨੂੰ ਸੰਭਾਲਿਆ। ਹੁਣ ਵੀ ਮੈਂ 2 ਪਾਸੇ ਆਪਣੀ, ਹੁਣ ਮੇਰੀ ਏਜ ਹੈਗੀ ਆ, ਮੇਰੇ ਕੋਲ ਨਹੀਂ ਓਦਾਂ ਦਾ ਕੰਮ ਹੁੰਦਾ ਜਿੱਦਾਂ ਪਹਿਲਾਂ ਹੁੰਦਾ ਸੀਗਾ। ਉਹ ਹੁਣ ਮੈਂ ਧੱਕੇ ਖਾਂਦੀ ਆ, ਤਾਂ ਉਹ ਸਾਰੀਆਂ ਉੱਥੇ ਪੂਰੀਆਂ ਸੈਟਲ ਪਈਆਂ ਸਟੂਡੈਂਟ ਸਾਰੀਆਂ, ਔਰ ਪੂਰੀ ਉਹ ਜਗ੍ਹਾ ਹੁਣ ਸਟੂਡੈਂਟਾਂ ਦੀ ਬਣ ਗਈ ਆ। ਜੀ ਇੱਕ ਪਾਸੇ ਅਸੀਂ ਕਹਿੰਦੇ ਆ ਕਿ ਹੈਲਪ ਕਰੋ, ਸਾਡਾ ਭਾਈਚਾਰਾ ਮਿਲ ਕੇ ਅੱਗੇ ਹੈਲਪ ਕਰੇ। ਤੇ ਹੈਲਪ ਕਰਨ ਦਾ ਇਹ ਵੀ ਗਲਤ ਵੇ ਹੈ ਕਿ ਜੇਕਰ ਅਸੀਂ ਕਿਸੇ ਦੀ ਹੈਲਪ ਕਰਨ ਲਈ ਅੱਗੇ ਆ ਰਹੇ ਹਾਂ ਤੇ ਉਹੀ ਸਾਡੇ ਕੰਮ ਖਰਾਬ ਕਰ ਰਿਹਾ। ਉਹਨੇ ਮੈਨੂੰ ਬੈਗ ਕਰਕੇ, ਉਸ ਕੁੜੀ ਨੇ ਮੈਨੂੰ ਬੈਗ ਕਰਕੇ, ਮੈਂ ਇੰਨਾ ਪਛਤਾਈ ਸੀਗੀ ਮੈਂ ਇਹਨੂੰ ਕਾਹਤੇ ਲਿਆਂਦਾ। ਔਰ ਉਹਨੇ ਕੀ ਕੀਤਾ, ਜਿਹੜੀਆਂ ਕੁੜੀਆਂ ਜਿਹੜੀਆਂ ਨਹੀਂ ਵੀ ਸੀਗੀਆਂ ਨਾ, ਉਹਨਾਂ ਨੂੰ ਵੀ ਦੱਸਦਾ ਸੀ ਉੱਥੇ ਕੰਮ ਦਵਾ ਕੇ ਉਹਨਾਂ ਨੇ ਗਰੁੱਪ ਬਣਾ ਲਿਆ। ਔਰ ਇਹ ਬੱਚੇ ਮੇਰੇ ਨਾਲ ਇੰਨਾ ਉਹਨਾਂ ਨੇ ਫਰਕ ਕੀਤਾ। ਮੈਂ ਕਿਹਾ ਅਸੀਂ ਤੁਹਾਡੀ ਹੈਲਪ ਕਰਦੇ ਹਾਂ। ਮੈਂ ਕਿਹਾ ਅਸੀਂ ਵੀ ਆਏ ਸੀਗਾ, ਅਸੀਂ ਕਦੀ ਏਦਾਂ ਕਿਸੇ ਦੀ ਹੈਲਪਲੈਸ ਨਹੀਂ ਅਗਲੇ ਕੀਤਾ ਸੀਗਾ। ਤੇ ਅਸੀਂ ਕਿਸੇ ਦੀਆਂ ਜੌਬਾਂ ਨਹੀਂ ਸੀ ਖੋਈਆਂ, ਕਿਸੇ ਨਾਲ ਜੈਲਸ ਨਹੀਂ ਸੀ ਕੀਤੀ। ਕੋਈ ਇਮੀਗ੍ਰੈਂਟ ਜਾਂ ਕੋਈ ਸਿਟੀਜ਼ਨ ਸੀਗਾ, ਅਸੀਂ ਕੁਛ ਹੋਰ ਤਰੀਕੇ ਨਾਲ ਇੰਨੇ ਸਾਲ ਪਹਿਲਾਂ ਆਏ ਸੀਗੇ। ਤੇ ਇਹ ਬੱਚਿਆਂ ਨੇ ਤਾਂ ਇੰਨਾ, ਮਤਲਬ ਕਿ ਤੁਸੀਂ ਯਕੀਨ ਕਰਿਓ ਨਾ, ਜਿੱਥੇ ਵੀ ਜਾਂਦੇ ਆ ਨਾ ਇਹ ਪਹਿਲਾਂ ਤਾਂ ਇਹੀ ਪੁੱਛਦੇ ਤੁਹਾਡੇ ਕੋਲ ਇਮੀਗ੍ਰੈਂਟ ਆ, ਤੁਹਾਡੇ ਕੋਲ ਇਮੀਗ੍ਰੇਸ਼ਨ ਆ, ਮੈਨੂੰ
ਤੁਸੀਂ ਆਪਣੀ ਇਮੀਗ੍ਰੇਸ਼ਨ ਦੇ ਦਿਓ। ਉਹਨਾਂ ਨੇ ਛੋਟੀ ਛੋਟੀਆਂ ਚੀਜ਼ਾਂ ਦੀ ਵੀਕਨੈਸ ਪਕੜ ਕੇ ਉਸ ਬੰਦੇ ਬੌਸ ਨੇ ਵੀ ਕੀ ਸੀਗਾ, ਬੌਸ ਨੂੰ ਤਾਂ ਆਪੇ ਮੌਜਾਂ ਲੱਗੀਆਂ ਸੀ, ਉਹਨੂੰ ਸਸਤੀਆਂ ਕੁੜੀਆਂ ਮਿਲਦੀਆਂ ਸੀਗੀਆਂ। ਜੀ ਅਗਲੀਆਂ ਕਹਿੰਦੇ ਉਹ ਕਹਿੰਦਾ ਤੂੰ ਨਿਕਲ ਇੱਥੋਂ ਦੀ। ਅਗਲੇ ਨੇ ਇਲਜ਼ਾਮ ਲਾ ਕੇ ਮੈਨੂੰ ਉੱਥੇ ਜੌਬ, ਮੈਨੂੰ ਖੁਦ ਨੂੰ ਇੰਨਾ ਮਤਲਬ ਉਹਨਾਂ ਨੇ ਮੈਨੂੰ ਹਾਰਡ ਟਾਈਮ ਦਿੱਤਾ। ਮੈਂ ਚਾਹਦੀ ਮੈਂ ਕਿਤੇ ਵੀ ਜਾ ਸਕਦੀ ਸੀਗੀ, ਪਰ ਮੈਂ ਸਿਰਫ ਸਾਨੂੰ ਪਤਾ ਸੀ ਸਾਡੇ ਕੋਲ ਹੈ ਨਹੀਂ ਹਿਸਾਬ ਕਿਤਾਬ, ਅਸੀਂ ਨਹੀਂ ਇਹਨਾਂ ਦੇ ਨਾਲ ਲੜ ਸਕਦੇ। ਜਿੱਦਾਂ ਬੰਦਾ ਚੁੱਪ ਕਰ ਜਾਂਦਾ ਨਾ ਅੰਦਰ ਪਾ ਕੇ ਸਾਰੀਆਂ ਗੱਲਾਂ, ਤੇ ਉਹ ਸਾਰੀਆਂ ਗੱਲਾਂ ਇਹਨਾਂ ਦੀਆਂ ਪਾ ਕੇ ਮੈਂ ਚੁੱਪ ਕਰਕੇ ਧੱਕੇ ਖਾਣ ਨੂੰ ਮੈਂ ਇਹਨਾਂ ਨੂੰ ਆਪ ਬਹਿ ਗਈ ਘਰ। ਮੈਨੂੰ ਕੋਈ ਇਨਕਮ ਨਹੀਂ ਸੀ, ਮੈਂ ਕਿਤੇ ਕੇਸ ਨਹੀਂ ਕੀਤਾ ਇਹਨਾਂ ਤੇ, ਮੈਂ ਡਰਦੀ ਅੰਦਰ ਬੈਠ ਗਈ ਕਿਉਂਕਿ ਮੇਰੇ ਕੋਲ ਇੰਨੀ ਹਿੰਮਤ ਨਹੀਂ ਸੀ ਕਿ ਮੈਂ ਇਹਨਾਂ ਦੇ ਨਾਲ ਲੜ ਸਕਾਂ। ਹੁਣ ਉੱਥੇ ਉਹ ਸਭ ਸਟੂਡੈਂਟ ਹੋ ਗਈਆਂ ਕੁੜੀਆਂ, ਔਰ ਮੇਰੇ ਵਰਗੀ ਨੂੰ ਪਹਿਲੇ ਕੱਢ ਕੇ ਬਾਹਰ ਮਾਰਿਆ। ਉਹਨੂੰ ਪਤਾ ਸੀ ਇਹੀ ਹੈਗੀ ਹੈ ਇਮੀਗ੍ਰੇਟ ਇੰਡੀਅਨ ਆ, ਇਹਨੇ ਸਾਡਾ ਕੰਮ ਖਰਾਬ ਕਰਨਾ, ਇਹ ਸਾਨੂੰ ਉਲਟਾ ਸਿੱਧਾ ਕੰਮ ਕਰਨ ਨੂੰ ਦੇਖਦੀ ਆ, ਇਹਨੇ ਸਾਡੇ ਅੱਗੇ ਪੱਤੇ ਸਾਫ਼ ਕਰਨੇ। ਉਹ ਕੁੜੀਆਂ ਕਹਿੰਦੀ ਸੀ ਅਸੀਂ ਕੱਲ ਜਿਹੜੀਆਂ ਸੈੱਟ ਹੋਣੀਆਂ ਅੱਜ ਹੋ ਜਾਏਗੀ। ਜੀ ਬਿਲਕੁਲ, ਬਹੁਤ ਬਹੁਤ ਧੰਨਵਾਦ ਮੈਮ, ਤੁਸੀਂ ਜਾਣਕਾਰੀ ਦਿੱਤੀ ਇਹਨਾਂ ਹਾਲਾਤਾਂ ਦੇ ਬਾਰੇ ਵਿੱਚ। ਜਿਹੜੇ ਤੁਸੀਂ ਕਹਿੰਦੇ ਨਾ ਸਟੂਡੈਂਟ ਜਿਹਦਾ ਕੰਮ ਕਰਦੇ ਕੈਸ਼ ਤੇ ਵੀ ਬਿਲੀਵ ਕਰਿਓ, ਇਹਨਾਂ ਨੇ ਸਾਡੇ ਬੱਚਿਆਂ ਦਾ ਫਿਊਚਰ ਵੀ ਖਰਾਬ ਕਰਨਾ। ਔਰ ਫਿਰ ਇੰਨੀ ਕਾਪੀ ਕਰਦੇ ਆ ਸਾਡੇ ਬੱਚਿਆਂ ਦੀ, ਹਾਂ ਇਹ ਕੈਨੇਡੀਅਨ ਆ ਤੁਹਾਡੇ ਬੱਚੇ ਕਿਹੜਾ ਇਹ ਹੈ ਉਹ, ਏਦਾਂ ਕੁੜੀਆਂ ਮਿਹਣੇ ਮਾਰਦੀਆਂ, ਏਦਾਂ ਮਤਲਬ ਪੇਰੈਂਟਸ ਨੂੰ ਤਾਂ ਕੁੜੀਆਂ ਨੂੰ ਤਾਂ ਬਿਲਕੁਲ ਵੀ ਨਹੀਂ ਇੱਥੇ ਆਉਣਾ ਚਾਹੀਦਾ। ਕੱਲੀਆਂ ਪਤਾ ਨਹੀਂ ਕੀ ਮੈਂ ਦੱਸ ਨਹੀਂ ਸਕਦੀ ਬਸ। ਜੀ ਮੈਮ, ਹਰ ਜੀ ਉਹੀ ਹੈ ਕਿ ਜਾਂ ਰਾਹ ਪਿਆ ਜਾਣੀ ਹੈ ਜਾਂ ਵਾਹ ਪਿਆ ਜਾਣੀ ਹੈ, ਹਰ ਕਿਸੇ ਦੀ ਆਪਣੀ ਆਪਣੀ ਸਟੋਰੀ ਹੈ। ਕਿਸੇ ਨੂੰ ਕੋਈ ਗਲਤ ਵੇ ਨਾਲ ਟਕਰਿਆ, ਕਿਸੇ ਨੂੰ ਚੰਗੇ ਵੇ ਨਾਲ ਟਕਰਿਆ। ਸੋ ਥੈਂਕ ਯੂ ਸੋ ਮਚ ਮੈਮ। ਜੀ ਇੱਕ ਦਰਸ਼ਕ ਹੋਰ ਜੀ, ਇੱਕ ਚੰਗੇ ਹੋਣਗੇ ਮਗਰ ਇਹ ਜਿਹੜੇ ਚੰਗੇ ਵੀ ਹੁੰਦੇ ਆ ਨਾ, ਜਿਹੜੇ ਉਹ ਆ ਜਾਂਦੇ ਆ ਨਾ ਇੱਥੇ ਧੜੇ ਬਣਾਉਂਦੇ ਆ ਬਹੁਤ ਜ਼ਬਰਦਸਤ। ਜੀ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਮੈਮ। ਗੱਲ ਕਰਨ ਲਈ ਇੱਕ ਦਰਸ਼ਕ ਹੋਰ ਸਾਡੇ ਨਾਲ ਜੁੜ ਗਏ ਨੇ। ਹੈਲੋ ਤਰਨਜੀਤ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਮੈਮ? ਚੱਲ ਰਹੀ ਹੈ ਨਾ ਪ੍ਰੋਗਰਾਮ ਜੀ, ਤੇ ਮੈਂ ਇਹਦੇ ਵਿੱਚ ਬੀਬੀ ਦੀ ਇੱਕ ਗੱਲ ਸੁਣ ਰਹੀ ਸੀਗੀ। ਮੈਨੂੰ ਵੀ ਇਹ ਮਤਲਬ ਅਸੀਂ ਸਾਰੇ ਲੋਕ ਜਿਹੜੇ ਸਟੂਡੈਂਟਸ ਨੇ, ਅਸੀਂ ਸਾਡੇ ਬੱਚੇ ਆ, ਇਹ ਸਾਡੇ ਆਪਣੇ ਨੇ, ਤੇ ਕੋਈ ਐਸੀ ਗੱਲ ਨਹੀਂ ਹੈਗੀ। ਅਲੱਗ-ਅਲੱਗ ਇਹ ਹਾਂਜੀ ਬਿਲਕੁਲ ਹਾਂਜੀ ਮੈਮ ਸੁਣ ਰਹੇ। ਥੋੜੀ ਟੀਵੀ ਦੀ ਆਵਾਜ਼ ਥੋੜਾ ਜਿਹਾ ਘੱਟ ਕਰ ਦਿਓ, ਪਿੱਛੇ ਤੁਹਾਡੀ ਟੀਵੀ ਦੀ ਆਵਾਜ਼ ਆ ਰਹੀ ਹੈ। ਸੌਰੀ ਨੋ ਪ੍ਰੋਬਲਮ ਜੀ। ਸਭ ਨੂੰ ਇਹ ਹੈ ਕਿ ਕਿਸੇ ਨੂੰ ਐਕਸਪੀਰੀਅੰਸ ਚੰਗਾ, ਕਿਸੇ ਨੂੰ ਐਕਸਪੀਰੀਅੰਸ ਮਾੜਾ, ਸੋ ਹਰ ਕੋਈ ਆਪਣੇ ਐਕਸਪੀਰੀਅੰਸ ਸਾਡੇ ਨਾਲ ਸ਼ੇਅਰ ਕਰ ਰਿਹਾ। ਜੀ ਜੀ ਮੈਮ। ਹਾਂਜੀ, ਉਹ ਤਰਨਜੀਤ ਮੈਂ ਦੱਸਣਾ ਚਾਹੁੰਦੀ ਸੀ ਵੀ ਇਵੇਂ ਜਿਵੇਂ ਇੱਕ ਹੈ ਤਾਂ ਸਹੀ, ਉਹ ਜਿਹੜੇ ਪਹਿਲਾਂ ਬੱਚੇ ਆਉਂਦੇ ਜਾਂ ਹੋਰ ਸੀ ਥੋੜਾ ਫਰਕ ਹੈ। ਹੁਣ ਇੰਡੀਆ 'ਚ ਲੋਕ ਅਮੀਰ ਘਰਾਂ ਤੋਂ ਵੀ ਬਹੁਤ ਜ਼ਿਆਦਾ ਬੱਚੇ ਆਉਂਦੇ ਆ, ਚੰਗੇ ਘਰਾਂ ਤੋਂ, ਜਾਂ ਕਹਿ ਲਓ ਵੀ ਕੁਛ ਸਿਸਟਮ ਹੀ ਚੇਂਜ ਹੋ ਗਿਆ ਹੈਗਾ ਉੱਥੇ ਇੰਡੀਆ 'ਚ ਵੀ ਹੁਣ। ਵੀ ਜਿਵੇਂ ਅੱਗੇ ਅਸੀਂ ਲੋਕ ਹਾਰਡ ਵਰਕ ਕਰਦੇ ਸੀ, ਜਾਂ ਸਾਡੇ ਕੋਲ ਮਾਵਾਂ ਬਚਪਨ ਤੋਂ ਹੀ ਸਾਨੂੰ ਕੰਮ ਕਰਾਉਂਦੀਆਂ ਸੀ, ਜਾਂ ਹੋਰ ਉਹਨਾਂ ਸਾਨੂੰ ਦਾਦੀਆਂ, ਹੋਰ ਨਾਨੀਆਂ ਜਾਂ ਕੋਈ ਵੀ ਵੱਡੀਆਂ ਭੈਣਾਂ, ਉਹ ਸਾਨੂੰ ਥੋੜਾ ਸਮਝਾ ਕੇ ਰੱਖਦੀਆਂ ਸੀ, ਜਾਂ ਉਹਨਾਂ ਦਾ ਪ੍ਰਭਾਵ ਹੁੰਦਾ ਸੀ ਸਾਡੇ ਭਰਾਵਾਂ ਦਾ ਤੇ ਚਾਚਾ ਤਾਇਆਂ ਦਾ। ਹੋਰ ਆਓ ਹੁਣ ਜੁਆਇੰਟ ਫੈਮਿਲੀ ਵਾਲਾ ਹੈ ਨਹੀਂ, ਜਾਂ ਸਮਝ ਲਓ ਮਾਵਾਂ ਦਾ ਵੀ ਉਹਨਾਂ ਨੇ, ਮਾਮਾ ਨੌਕਰੀ ਪੇਸ਼ਾ ਨੇ ਪੂਰਾ ਜਾਂ ਧਿਆਨ ਨਹੀਂ ਦਿੰਦਾ ਜਾਂਦਾ ਬੱਚਿਆਂ ਨਾਲ, ਸਾਰਾ ਦਾ ਅਟੈਚ ਨਹੀਂ ਹੋ ਜਾਂਦਾ। ਜੀ ਐਕਚੁਅਲੀ ਇਹ ਹੈ ਕਿ ਉਸ ਸਮੇਂ ਦੇ ਵਿੱਚ ਜਦੋਂ ਅਸੀਂ ਆ ਤੋਂ 5-7 ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਥੋੜੇ ਬੱਚੇ ਵੱਡੇ ਹੋ ਕੇ ਆਉਂਦੇ ਸੀ, 22 25 ਸਾਲਾਂ ਦੇ ਹੋ ਕੇ ਆਉਂਦੇ ਸੀ। ਅੱਜ ਕੱਲ ਕੱਚੀ ਉਮਰੇ ਬੱਚੇ ਆ ਰਹੇ ਨੇ ਸਕੂਲਾਂ ਚੋਂ ਨਿਕਲ ਕੇ ਸਿੱਧਾ ਡਾਇਰੈਕਟ ਵਿਦੇਸ਼ਾਂ ਚ ਆ ਰਹੇ ਆ। ਸੋ ਜੀ ਇਹ ਵੀ ਹੈਗੀ ਹੈ ਗੱਲ, ਪਰ ਨਹੀਂ ਅਸੀਂ ਤਾਂ ਛੋਟੇ 7ਵੀਂ 8ਵੀਂ ਤੋਂ ਸਾਨੂੰ ਤਾਂ ਮਾਮਾ ਨੇ ਕਹਿਣਾ ਰੋਟੀ ਸਿੱਖੋ, ਆਟਾ ਗੁੰਨਣਾ ਸਿੱਖੋ, ਕੋਈ ਚਾਹ ਬਣਾਉਣੀ ਸਿੱਖੋ, ਕੱਚੀ ਬਣਾਓ ਪੱਕੀ ਬਣਾਓ, ਜਿੱਦਾਂ ਕਰੋ। ਇਹ ਹੁਣ ਜਿਹੜੇ ਬੱਚੇ ਨੇ ਇਹ ਬਹੁਤ ਲਾਡ ਥੋੜੇ ਪਾਕੇ ਆਏ ਹੋਏ ਨੇ, ਚੰਗੇ ਮਾਹੌਲ ਚ ਸਾਡੇ ਨਾਲੋਂ ਬੈਟਰ ਚ ਆਏ ਹੋਏ ਨੇ। ਉਦੋਂ ਸਾਰਾ ਕੰਮ ਹੱਥੀ ਸੀ, ਨਲਕੇ ਗੇੜਨੇ, ਉਹ ਕਰਨਾ, ਕੁਤਰੇ ਕਰਨੇ, ਧਾਰਾਂ ਚੋਣੀਆਂ, ਡੰਗਰਾਂ ਦੇ ਪੱਠੇ ਪਾਓ, ਆਹ ਕਰੋ। ਮਾਮਾ ਕਹਿੰਦੇ ਸੀ ਸਵੇਰੇ ਕੰਮ ਕਰਕੇ ਜੇ ਤੁਸੀਂ ਜਾਣਾ ਸਕੂਲ ਤੇ ਚਲੇ ਜਾਓ, ਨਹੀਂ ਨਿਕਾਲ ਚਲਾਉਣ ਦਾ ਤਾਂ ਹੁਣ ਕਹਿਣਾ ਜੇ ਇੱਕ ਵਾਰੀ ਵੀ ਫੇਲ ਹੋ ਗਏ ਉਸੇ ਦਿਨ ਸਕੂਲੋਂ ਕਾਲਜੋਂ ਤੁਹਾਨੂੰ ਹਟਾ ਲੈਣਾ। ਏਦਾਂ ਦੀ ਡਰ ਹੁੰਦਾ ਸੀ, ਮਾਪਿਆਂ ਦੇ 4 ਪੈਸੇ ਜੋ ਖਰਚਦੇ ਸੀ ਅਸੀਂ ਡਰ ਕੇ ਰਹਿੰਦੇ ਸੀ। ਹੁਣ ਇਹ ਬੱਚੇ ਨਹੀਂ ਹੈਗੇ, ਬਹੁਤ ਫਰਕ ਆ। ਐਵੇਂ ਜਿਵੇਂ ਮੈਂ ਵੀ ਏਦਾਂ ਇੱਕ ਜਾਣ ਪਛਾਣ ਵਾਲੇ ਸੀ ਕਿ ਉਹ ਕੁੜੀ ਵਰਕ ਦੀ ਲੋੜ ਸੀ, ਚਲੋ ਉਹਨਾਂ ਨੂੰ ਘਰੇ ਰਖਵਾ ਦਿੱਤਾ ਹਨਾ, ਵੀ ਉਹ ਕੰਮ ਉਹਨੇ ਕੋਈ ਚਾਈਲਡ ਦਾ ਹੀ ਕੀਤਾ ਹੈ ਸੀ ਥੋੜਾ ਜਿਹਾ ਸੰਭਾਲਣ ਦਾ। ਉਹ ਕੁੜੀ ਥੋੜਾ ਜਿਹਾ ਕੰਮ ਕਰਿਆ ਕਰੇ, ਬਹਿ ਜਾ ਕਰੇ ਸੋਫੇ ਤੇ, ਟੀਵੀ ਦੇਖਣ ਲੱਗ ਜਾ ਕਰੇ, ਫੋਨ ਚੱਕ ਲਿਆ ਕਰੇ, ਫੋਨ ਕਰੀ ਜਾਇਆ ਕਰੇ, ਘਰੇ ਫੋਨ ਆਪਣੇ ਜੋ ਵੀ ਜਿਹਨੂੰ ਪਤਾ ਨਹੀਂ, ਜਿੱਥੇ ਇੱਥੇ ਕਿਤੇ ਨਾਲ ਰਹਿੰਦੀ ਹੋਣੀ ਆ ਕਿਤੇ ਹੋਰ। ਮੈਂ ਕਹਿੰਦੀ ਆ ਵੀ ਦੇਖ ਕੇ ਖੂਨ ਜਲਦਾ ਸੀ ਵੀ ਨਾ ਤਾਂ ਉਹਨੂੰ ਉਹ ਕਹਿੰਦੀ ਵੀ ਮੈਂ ਕੁਛ ਕਹਿ ਸਕਦੀ ਇਹਨੂੰ,
ਬਈ ਥੋੜਾ ਜਿਹਾ ਕੰਮ ਕਰਿਆ, ਉੱਠ ਕੇ ਫੇਰ ਆ ਕੇ ਉਹ ਕਰਕੇ ਵੀ ਉਹ ਤੇ ਜਦ ਇੱਕ ਦਿਨ ਸਮਝਾਤਾ ਵੀ ਬੀਬਾ ਪੁੱਤ ਤੂੰ ਕੰਮ ਕਰਨੇ ਆ ਤੂੰ ਕਰ ਲਾ ਹਨਾ। ਤੇ ਉਸ ਤੋਂ ਬਾਅਦ ਉਹ ਕਹਿੰਦੀ ਹੋ ਗਿਆ। ਜੇ ਉਹਦੀ ਇੱਕ ਵੱਡੀ ਮਦਰ ਸੀ ਘਰੇ, ਉਹਨੇ ਕਹਿਣਾ ਕੁੜੇ ਵਿਆਹ ਕਰਨ ਵਾਲਾ ਕਰ ਲਾ ਬੇਟਾ, ਉਹਦਾ ਨਾਮ ਲਿਖ। ਐਕਚੁਅਲੀ ਅੱਜ ਕੱਲ ਬੱਚਿਆਂ ਨੂੰ ਤੁਸੀਂ ਨਹੀਂ ਮੈਨੂੰ ਕੁਝ ਕਹਿ ਸਕਦੇ, ਮੈਨੂੰ ਉਹੀ ਕਹਿ ਸਕਦੇ ਜਿਨ੍ਹਾਂ ਨੇ ਮੈਨੂੰ ਰੱਖਿਆ। ਜੀ ਬਿਲਕੁਲ ਬਿਲਕੁਲ ਮੈਂ ਵੀ ਤੇਰਾ ਮਾਮਾ ਵਰਗੀ ਕਹਿ ਲਓ, ਬਿਲਕੁਲ ਮੈਂ ਬੜੀ ਆ ਵੀ ਮੈਂ ਤਾਂ ਕਿ ਉਹ ਕੁੜੀ ਨੇ ਹੀਲਾ ਕਰਾਈਆਂ ਸੀ ਉਹਨਾਂ ਦੇ ਨੱਕ 'ਚ ਜੀਭ। ਹੁਣ ਤਾਂ ਉਹ ਬਿਲਕੁਲ ਜੀ, ਥੈਂਕ ਯੂ ਸੋ ਮਚ ਮੈਮ, ਤੁਸੀਂ ਆਪਣੇ ਵਿਚਾਰ ਰੱਖੇ, ਥੈਂਕ ਯੂ ਸੋ ਮਚ। ਇੱਕ ਦਰਸ਼ਕ ਹੋਰ ਜੁੜ ਰਹੇ ਨੇ ਸਾਡੇ ਨਾਲ, ਥੈਂਕ ਯੂ ਜੀ। ਅੱਜ ਇੱਕ ਮੇਰੀ ਬੇਟੀ ਨੇ ਮੈਨੂੰ ਇੱਕ ਵੀਡੀਓ ਦਿਖਾਈ, ਵਾਇਰਲ ਹੋਈ ਕਿਸੇ ਮੁੰਡੇ ਦਾ ਗੀਤ ਗਾਇਆ ਹੋਇਆ ਆਪਣੇ ਦਾ ਸਟੂਡੈਂਟ ਦਾ। ਉਹ ਕਹਿੰਦਾ ਵੀ ਤੁਸੀਂ ਤਾਂ ਫੁੱਦੂ ਉੱਲੂ ਦੇ ਪੱਠੇ, ਤੁਸੀਂ ਤਾਂ ਇੱਥੇ ਲੈਨੇ ਹੋ ਆਹ। ਮੈਮ ਹਰ ਤਰ੍ਹਾਂ ਦੇ ਹੁੰਦੇ ਆ, ਕੋਈ ਚੰਗੇ ਕੋਈ ਮਾੜੇ, ਸੋ ਮਾੜਿਆਂ ਦੇ ਮਗਰ ਲੱਗ ਕੇ ਚੰਗਿਆਂ ਨੂੰ ਵੀ ਬਦਨਾਮ ਨਹੀਂ ਕਰ ਸਕਦੇ ਜੀ। ਮੈਂ ਕਹਿੰਦੀ ਉਹ ਕਹਿੰਦਾ ਵੀ ਤੁਸੀਂ ਤਾਂ ਟਰੂਡੋ ਤੋਂ ਪੈਸੇ ਮੰਗ ਨਿਆਣਿਆਂ ਦੇ ਖਾਣੇ ਹੋ, ਅਸੀਂ ਤਾਂ ਉੱਥੋਂ ਆਏ ਕਰਕੇ ਆਏ ਹਾਂ, ਉੱਥੋਂ ਆਏ ਆ। ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ ਜੀ ਕਾਲ ਕਰਨ ਲਈ, ਥੈਂਕ ਯੂ ਸੋ ਮਚ ਮੈਮ। ਤੇ ਦਰਸ਼ਕ ਸਾਡੇ ਵਿੱਚ ਦੀ ਕੁਝ ਦਰਸ਼ਕ ਸਾਨੂੰ ਕਾਲ ਕਰ ਰਹੇ ਸੀ, ਮੈਂ ਮਾਫੀ ਚਾਹਾਂਗੀ ਕਿ ਤੁਹਾਡੀ ਕਾਲ ਅਸੀਂ ਅਟੈਂਡ ਨਹੀਂ ਕਰ ਪਾਏ, ਸੋ ਸਾਰਿਆਂ ਦੇ ਵਿਚਾਰ ਜਾਣਨੇ ਜ਼ਰੂਰੀ ਨੇ। ਸੋ ਤੁਸੀਂ ਦੁਬਾਰਾ ਸਾਨੂੰ ਕਾਲ ਕਰ ਸਕਦੇ ਹੋ। ਨਾਜ ਜੀ, ਕੀ ਕਹਿਣਾ ਚਾਹੋਗੇ ਇਸ ਵਕਤ ਜੋ ਮੈਮ ਨੇ ਆਪਣੇ ਤਜਰਬੇ ਸਾਂਝੇ ਕੀਤੇ ਨੇ? ਤਰਨ, ਮੈਂ ਇਹੀ ਗੱਲ ਕਰਦਾ ਕਿ ਪਹਿਲਾਂ ਮੈਂ ਹੁਣ ਤੋਂ 5-7 ਮਿੰਟ ਪਹਿਲਾਂ ਕਹਿ ਕੇ ਹਟਿਆ ਸੀ ਕਿ ਇਹ ਐਡਾ ਵੱਡਾ ਵਿਸ਼ਾ, ਇਹ ਤੇ ਕਈ ਦਿਨ ਗੱਲ ਹੋ ਸਕਦੀ ਹੈ। ਜਿਹੜੇ ਸਟੂਡੈਂਟਸ ਹੈ ਇਸ ਕੰਟਰੀ 'ਚ, ਸਟੂਡੈਂਟਸ ਇਹ ਨਵੇਂ ਨਹੀਂ ਆਉਣ ਲੱਗੇ, ਬਹੁਤ ਦੇਰ ਤੋਂ ਆਉਂਦੇ ਆ ਸਟੂਡੈਂਟਸ। ਹੁਣ ਤੋਂ 40 ਸਾਲ 50 ਸਾਲ 100 ਸਾਲ ਪਹਿਲਾਂ ਵੀ ਸਟੂਡੈਂਟਸ ਆਉਂਦੇ ਸੀਗੇ। ਉਹ ਸਟੂਡੈਂਟਸ ਦਾ ਫਰਕ ਸੀਗਾ, ਇੱਕ ਤਾਂ ਮੈਚੁਰ ਆਉਂਦੇ ਸੀਗੇ, ਉਹ ਪੜ੍ਹਨ ਹੋਈ ਆਉਂਦੇ ਸੀਗੇ ਔਰ ਬੜੀ ਮਿਹਨਤ ਕਰਕੇ ਉਹ ਇੱਥੇ ਪੜ੍ਹਾਈ ਕਰਦੇ ਸੀ, ਇੱਥੋਂ ਦੇ ਜੌਬਸ ਕਰਦੇ ਹੁੰਦੇ ਸੀ। ਉਹਨਾਂ ਦਾ ਮਕਸਦ ਪੜ੍ਹਾਈ ਸੀਗਾ। ਉਹ ਲਿਮਟਿਡ ਸੋਰਸਿਸ ਦੇ ਵਿੱਚ ਆਉਂਦੇ ਸੀਗੇ। ਪਿੱਛੇ ਵੀ ਉਦੋਂ ਇੰਨੇ ਪੈਸੇ ਨਹੀਂ ਸੀ ਹੁੰਦੇ, ਇੱਥੇ ਵੀ ਉਦੋਂ ਇੰਨੇ ਪੈਸੇ ਨਹੀਂ ਸੀ ਹੁੰਦੇ। ਹੁਣ ਜਿਹੜੇ ਸਟੂਡੈਂਟਸ ਆ ਰਹੇ ਨੇ, ਸਾਰਿਆਂ ਦੀ ਗੱਲ ਨਹੀਂ ਕਰਦਾ, ਬਹੁਤ ਵੱਡੀ ਜਿਹੜੀ ਗਿਣਤੀ ਆ ਘਰੋਂ ਤਕੜਿਆਂ ਘਰਾਂ ਦੇ ਆ ਰਹੇ। ਪਹਿਲੀ ਗੱਲ ਤਾਂ ਆਮ ਬੰਦਾ ਇੱਥੇ ਆਉਣਾ ਅਫੋਰਡ ਹੀ ਨਹੀਂ ਕਰਦਾ, ਉਹਨੂੰ ਇੰਨੇ ਪੈਸੇ ਲੱਗਣੇ ਆ, ਰਹਿਣ ਦੇ ਜਿਹੜੀ ਫੀਸਾਂ ਦੇਣੀਆਂ ਨੇ, ਰਿਹਾਇਸ਼ ਦੇ ਪੈਸੇ ਦੇਣੇ ਆ, ਜੋ ਕੁਝ ਕਰਨਾ, ਇਟਸ ਨਾਟ ਈਜ਼ੀ। ਹਰ ਕੋਈ ਨਹੀਂ ਆ ਸਕਦਾ। ਜਿਹੜਾ ਆ ਰਿਹਾ ਜਾਂ ਤਾਂ ਉਹ ਆਪਦੀ ਜ਼ਮੀਨ ਵਿੱਚ ਵੱਟ ਕੇ ਆ ਰਿਹਾ, ਜਾਂ ਕਿਸੇ ਕੋਲੋਂ ਲੋੜੋਂ ਵੱਧ ਪੈਸੇ ਹੈਗੇ ਉਹ ਇੱਥੇ ਆ ਰਿਹਾ। ਜਿਹੜਾ ਅਜਿਹੇ ਢੰਗ ਦੇ ਵਿੱਚ ਆ ਰਿਹਾ, ਉਹ ਆ ਕੇ ਉਹਦੇ ਚੋਂ ਵੱਡੀ ਪਰਸੈਂਟੇਜ ਵਿਗੜੀ ਹੋਈ ਆ। ਸੌਰੀ ਟੂ ਸੇ ਦਿਸ ਥਿੰਗ। ਉਹਨਾਂ ਲੋਕਾਂ ਦੀ ਵਾਇਰਲ ਹੋ ਰਹੀਆਂ ਨੇ, ਉਹਨਾਂ ਦਾ ਸਾਰਾ ਕੁਝ ਆ ਤੁਹਾਡੇ ਵਿਚਾਰ ਜਾਣਾਂਗੇ ਜ਼ਰੂਰੀ। ਕਾਲ ਆ ਗਈ ਹੈ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਉਹਨਾਂ ਤੇ ਗੱਲਾਂ ਕਰਦਾ ਜੀ, ਇਹ ਸੰਸਾਰ ਆ ਜੀ। ਜੀ ਸਰ, ਬੋਲ ਕਿੱਥੋਂ ਰਹੇ ਹੋ, ਦੱਸੋਗੇ ਜ਼ਰਾ? ਮੈਂ ਸਹੀ ਤੋਂ ਬੋਲ ਰਿਹਾ ਜੀ। ਜੀ ਅਵਤਾਰ ਸਿੰਘ ਮੇਰਾ ਨਾਮ ਆ ਜੀ। ਅਵਤਾਰ ਜੀ, ਰੱਖੋ ਵਿਚਾਰ। ਇਹ ਲੋਕ ਆ ਨਾ ਜਿਹੜੇ ਸ਼ੁਰੂ ਤੋਂ ਹੀ ਹੋਇਆ ਸਾਡੇ ਸਮਾਜ ਨਾਲ, ਸਾਡੇ ਇਹ ਸਿਲਸਿਲਾ ਪਹਿਲੋਂ ਤੋਂ ਹੋਇਆ। ਸਾਡੇ ਵਿੱਚ ਮਹਾਰਾਜ ਨੀਸੋ ਟਾਈਮ ਤੇ ਵੀ ਸਾਡੇ ਡੋਗਰੇ ਉਹੀ ਸਾਡਾ ਰਾਜ ਖਤਮ ਕੀਤਾ ਸੀ। ਜੀ ਜੀ ਸਰ, ਆਪਣੇ ਵਿਚਾਰ ਰੱਖੋ, ਸੁਣ ਰਿਹਾ ਜੀ। ਜੀ ਤੁਹਾਡੇ ਵਿਚਾਰ ਸੁਣ ਰਹੇ ਹਾਂ ਜੀ, ਰੱਖੋ ਵਿਚਾਰ ਆਪਣੇ, ਬੋਲੋ ਕੀ ਕਹਿ ਰਹੇ ਹੋ। ਮਤਲਬ ਮਹਾਰਾਜ ਨੀਸੋ ਟਾਈਮ ਤੇ ਡੋਗਰੇ ਪਹਿਲਾਂ ਸਾਡਾ ਰਾਜ ਖਤਮ ਕੀਤਾ ਹੈ, ਪਰ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਤੇ ਗੁਰੂ ਨਾਨਕ ਦੇਵ ਜੀ ਦੀ ਆਸ਼ੀਰਵਾਦ ਆ, ਉਜਲ ਜਾਓ। ਅਸੀਂ ਅੱਜ ਇੰਨੇ ਉਜੜੇ ਆ ਵੀ ਸੂਰੇ ਸੰਸਾਰ ਵਿੱਚ ਆ। ਇਹ ਲੋਕੀਆਂ ਗੱਲਾਂ ਕਰਦੇ ਆ, ਮਤਲਬ ਮਾਂ ਭਾਗੀਆਂ ਗੱਲਾਂ ਕਰਦੇ ਆ। ਗੱਲੀ ਅਸੀਂ ਚੰਗੀਆਂ ਆ ਚਾਰੀ ਬੁੜੀਆਂ ਮਾਂ ਕੋ ਸਿੱਧਾ ਕਾਰੀਆਂ ਬਾਹਰ ਦਿੱਤੀਆਂ। ਇਹ ਸੰਸਾਰ ਆ। ਇਹਨਾਂ ਲੋਕਾਂ ਨੇ ਆਪਣੇ ਲੋਕਾਂ ਨੂੰ ਮਾਰਨ ਵਾਸਤੇ ਇਹ ਗੱਲਾਂ ਕਰਦੇ। ਗੱਲ ਕੋਈ ਕਿੰਨੀ ਲੰਮੀ ਜੋੜੀ ਨਹੀਂ ਜਿੰਨੀ ਆ ਭਾ ਕੇ ਕਰਦੇ ਆ। ਜੀ ਜੀ, ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਆਪਣੇ ਜੀ ਬਹੁਤ ਬਹੁਤ ਧੰਨਵਾਦ ਵਿਚਾਰ ਰੱਖਣ ਲਈ। ਤੇ ਹਰ ਕਿਸੇ ਨੇ ਆਪਣੇ ਐਕਸਪੀਰੀਅੰਸ ਸ਼ੇਅਰ ਕੀਤੇ ਆ। ਕਿਸੇ ਲਈ ਐਕਸਪੀਰੀਅੰਸ ਚੰਗਾ ਰਿਹਾ, ਕਿਸੇ ਲਈ ਮਾੜਾ ਰਿਹਾ। ਸੋ ਅਸੀਂ ਇਹ ਨਹੀਂ ਕਹਿੰਦੇ ਕਿ ਸਾਰੇ ਹੀ ਮਾੜੇ ਹੋ ਸਕਦੇ, ਅਸੀਂ ਇਹ ਨਹੀਂ ਕਹਿ ਰਹੇ ਕਿ ਸਾਰੇ ਮਾੜਿਆਂ ਕਰਕੇ ਸਾਰੇ ਚੰਗੇ ਵੀ ਮਾੜੇ ਹੋਣਗੇ। ਸੋ ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਸਰ? ਮੈਂ ਕੈਲੀਫੋਰਨੀਆ ਤੋਂ ਬੋਲ ਰਿਹਾ ਸੈਕਰਾਮੈਂਟੋ ਤੋਂ। ਹਾਂਜੀ ਸਰ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ। ਹਾਂਜੀ ਦੱਸੋ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਮੈਂ ਹੁਣੇ ਗੱਲ ਤੁਹਾਡਾ ਟੀਵੀ ਦਾ ਸ਼ੋਅ ਦੇਖਦਾ ਸੀਗਾ ਤੇ ਆਂਟੀ ਨੇ ਗੱਲ ਕੀਤੀ ਸੀ ਮੌਂਟਰੀਆਲ ਤੋਂ ਜੌਬ ਬਾਰੇ। ਜੀ ਆਂਟੀ ਥੋੜੀ ਜਿਹੀ ਰੌਂਗ ਸੀਗੀ ਕਿਉਂਕਿ ਮੇਰੀ ਵੀ ਸਿਸਟਰ ਇੱਥੇ ਰਹਿੰਦੀ ਹੈ, ਕੰਮ ਤੇ ਵੀ ਕਰਦੀ ਆ, ਅਸੀਂ ਵੀ ਵੀਸਾ ਪੇ ਕਰਦੇ ਹਾਂ। ਮੈਂ ਵੀ ਇੱਥੇ ਬਾਰਡਰ ਟੱਪ ਕੇ ਆਇਆ ਸੀਗਾ US ਦਾ। ਪਰ ਜਿਹੜਾ US ਦੇ ਵਿੱਚ ਜਿੱਦਾਂ ਅਸੀਂ ਪੰਜਾਬੀ ਇੱਥੇ ਰਹਿੰਦੇ ਆ, ਉਹਦਾ ਕੈਨੇਡਾ ਚ ਜਾਂਦੇ। ਮੈਂ ਕਾਫੀ ਵਾਰ ਆਇਆ ਮੈਂ। ਇੱਕ ਸਟੂਡੈਂਟ ਜਿਹੜੇ ਆ ਉਹ ਸਿਟੀਜ਼ਨ ਤੋਂ ਜੈਲਸ ਕਰਦੇ ਆ ਤੇ ਜਿਹੜੇ ਸਿਟੀਜ਼ਨ ਆ ਉਹ ਸਟੂਡੈਂਟ ਨੂੰ ਗਾਲਾਂ ਕੱਢਦੇ ਆ। ਪਰ ਸਰ ਇਹ ਜੈਲਸ ਕਰਦੇ ਕਿਉਂ ਨੇ? ਹਰ ਕੋਈ ਆਪਣਾ ਕਮਾਉਂਦਾ, ਆਪਣਾ ਖਾਂਦਾ, ਜੈਲਸ ਆਉਂਦੀ ਕਿਉਂ ਹੈ? ਇਹ ਗੱਲ
ਪਤਾ ਨਹੀਂ ਕੀ ਚੱਕਰ ਹੈ। ਹੁਣ ਤੁਸੀਂ ਯੂਐਸਏ ਆਓ, ਕਿਤੇ ਸਾਡੇ ਇੱਥੇ ਆਪਣੇ ਪੰਜਾਬੀ ਲੋਕ ਰਹਿੰਦੇ, ਕਿਸੇ ਨਾਲ ਕੁਛ ਨਹੀਂ ਹੈਗਾ। ਕੋਈ ਕਿਤੇ ਕੰਮ ਕਰਦਾ, ਕੋਈ ਕਿਸੇ, ਸਾਰਿਆਂ ਨੂੰ ਜ਼ਿਆਦਾ ਕੈਸ਼ ਪੈਸ ਜਿਹੜੇ ਯੂਐਸ ਦੇ ਵਿੱਚ ਸਾਡੇ ਇੱਥੇ 16 ਦੇ ਮੁੰਡੇ ਕੰਮ ਕਰਦੇ, ਕੈਸ਼ ਤੇ ਕੰਮ ਕਰਦੇ, ਟਰੱਕਾਂ ਤੇ ਵੀ ਕੈਸ਼ ਤੇ ਕੰਮ ਕਰਦੇ, ਕੋਈ ਪ੍ਰੋਬਲਮ ਨਹੀਂ ਕਿਸੇ ਨੂੰ। ਆਈ ਨੋ ਪਰ ਕੈਨੇਡਾ ਦੇ ਵਿੱਚ ਸਾਡੇ ਪੰਜਾਬੀਆਂ ਨੂੰ ਸਾਡੇ ਕੋਈ ਪ੍ਰੋਬਲਮ, ਆਂਟੀਆਂ ਨੂੰ ਸਟੂਡੈਂਟ ਤੋਂ ਪ੍ਰੋਬਲਮ, ਆਂਟੀਆਂ ਕਹਿੰਦੀਆਂ ਸਟੂਡੈਂਟ ਏਦਾਂ ਹੈ ਜੋ ਪਤਾ ਨਹੀਂ ਕੀ ਚੱਕਰ ਆ। ਮੈਂ ਮਾਲਟਾ ਰਹਿੰਦਾ ਹੁੰਦਾ ਸੀ, ਮੈਂ ਮਾਲਟਾ ਨੂੰ ਆਉਣਾ ਹੁੰਦਾ, ਮੇਰੀ ਸਿਸਟਰ ਰਹਿੰਦੀ ਆ ਉੱਥੇ, ਪਤਾ ਨਹੀਂ ਜੇ ਕੋਈ ਆਪਣਾ ਪੰਜਾਬੀ ਕੋਈ ਪੰਜਾਬੀ ਨੂੰ ਮੈਂ ਉਹਨੂੰ ਬੁਲਾਉਂਦੇ ਨਹੀਂ ਹੈਗੇ, ਕਿਤੇ ਖੜੇ ਵੀ ਹੋਈ ਉੱਥੇ ਬੁਲਾਉਂਦੇ ਨਹੀਂ ਆਏ, ਉਹਨੂੰ ਪਤਾ ਨਹੀਂ ਕਾਹ ਤੋਂ ਕੀ ਚੱਕਰ ਆ, ਕੀ ਕਿਸੇ ਨੇ ਲੈਣਾ ਕਿਸੇ ਤੋਂ। ਐਨਵੇ ਸਰ, ਤੁਸੀਂ ਕੈਲੀਫੋਰਨੀਆ ਤੋਂ ਹੈਗੇ ਹੋ, ਸਾਨੂੰ ਇਹ ਜ਼ਰੂਰ ਦੱਸਿਓ ਫਿਲਹਾਲ ਉੱਥੇ ਹਾਲਾਤ ਕਿਵੇਂ ਦੇ ਹੈਗੇ ਨੇ ਕੋਵਿਡ ਦੇ ਕਰਕੇ ਜੋ ਮਹਾਮਾਰੀ ਫੈਲੀ ਹੋਈ ਹੈ, ਸੋ ਕਿਵੇਂ ਦਾ ਇਸ ਵਕਤ ਤੁਹਾਡੇ ਇੱਥੇ ਸਿਚੁਏਸ਼ਨ ਹੈ? ਜੀ ਸ਼ਾਇਦ ਲੱਗਦਾ ਸਾਡਾ ਫੋਨ ਡਿਸਕਨੈਕਟ ਹੋ ਗਿਆ ਜੀ। ਨਾਜ ਜੀ ਕੀ ਕਹਿਣਾ ਚਾਹੋਗੇ, ਕਿਉਂਕਿ ਟੌਪਿਕ ਤੋਂ ਥੋੜਾ ਹਟ ਗਏ ਹਾਂ ਅਸੀਂ, ਟੌਪਿਕ ਸਾਡਾ ਕੁਝ ਹੋਰ ਚੱਲ ਰਿਹਾ ਸੀ। ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕੌਣ? I'm calling from Edmonton। ਹਾਂਜੀ, ਵੈਲਕਮ ਟੂ ਦਾ ਪ੍ਰੋਗਰਾਮ ਜੀ, ਦੱਸੋ ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਮੈਂ ਤੁਹਾਡਾ ਪ੍ਰੋਗਰਾਮ ਸੁਣ ਰਹੀ ਸੀ, ਬੜਾ ਟੌਪਿਕ ਚੱਲ ਰਿਹਾ ਸੀ ਸਟੂਡੈਂਟਸ ਦਾ, ਰਾਈਟ ਜੀ ਐਕਚੁਅਲੀ ਸਾਡਾ ਟੌਪਿਕ ਕੁਝ ਹੋਰ ਸੀ, ਟੌਪਿਕ ਪਹੁੰਚ ਕਿਤੇ ਹੋਰ ਗਿਆ। ਹਾਂਜੀ, ਦੱਸੋ ਜ਼ਰੂਰ ਆਪਣੇ ਵਿਚਾਰ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਕਰਨ ਕੌਰ। ਹਾਂਜੀ ਬਿਲਕੁਲ ਜੀ। ਠੀਕ ਹੈ ਜੀ। ਹਾਂਜੀ, ਮੈਂ ਨਾ ਸੁਣ ਰਹੀ ਸੀ, ਮੈਨੂੰ ਬੜਾ ਅੱਛਾ ਲੱਗ ਰਿਹਾ ਸੀ ਪ੍ਰੋਗਰਾਮ। ਜਿਹੜੇ ਸਟੂਡੈਂਟਸ ਵੀ ਹੈਗੇ, ਚਾਹੇ ਇੰਟਰਨੈਸ਼ਨਲ ਸਟੂਡੈਂਟ ਆ, ਚਾਹੇ PR ਆ, ਚਾਹੇ ਕੁਛ ਆ, ਵੀ ਆਲ ਆਰ ਇੰਡੀਅਨ, ਵੀ ਆਲ ਆਰ ਕੈਨੇਡੀਅਨ, ਵਿਲ ਬੀ came in Canada, of course ਸੋ ਦਾ ਪ੍ਰੋਬਲਮ ਇਹ ਥੋੜੀ ਜਿਹੀ ਜ਼ਰੂਰਤ ਹੈਗੀ ਆ। ਬੱਚੇ ਮੈਂ ਵੀ 2-3 ਨਾਲ ਸਟੂਡੈਂਟ ਰੱਖੇ ਹੈਗੇ ਆ, ਬੜਾ ਸਮਝਾਉਂਦੇ ਹੈਗੇ ਆ, ਪਰ ਇਹ ਬੱਚੇ ਜਿਹੜੇ ਹੈਗੇ ਆ, ਇਹਨਾਂ ਦਾ ਕਸੂਰ ਨਹੀਂ, ਪਿੱਛੋਂ ਸਾਡੀ ਜਿਹੜੀ ਪੇਰੈਂਟਸ ਹੈਗੇ ਆ, ਉਹਨਾਂ ਨੇ ਸਿਖਾਈ ਇਹ ਚੀਜ਼ਾਂ ਨਹੀਂ ਹੈਗੀਆਂ। ਸੁੱਤੇ ਉੱਠਦਿਆਂ ਨੂੰ ਮੂੰਹ ਨੂੰ ਦੁੱਧ ਦਾ ਗਲਾਸ ਲਾਤਾ, ਚਲੋ ਜੀ ਜਾਓ ਜੀ ਕੰਮਾਂ ਤੇ, ਸਕੂਲ ਚਲੇ ਜਾਓ, ਆ ਜਾਓ ਜੀ। ਇਸ ਤੋਂ ਬਾਅਦ ਕੈਨੇਡਾ ਭੇਜ ਦਿੱਤੇ। ਕੈਨੇਡਾ ਉਹਨਾਂ ਨੇ ਇਹ ਸੋਚ ਕੇ ਭੇਜਤੇ ਕਿ ਚਲੋ ਜੀ ਡਾਲਰ ਆਉਣੇ ਸ਼ੁਰੂ ਹੋ ਗਏ। ਹੁਣ ਮੈਂ ਇੱਥੇ ਰਹਿੰਦੀ ਹੈਗੀ ਆ ਜੀ, ਮੈਂ ਤੁਹਾਨੂੰ ਸੱਚ ਦੱਸਾਂ, ਮੈਂ ਇੰਨੀ ਤੰਗ ਹੈਗੀ ਆ। ਮੈਂ ਬਹੁਤ ਪਿਆਰ ਕਰਦੀ ਆ ਛੋਟੇ ਇਹਨਾਂ ਬੱਚਿਆਂ ਨੂੰ, ਬੜਾ ਖੁਸ਼ੀ ਹੁੰਦੀ ਹੈ ਜਦੋਂ ਇਹ ਆਉਂਦੇ ਆ ਕਿ ਚਲੋ ਬੱਚੇ ਟਾਈਮ ਸਿਰ ਆ ਗਏ, ਆਪਣਾ ਕਰੀਅਰ ਬਣਾ ਲੈਣਗੇ। ਚਲੋ ਸਾਡੇ ਅੱਗੇ ਬਹੁਤ ਲੇਟ ਆਏ, ਰਾਈਟ, ਸਟਰਗਲ ਕੀਤਾ, ਸਾਰੇ ਨਹੀਂ ਕੀਤਾ। ਇਹ ਬੱਚਿਆਂ ਦੀ ਇੱਕ ਪ੍ਰੋਬਲਮ ਹੈ, ਤੁਹਾਨੂੰ ਸੱਚ ਦੱਸਾਂ ਭੈਣ ਜੀ, ਇੰਨੀ ਲਿਟਰਿੰਗ ਇਹ ਬੱਚੇ ਕਰਦੇ ਹੈਗੇ ਆ ਨਾ। ਤੁਸੀਂ ਟਿਮ ਹਾਰਟਰਾਂ ਦੇ ਕੱਪ ਇਹਨਾਂ ਨੇ ਕਾਰਾਂ ਦੇ ਨਾਲ ਹੀ ਟਾਇਰਾਂ ਦੇ ਸੁੱਟ ਕੇ ਆ ਜਾਣੇ। ਜਿੱਥੇ ਮੈਂ ਐਡਮਿੰਟਨ ਰਹਿੰਦੀ ਆ, ਅਪਾਰਟਮੈਂਟ 'ਚ ਰਹਿੰਦੀ ਆ, ਤੁਸੀਂ ਬਿਲੀਵ ਕਰੋਗੇ ਕਰਬ ਭਰੀ ਰਹਿੰਦੀ ਆ ਇਹਨਾਂ ਦੇ। ਇਹਨਾਂ ਨੇ ਮੈਕਡੋਨਲਡ ਲਿਆਂਦਾ, ਇਹਨਾਂ ਨੇ ਬੈਗ ਸੁੱਟਿਆ, ਉੱਥੇ ਹੀ ਮੈਕਡੋਨਲਡ ਦਾ, ਟਿਮ ਹਾਰਟਨ ਦਾ ਸੁੱਟ ਕੇ ਕਰਬ ਦੇ ਨਾਲ ਹੀ ਆ ਜਾਂਦੇ ਆ ਟਾਇਰਾਂ ਤੇ। ਇੰਨਾ ਬੁਰਾ ਲੱਗਦਾ ਵਾ। ਡੋਂਟ ਮੇਕ ਇਟ ਇੰਡੀਆ, ਰਾਈਟ? ਇਹ ਕੈਨੇਡਾ ਕਮ ਸੇ ਕਮ ਇੰਨੀ ਸੋਚੀ ਹੋ ਜਾਣੀ ਚਾਹੀਦੀ ਆ ਕਿ ਆਲਾ ਦੁਆਲਾ ਸਾਫ ਸੁਥਰਾ ਦੇਖੀਏ ਕਿ ਜਦੋਂ ਆਪਾਂ ਸੁੱਟਣ ਲੱਗਦੇ ਆ ਵੀ ਇੱਥੇ ਕੁਝ ਹੈ ਹੀ ਨਹੀਂ। ਮੈਂ ਬਿਲਕੁਲ ਕਈ ਵਾਰ ਮੈਂ ਉਹਨਾਂ ਨੂੰ ਰੋਕ ਕੇ ਵੀ ਕਿਹਾ, ਪਲੀਜ਼ ਪਲੀਜ਼ move your ignore mine, okay, ignore mine as a good citizen, as a good मतलब के भी होने के नाते भी our responsibility है कि बिल्कुल जी, बिल्कुल मैम, बिल्कुल जी। थैंक यू सो मच मैम, ਤੁਸੀਂ ਆਪਣੇ ਵਿਚਾਰ ਰੱਖਿਆ। ਇੱਕ ਕਾਲਰ ਸਾਡੇ ਨਾਲ ਹੋਰ ਜੁੜ ਰਹੇ ਨੇ, ਉਹਨਾਂ ਦੇ ਵੀ ਅਸੀਂ ਵਿਚਾਰ ਜਾਣ ਲਈਏ ਜੀ। ਆਫ ਕੋਰਸ ਜੀ, ਬਿਲਕੁਲ, ਥੈਂਕ ਯੂ ਸੋ ਮਚ ਮੈਮ ਕਾਲ ਕਰਨ ਲਈ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਮੈਮ? ਅਸੀਂ ਮੌਂਟਰੀਅਲ ਤੋਂ ਬੋਲਦੇ ਹਾਂ। ਹਾਂਜੀ, ਦੱਸੋ ਕੀ ਕਹਿਣਾ ਚਾਹੁੰਦੇ ਹੋ? ਮੈਂ ਕਹਿਣਾ ਚਾਹੁੰਦੀ ਹਾਂ, ਜਿਹੜੀ ਇੱਥੋਂ ਮੌਂਟਰੀਅਲ ਤੋਂ ਵੀ ਕਾਲ ਆਈ ਸੀ, ਹੋਰ ਵੀ ਸਟੂਡੈਂਟਾਂ ਬਾਰੇ ਕਾਲ ਆਈ ਸੀ, ਮੈਂ ਉਹ ਡਿਸਕਸ ਕਰਨਾ ਚਾਹੁੰਦੀ ਹਾਂ ਕਿ ਨਾ ਤਾਂ ਸਟੂਡੈਂਟ ਸਾਰੇ ਚੰਗੇ ਆ, ਨਾ ਬਾਕੀ ਜਿਹੜੇ ਇੱਥੇ ਦੇ ਲੋਕ ਆ ਸਾਡੇ ਵਾਂਗੂ, ਨਾ ਉਹ ਵੀ ਚੰਗੇ ਆ। ਨਾ ਸਟੂਡੈਂਟ ਸਾਰੇ ਮਾੜੇ ਆ, ਨਾ ਸਾਡੇ ਇੱਥੇ ਦੇ ਲੋਕ ਹੀ ਮਾੜੇ ਆ। ਬਿਲਕੁਲ ਮੈਮ, ਹਨਾ? ਬਿਲਕੁਲ ਜੀ। ਤੁਸੀਂ ਮੈਨੂੰ ਲੱਗਦਾ ਨਹੀਂ ਤੁਸੀਂ ਮੈਨੂੰ ਲਾਈਵ ਲਾਉਂਗੇ। ਚਲੋ ਨਹੀਂ ਮੈਮ, ਤੁਸੀਂ ਲਾਈਵ ਹੀ ਹੋ, ਤੁਹਾਡੀ ਕਾਲ ਲਾਈਵ ਚੱਲ ਰਹੀ ਹੈ ਇਸ ਟਾਈਮ, ਸਾਰੇ ਦਰਸ਼ਕ ਤੁਹਾਡੀ ਕਾਲ ਸੁਣ ਰਹੇ ਆ। ਬਿਲਕੁਲ। ਅੱਛਾ ਜੀ। ਉਹ ਮੈਂ ਜੀ ਮੈਮ, ਆਪਣੇ ਵਿਚਾਰ ਰੱਖੋ, ਤੁਹਾਡੀ ਕਾਲ ਲਾਈਵ ਜਿਹੜੀ ਹੈਗੀ ਆ ਸਭ ਸੁਣ ਰਹੇ ਨੇ, ਤੁਸੀਂ ਜੋ ਕਹਿ ਰਹੇ ਹੋ, ਬਿਲਕੁਲ ਆਪਣੀ ਕਾਲ ਲਾਈਵ ਰੱਖੋ ਜੀ। ਮੈਂ ਸਿਰਫ ਗੱਲ ਇਹ ਕਰਨੀ ਆ ਕਿ ਮੈਨੂੰ 30 ਸਾਲ ਹੋ ਗਏ ਇੱਥੇ ਆਈ ਨੂੰ। ਜਿਹੜੇ ਇੱਕ ਮੌਂਟਰੀਅਲ ਤੋਂ ਇੱਕ ਕਾਲ ਆਈ ਸੀ, ਉਹ ਕਹਿੰਦੇ ਨੇ ਸਟੂਡੈਂਟ ਜੈਲਸੀ ਕਰਦੇ ਆ। ਜੈਲਸੀ ਇੱਥੇ ਪੰਜਾਬੀਆਂ ਨੂੰ ਆਈ ਡੋਂਟ ਨੋ ਕੀ ਬਿਮਾਰੀ ਆ, ਸਾਰੇ ਇੱਕ ਦੂਜੇ ਜਦੋਂ ਅਸੀਂ ਕੰਮ ਕਰਦੇ ਹੁੰਦੇ ਸੀ, ਜਿਸ ਤਰ੍ਹਾਂ ਮਤਲਬ ਮੈਂ ਸੀਗੀ, ਮੇਰੇ ਨਾਲ ਹੋਰ ਲੇਡੀਜ਼ ਪਹਿਲਾਂ ਕੰਮ ਕਰਦੀਆਂ ਸੀਗੀਆਂ, ਉਹਨਾਂ ਦਾ ਇੱਕ ਗਰੁੱਪ ਸੀਗਾ। ਮੈਂ ਜਿੱਦਾਂ ਵੈਸੇ ਵੀ ਮੇਰੀ ਆਦਤ ਜਿੱਦਾਂ ਬਹੁਤ ਖੜਕ ਕੇ ਗੱਲ ਕਰਨ ਦੀ ਆ,
ਤੇ ਮੈਂ ਜਿੱਦਾਂ ਕੋਈ ਵੀ ਗੱਲ ਕਰਨੀ ਮੈਂ ਸਾਹਮਣੇ ਉਹ ਕਹਿ ਦੇਣਾ ਮੈਨੂੰ ਇੰਨੀ ਜੈਲਸੀ ਹੁੰਦੀ ਸੀ ਕਿ ਹਾਏ ਇਹ ਏਦਾਂ ਖੜਕ ਕੇ ਗੱਲ ਕਿਉਂ ਕਰਦੀ ਹੈ ਸਾਰਿਆਂ ਨਾਲ right? ਜੀ ਕਿਉਂਕਿ ਜੇ ਆਪਾਂ ਅੱਜ ਸਟੂਡੈਂਟਾਂ ਨੂੰ ਇਕੱਲੇ ਕਹੀਏ ਇਕੱਲੇ ਸਟੂਡੈਂਟ ਨਹੀਂ ਮਾੜੇ ਨਹੀਂ ਹੈ ਬਿਲਕੁਲ ਜੀ ਹਰ ਕਿਸੇ ਨੂੰ ਬਿਲਕੁਲ ਐਕਚੁਅਲੀ ਨਵੇਂ ਜੀ ਜੀ ਕਿਉਂਕਿ ਅਸੀਂ ਵੀ ਚੰਗੇ ਨਹੀਂ ਆ ਜੇ ਅਸੀਂ ਚੰਗੇ ਹੋਈਏ ਸਟੂਡੈਂਟ ਵੀ ਹਾਂ ਮੈਂ ਮੰਨਦੀ ਹਾਂ ਸਾਰੇ ਸਟੂਡੈਂਟ ਵੀ ਨਹੀਂ ਚੰਗੇ ਹੈਗੇ ਕਿਉਂਕਿ ਹੁਣ ਕਈ ਇੱਥੇ ਟੋਰਾਂਟੋ ਦੇ ਵਿੱਚ ਸੁਣਦੇ ਆ ਕਈਆਂ ਨੇ ਲੜਾਈਆਂ ਕੀਤੀਆਂ ਬਹੁਤ ਕੁਝ ਕੀਤਾ ਮੰਨਦੇ ਆ ਜਿਹੜੀ ਮਢੀਰ ਬਿਗੜੀ ਆ ਉਹ ਬਿਗੜੀ ਆ ਜੇ ਹੁਣ ਅਸੀਂ ਕਹੀਏ ਹੁਣ ਆਲਮੋਸਟ ਮੇਰੀ ਏਜ 65 ਦੀ ਆ ਜੀ ਓਵਰ ਦੈਨ 55 ਆ ਹਨਾ ਤੇ ਉਸ ਟਾਈਮ ਮੈਂ ਜਦੋਂ ਆਈ ਸੀ ਉਸ ਟਾਈਮ ਲੋਕ ਜਲਦੀ ਕਰੀ ਜਾਂਦੇ ਸੀ ਜੀ ਅੱਜ ਤੋਂ 30 ਸਾਲ ਪਹਿਲਾਂ ਦੀ ਗੱਲ ਆ ਬਿਲਕੁਲ ਬਿਲਕੁਲ ਜੀ ਜਿਹੜੀ ਇਹ ਇੱਕ ਦੂਜੇ ਨਾਲ ਆਪਾਂ ਜੈਲਸੀ ਕਹਿੰਦੇ ਆ ਇਹ ਕਿਸੇ ਦੇ ਵਿੱਚ ਇਹ ਨਹੀਂ ਹੈਗੀ ਵੀ ਜੇ ਸਾਡੇ ਚ ਘਟਿਆ ਸਟੂਡੈਂਟਾਂ ਚ ਜ਼ਿਆਦੇ ਆ ਸਟੂਡੈਂਟਾਂ ਚ ਘਟਿਆ ਸਾਡੇ ਚ ਜ਼ਿਆਦੇ ਆ ਇਹ ਨਹੀਂ ਹੈਗਾ ਜਿਹੜਾ ਦਿਮਾਗ ਨਹੀਂ ਕੰਮ ਕਰਨਾ ਉਹ ਕਿਸੇ ਦਾ ਵੀ ਨਹੀਂ ਕਰਨਾ ਬਿਲਕੁਲ ਸਟੂਡੈਂਟ ਆ ਚਾਹੇ ਅਸੀਂ ਇੱਥੇ ਦੇ ਸਿਟੀਜ਼ਨ ਆ ਥੈਂਕ ਯੂ ਮੈਮ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਆਪਣੇ ਵਿਚਾਰ ਰੱਖਿਆ ਤੇ ਕਾਫੀ ਅੱਛੀਆਂ ਗੱਲਾਂ ਕੀਤੀਆਂ ਨੇ ਥੈਂਕ ਯੂ ਸੋ ਮਚ ਇੱਕ ਦਰਸ਼ਕ ਹੋਰ ਜੁੜ ਗਏ ਨੇ ਮੈਨੂੰ ਲੱਗਦਾ ਸਰ ਅੱਜ ਆਪਣੇ ਇੱਕ ਟੌਪਿਕ ਕਲੀਅਰ ਹੋਣੇ ਨਹੀਂ ਕਵਰ ਟਾਈਮ ਬਹੁਤ ਘੱਟ ਰਹਿ ਗਿਆ ਹੈਲੋ ਓਕੇ ਕੋਈ ਗੱਲ ਨਹੀਂ ਹੈਲੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਜੀ ਕਿੱਥੋਂ ਬੋਲ ਰਹੇ ਹੋ ਸਰ ਮੈਂ ਬਲਦੇਵ ਸਿੰਘ ਬੋਲਦਾ ਜੀ ਕਲੀਵਲੈਂਡ ਤੋਂ USA ਤੋਂ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ ਹਾਂਜੀ ਸਰ ਰੱਖੋ ਵਿਚਾਰ ਹਾਂਜੀ ਮੈਂ ਤਾਂ ਇੱਕ ਵਾਰੀ ਕਹਿਣਾ ਸੀਗਾ ਕਾਲਰ ਕਾਲ ਕਰਦੇ ਨੇ ਬੜੀ ਲੰਬੀ ਗੱਲ ਲੈ ਜਾਂਦੇ ਨੇ ਕਿਉਂਕਿ ਅਸੀਂ ਹਰ ਰੋਜ਼ ਤੁਹਾਡਾ ਪ੍ਰੋਗਰਾਮ ਸੁਣਦੇ ਆ ਬਹੁਤ ਕੰਮ ਦੀਆਂ ਗੱਲਾਂ ਹੁੰਦੀਆਂ ਨੇ ਕੋਈ ਨਟ ਸਭ ਤੋਂ ਕਾਫੀ ਇਨਫੋਰਮੇਸ਼ਨ ਮਿਲ ਜਾਂਦੀ ਆ ਅਸੀਂ ਉਹ ਵੇਟ ਹੀ ਕਰਦੇ ਰਹਿੰਦੇ ਹਾਂ ਟਾਪ ਹੋਰ ਪਾਰਟੀ ਨੂੰ ਮਿਲ ਜਾਂਦਾ ਹੈਗਾ ਤੇ ਅਸੀਂ ਚਾਹੁੰਦੇ ਨਟ ਸਾਹਿਬ ਤੋਂ ਕੁਝ ਇਨਫੋਰਮੇਸ਼ਨ ਮਿਲੇਗਾ ਹਾਲਾਂਕਿ ਅਸੀਂ ਅਮਰੀਕਾ 'ਚ ਬੈਠੇ ਪਰ ਸਾਨੂੰ ਉਹਨਾਂ ਦੀ ਗੱਲਾਂ ਬਹੁਤ ਕੀਮਤੀ ਲੱਗਦੀਆਂ ਨੇ ਬਹੁਤ ਜਾਣਕਾਰੀ ਸੋਹਣੀ ਦਿੰਦੇ ਨੇ ਇਹ ਅਸੀਂ ਹਰ ਰੋਜ਼ ਸ਼ਾਮ ਨੂੰ 6 ਤੋਂ 7 ਟੀਵੀ ਕੋਲੇ ਬੈਠੇ ਥੈਂਕ ਯੂ ਸੋ ਮਚ ਸਰ ਤੁਹਾਡਾ ਪ੍ਰੋਗਰਾਮ ਦੇਖਿਆ ਜਾਵੇ ਨਟ ਸਾਹਿਬ ਦੀ ਗੱਲਾਂ ਸੁਣੀ ਜਾਣ ਤੁਹਾਡੀ ਆਪਸ ਵਿੱਚ ਮਿੱਠੀ ਬਹੁਤ ਥੋੜੀ ਲੱਗਦੀ ਥੈਂਕ ਯੂ ਸੋ ਮਚ ਸਰ ਕੋਸ਼ਿਸ਼ ਸਾਡੀ ਇਹੀ ਸੀ ਕਿ ਅਸੀਂ ਕੁਝ ਦੱਸੀਏ ਜ਼ਰੂਰ ਪਰ ਕਈ ਵਾਰੀ ਕਈ ਗੱਲਾਂ ਅਜਿਹੀਆਂ ਉੱਠ ਖੜਦੀਆਂ ਨੇ ਜਿਨ੍ਹਾਂ ਉੱਤੇ ਕਾਲਰਸ ਵੀ ਆਪਣੇ ਵਿਚਾਰ ਰੱਖਦੇ ਆ ਸੋ ਜੇ ਅੱਜ ਕੁਝ ਨਹੀਂ ਹੋ ਪਾਇਆ ਤਾਂ ਕੱਲ ਨੂੰ ਵੀ ਸਾਡੀ ਡਿਸਕਸ਼ਨ ਜਾਰੀ ਰਹੇਗੀ 6 ਤੋਂ ਲੈ ਕੇ 7 ਵਜੇ ਤੱਕ ਥੈਂਕ ਯੂ ਸੋ ਮਚ ਆਫ ਕੋਰਸ ਜੀ ਥੈਂਕ ਯੂ ਸੋ ਮਚ ਥੈਂਕ ਯੂ ਜੀ ਥੈਂਕ ਯੂ ਸੋ ਮਚ ਸਰ ਜੀ ਨਾ ਜੀ ਮੈਂ ਚਾਹਾਂਗੀ ਸਰ ਪਹਿਲਾਂ ਆਪਾਂ ਆਪਣੇ ਜਿਹੜੀ ਮੇਨ ਮੁੱਦਾ ਹੈ ਉਹਦੀ ਜ਼ਰੂਰ ਅਸੀਂ ਗੱਲ ਕਰੀਏ ਜਿਹੜੀ ਇਸ ਵਕਤ ਆਪਾਂ ਗੱਲ ਕਰ ਰਹੇ ਸੀ ਕਿ PR ਹੋਲਡਰਸ ਕਿਵੇਂ ਜਿਹੜੇ ਆ ਕੈਨੇਡਾ ਵਿੱਚ ਵਾਪਸ ਆ ਸਕਦੇ ਨੇ ਕਿਉਂਕਿ ਸਮਾਂ ਬਹੁਤ ਘੱਟ ਹੈ ਸੋ ਮੈਂ ਡਾਇਰੈਕਟ ਪਹਿਲਾਂ ਇਹੀ ਖਬਰ ਬਾਰੇ ਜਾਣਨਾ ਚਾਹਾਂਗੀ ਤਰਨ ਇਸ ਤਰ੍ਹਾਂ ਕਿ ਜਿਹੜੀਆਂ ਹੁਣ ਫਲਾਈਟਸ ਆਉਣ ਲੱਗਣੀਆਂ ਨੇ ਜਿਹੜਾ ਨਵੀਆਂ ਫਲਾਈਟਸ ਆ ਰਹੀਆਂ ਨੇ ਉਹਦੇ ਵਿੱਚ ਜਿਹੜੀ ਗਵਰਨਮੈਂਟ ਆਫ ਇੰਡੀਆ ਉਹਨਾਂ ਨੇ ਇਹ ਗੱਲ ਕੀਤੀ ਹੈ ਕਿ ਜਿਹੜੀ ਫਲਾਈਟਸ ਖਾਲੀ ਕਿਤੋਂ ਵੀ ਨਹੀਂ ਆਉਣਗੀਆਂ ਜਿਹੜੀਆਂ ਇੰਡੀਆ ਤੋਂ ਫਲਾਈਟਸ ਆਉਣਗੀਆਂ ਉਹ ਭਰੀਆਂ ਹੋਈਆਂ ਆਉਣਗੀਆਂ ਜਿਵੇਂ US ਦੇ ਵਿੱਚ ਜਾ ਰਹੀਆਂ ਨੇ ਹੁਣ ਕੈਨੇਡਾ ਦੇ ਵਿੱਚ ਵੀ ਸ਼ੁਰੂ ਹੋ ਜਾਣੀਆਂ ਨੇ ਤਕਰੀਬਨ 16 ਤਾਰੀਖ ਤੋਂ ਸ਼ੁਰੂ ਹੋਣੀਆਂ ਨੇ ਉਹਦੇ ਵਿੱਚ ਜਿੰਨੇ ਵੀ ਦੋਨੇ ਪਾਸੇ ਨੂੰ ਭਰੇ ਜਾਣਗੇ ਤੇ ਜਿਹੜੇ PR ਵਗੈਰਾ ਹੈਗੇ ਨੇ ਉਹ ਵੀ ਮੇਰੇ ਖਿਆਲ ਜਿਹੜੀ ਸਾਡੀ ਗਵਰਨਮੈਂਟ ਹੈਗੀ ਆ ਉਹਨਾਂ ਨੂੰ ਵੀ ਅਲਾਉ ਕਰੇਗੀ ਜਿਨ੍ਹਾਂ ਨੇ ਆਉਣਾ ਹੈਗਾ ਅਜੇ ਤੱਕ ਇਹ ਪੂਰਾ ਐਲਾਨ ਨਹੀਂ ਹੋਇਆ ਪਹਿਲਾਂ ਤਾਂ ਆਉਣਗੇ ਜਿਹੜੇ ਕੈਨੇਡੀਅਨਸ ਆ ਇਹ ਪਹਿਲਾਂ ਦੀ ਗੱਲ ਇਹੀ ਹੈ ਜਦ ਤੱਕ ਕੈਨੇਡੀਅਨਸ ਨਹੀਂ ਸਰ ਆਪਾਂ ਇਹਦੇ ਬਾਰੇ ਗੱਲ ਕਰਾਂਗੇ ਇੱਕ ਦਰਸ਼ਕ ਪਹਿਲਾਂ ਜੁੜ ਗਏ ਨੇ ਉਹਨਾਂ ਦੀ ਕਾਲ ਲੈ ਲਈਏ ਹੈਲੋ ਜੀ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਮਨਮੋਹਨ ਸਿੰਘ ਵਾਲੀਆ ਬੋਲ ਰਿਹਾ ਜੀ ਬ੍ਰੈਂਪਟਨ ਤੋਂ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸਰ ਹਾਂਜੀ ਦੱਸੋ ਕੀ ਕਹਿਣਾ ਤਰਨ ਜੀ ਮੈਂ ਕਾਫੀ ਦੇਰ ਤੋਂ ਪ੍ਰੋਗਰਾਮ ਅੱਗੇ ਵੀ ਦੇਖਦਾ ਰੈਗੂਲਰਲੀ ਅੱਜ ਵੀ ਦੇਖ ਰਿਹਾ ਪਰ ਜਿੰਨੀ ਕੁ ਜ਼ਰੂਰੀ ਇਨਫੋਰਮੇਸ਼ਨ ਉਡੀਕਦੇ ਅਸੀਂ ਤੁਹਾਡੇ ਪ੍ਰੋਗਰਾਮ ਤੋਂ ਬੜੇ ਸ਼ੌਕ ਨਾਲ ਪ੍ਰੋਗਰਾਮ ਦੇਖਦੇ ਹਾਂ ਆ ਜਿਹੜੀਆਂ ਗੱਲਾਂ ਸੁਣਾ ਰਹੇ ਨੇ ਕਿਹੜੀ ਨਵੀਂ ਗੱਲ ਹੈ ਜਿਹੜੀ ਬਾਕੀ ਲੋਕਾਂ ਨੂੰ ਨਹੀਂ ਪਤਾ ਹੈ ਇਹਨਾਂ ਗੱਲਾਂ ਦਾ ਤੁਸੀਂ ਵਾਈ ਨਾਟ ਫੋਕਸ ਔਨ ਦੈਟ ਤੁਹਾਡੀ ਬਹੁਤ ਗ੍ਰੇਟ ਹੈ ਕਿ ਤੁਸੀਂ ਲੋਕਾਂ ਦਾ ਕਾਲ ਕੱਟਦੇ ਨਹੀਂ ਹੈ ਇਟ ਡਸ ਨਾਟ ਮੀਨ ਕਿ ਲੋਕੀ ਤੇ ਸਟੋਰੀਆਂ ਸੁਣਾਉਣ ਇੱਕ ਘੰਟੇ ਦੇ ਪ੍ਰੋਗਰਾਮ ਤੁਸੀਂ 5 ਗੱਲਾਂ ਸੁਣ ਕੇ ਕੀ ਇਨਫੋਰਮੇਸ਼ਨ ਸ਼ੇਅਰ ਕਰ ਰਹੇ ਹੋ ਤੁਸੀਂ ਜੀ ਬਿਲਕੁਲ ਸਰ ਸਾਡੀ ਵੀ ਕੋਸ਼ਿਸ਼ ਆਫ ਕੋਰਸ ਸਾਡੀ ਕੋਸ਼ਿਸ਼ ਇਹੀ ਹੁੰਦੀ ਹੈ ਬਿਲਕੁਲ ਇਹਨਾਂ ਦੀ ਕਾਲ ਜਿਹੜਾ ਇਦਾਂ ਦੀ ਕਹਾਣੀਆਂ ਸੁਣਾਉਂਦਾ ਨਾ ਜੀ ਕਾਲ ਕੱਟ ਦਿਓ ਉਹਦੀ ਜੀ ਥੈਂਕ ਯੂ ਸੋ ਮਚ ਸਰ ਇਨਫੋਰਮੇਸ਼ਨ ਹੈ ਉਹ ਦਿਓ ਜੀ ਥੈਂਕ ਯੂ ਸੋ ਮਚ ਸਰ ਥੈਂਕ ਯੂ ਸਰ ਤੁਸੀਂ ਪ੍ਰੋਗਰਾਮ ਰੋਜ਼ ਦੇਖ ਰਹੇ ਹੋ ਥੈਂਕ ਯੂ ਸੋ ਮਚ ਸੋ ਸਾਡੇ ਆਪਣੇ ਦਰਸ਼ਕਾਂ ਨੂੰ ਵੀ ਦੱਸ ਦਈਏ ਕਿ ਅਕਸਰ ਇਹ ਇੱਦਾਂ ਨਹੀਂ ਹੁੰਦਾ ਪਰ ਜੇਕਰ ਕੋਈ ਟੌਪਿਕ ਛਿੜ ਗਿਆ ਤੇ ਕੋਈ ਦਰਸ਼ਕ ਸਾਡੇ ਨਾਲ ਗੱਲਬਾਤ ਕਰ ਰਹੇ ਨੇ ਵਿੱਚ ਵਿਚਾਲੇ ਉਹਨਾਂ ਦੀ ਗੱਲ ਅਸੀਂ ਨਹੀਂ ਕਰ ਸਕਦੇ ਸੋ ਦਰਸ਼ਕਾਂ ਨੂੰ ਵੀ ਇਹੀ ਅਪੀਲ ਹੈ ਕਿ ਆਪਣੀ ਜਿਹੜੀ ਗੱਲ ਹੈ ਸ਼ਾਰਟ ਐਂਡ ਸਿੰਪਲ ਰੱਖੋ ਥੋੜੀ ਘੱਟ ਤੇ ਥੋੜੀ ਜਿਹੀ ਸਿੰਪਲ ਰੱਖੋ ਤਾਂ ਕਿ ਟੂ ਦਾ ਪੁਆਇੰਟ ਗੱਲ ਹੋ ਸਕੇ ਹਾਂਜੀ ਨਾ ਜੀ ਅਸੀਂ ਫਲਾਈਟਸ ਦੇ ਬਾਰੇ ਗੱਲ ਕਰ ਰਹੇ ਸੀ ਤਰਨ ਜਿਹੜਾ ਸੈਕੰਡ ਫੇਜ਼ ਹੈ ਆਪਣਾ ਇੰਡੀਆ ਨੇ ਸ਼ੁਰੂ ਕਰਨਾ ਹੈਗਾ ਉਹਦੇ ਵਿੱਚ US ਤਾਂ ਪਹਿਲਾਂ ਹੀ ਜਾਂਦਾ ਹੈ UAE ਹੈਗਾ ਕੈਨੇਡਾ ਆ ਰਿਹਾ ਜੀ ਸਾਊਦੀ ਅਰਬ ब्रिटेन मलेशिया ओमान कजाकिस्तान ऑस्ट्रेलिया यूक्रेन कतर इंडोनेशिया रशिया फिलीपींस फ्रांस सिंगापुर आयरलैंड किर्गिस्तान कुवैत जापान जॉर्जिया जर्मनी ताजिकिस्तान इन्हां सारे कंट्रीज़ ਨੂੰ
ਜਿਹੜੀ ਉਹ ਉੱਥੋਂ ਸਾਰੇ ਆਪਣੇ ਜਿੰਨੇ ਵੀ ਉਹਨਾਂ ਦੇ ਸਿਟੀਜ਼ਨਸ ਹੈਗੇ ਨੇ ਇੰਡੀਆ ਇਹਨਾਂ ਸਾਰਾ ਤੋਂ ਵਾਪਸ ਲੈ ਗਿਆ। ਇਟ ਮੀਨਸ ਕੈਨੇਡਾ ਵੀ ਉਹਦੇ ਵਿੱਚ ਸ਼ਾਮਲ ਹੈ ਜੀ। 16 ਤਾਰੀਖ ਤੋਂ ਇਹ ਫਲਾਈਟਾਂ ਸ਼ੁਰੂ ਹੋ ਕੇ 22 ਮਈ ਤੱਕ ਇਹ ਫਲਾਈਟਾਂ ਚੱਲਣਗੀਆਂ ਜੀ। ਇਹਦੇ ਵਿੱਚ ਜਿਨ੍ਹਾਂ ਨੇ ਵੀ ਜਾਣਾ, ਜਿਹੜੀ ਇਨਫੋਰਮੇਸ਼ਨ ਹੈਗੀ ਡਾਇਰੈਕਟ ਤੁਸੀਂ 에ਅਰ ਇੰਡੀਆ ਤੋਂ ਲੈ ਸਕਦੇ ਹੋ ਜਾਂ ਇੰਡੀਅਨ ਕਾਉਂਸਲੇਟਸ ਤੋਂ ਲੈ ਸਕਦੇ ਹੋ। ਇਹਦੇ ਵਿੱਚ ਕੋਈ ਵਿੱਚ ਵਿਚੋਲਾ ਨਹੀਂ ਹੈ, ਕੋਈ ਥਰਡ ਪਾਰਟੀ ਨਹੀਂ ਹੈ। ਜਿਹੜੀ ਪਾਰਟੀ ਹੈਗੀ ਆ ਡਾਇਰੈਕਟ 에ਅਰ ਇੰਡੀਆ ਹੈ ਜਾਂ ਕਾਉਂਸਲੇਟ ਜਨਰਲ ਆਫ ਇੰਡੀਆ ਹੈਗਾ, ਉਹਨਾਂ ਕੋਲ ਤੁਸੀਂ ਇਨਫੋਰਮੇਸ਼ਨ ਲੈ ਸਕਦੇ ਹੋ ਕਿ ਤੁਸੀਂ ਆਪਦਾ ਅਰੇਂਜਮੈਂਟ ਕਿਵੇਂ ਕਰਨਾ। ਕੁਆਰੰਟੀਨ ਦੀ ਕੱਲ੍ਹ ਵੀ ਗੱਲ ਹੋਈ ਸੀਗੀ, ਉਹ ਜਾ ਕੇ ਤੁਹਾਨੂੰ ਕੁਆਰੰਟੀਨ ਆਪ ਕਰਨਾ ਪਏਗਾ, ਆਪ ਖਰਚਾ ਦੇਣਾ ਪਏਗਾ। ਜਿਹੜੇ ਲਿਵਿੰਗ ਐਕਸਪੈਂਸਿਸ ਹੈਗੇ ਉਹ 2000 ਤੋਂ ਲੈ ਕੇ 5000 ਡੇਲੀ ਹੈਗਾ, ਡਿਪੈਂਡ ਕਰਦਾ ਤੁਸੀਂ ਕਿਹੜੀ ਜਗ੍ਹਾ ਤੇ ਰਹਿਣਾ ਚਾਹੁੰਦੇ ਹੋ। ਤੁਹਾਨੂੰ ਇੰਡੀਆ ਦੇ ਜਾ ਕੇ ਕਰਨਾ ਪਏਗਾ। ਕੈਨੇਡਾ ਆਉਣੇ ਤੁਹਾਨੂੰ ਇੱਥੇ ਆ ਕੇ ਕੁਆਰੰਟੀਨ ਕਰਨਾ ਪਏਗਾ। ਜੀ ਸਰ, ਜਿਹੜੀ ਸੈਕਿੰਡ ਫੇਜ਼ ਵੰਦੇ ਮਾਤਰਮ ਦਾ ਸ਼ੁਰੂ ਹੋਣ ਲੱਗਿਆ, ਜਿਹੜੇ ਇੰਡੀਅਨਸ ਸਟਕ ਨੇ ਫੋਰਨਸ ਦੇ ਵਿੱਚ, ਸੈਕਿੰਡ ਫੇਜ਼ ਦੇ ਵਿੱਚ ਕੁਝ ਕੰਟਰੀਜ਼ ਸ਼ਾਮਿਲ ਕੀਤੀਆਂ ਗਈਆਂ, ਕੀ ਉਹਨਾਂ ਵਿੱਚ ਕੈਨੇਡਾ ਸ਼ਾਮਿਲ ਹੈ ਇਸ ਵਾਰੀ? ਹਾਂਜੀ, ਕੈਨੇਡਾ ਹੈਗਾ ਜੀ, ਇਹਦੇ ਵਿੱਚ ਸ਼ਾਮਿਲ ਹੈ। 16 ਤਾਰੀਖ ਤੋਂ ਸ਼ੁਰੂ ਹੋ ਰਹੀਆਂ ਨੇ। ਐਗਜ਼ੈਕਟ ਜਿਹੜਾ ਡੇਟ ਟਾਈਮ ਕਿਹੜਾ ਉਹਦੇ ਬਾਰੇ ਹਜੇ ਆਪਣੇ ਕੋਲ ਇਨਫੋਰਮੇਸ਼ਨ ਨਹੀਂ ਆਈ ਹੈ। ਉਹਦੇ ਬਾਰੇ ਇਨਫੋਰਮੇਸ਼ਨ 에ਅਰ ਇੰਡੀਆ ਤੇ ਕਾਉਂਸਲ ਜਨਰਲ ਆਫ ਇੰਡੀਆ ਇਹਨਾਂ ਕੋਲ ਇਨਫੋਰਮੇਸ਼ਨ ਹਜੇ ਹੈਗੀਆਂ ਨੇ, ਪਰ ਇਹਨਾਂ ਨੇ ਰਿਲੀਜ਼ ਨਹੀਂ ਕੀਤੀਆਂ। ਜਿਵੇਂ ਰਿਲੀਜ਼ ਹੋਣਗੀਆਂ ਆਪਾਂ ਉਸੇ ਵੇਲੇ ਸਾਰਿਆਂ ਨਾਲ ਸਾਂਝੀ ਕਰਾਂਗੇ। ਇੱਕ H1B ਜਿਹੜਾ ਵੀਜ਼ਾ ਹੈਗਾ ਉਹਦੇ ਵਾਸਤੇ ਬੜੀ ਪ੍ਰੋਬਲਮ ਆ ਰਹੀ ਹੈ। ਜਿਹੜੇ H1B ਵੀਜ਼ਾ ਵਾਲੇ ਹੈਗੇ ਨੇ ਉਹਨਾਂ ਦੇ ਕਈਆਂ ਦੇ ਇੱਥੇ ਰਹਿੰਦਿਆਂ ਹੋਏ ਦੇ ਬੱਚੇ ਹੋ ਗਏ। ਜਿਹੜੇ ਬੱਚੇ ਆ ਉਹ ਇੰਡੀਆ ਅਲਾਉ ਨਹੀਂ ਕਰ ਰਿਹਾ, ਕਿਉਂਕਿ ਇੰਡੀਆ US ਸਿਟੀਜ਼ਨਸ ਨੂੰ, ਫੋਰਨ ਸਿਟੀਜ਼ਨ ਨੂੰ ਹਲੇ ਅਲਾਉ ਨਹੀਂ ਕਰ ਰਿਹਾ ਹੈਗਾ। ਉਹ ਸਿਰਫ ਆਪਣੇ ਸਿਟੀਜ਼ਨ ਨੂੰ ਵਾਪਸ ਲੈ ਕੇ ਜਾ ਰਿਹਾ। ਹੁਣ ਪ੍ਰੋਬਲਮ ਇਹ ਆ ਰਹੀ ਹੈ, ਜਿਨ੍ਹਾਂ ਦੇ ਬੱਚੇ ਹੋ ਗਏ ਦੇ ਆਰ US ਸਿਟੀਜ਼ਨਸ, ਉਹ ਨਾਲ ਜਾ ਨਹੀਂ ਸਕਦੇ। ਕੋਈ 2 ਸਾਲ ਦਾ, ਕੋਈ 4 ਸਾਲ ਦਾ, ਕੋਈ 6 ਸਾਲ ਦਾ ਹੈਗਾ, ਉਹਦੇ ਕਰਕੇ ਉਹ ਜਾ ਨਹੀਂ ਸਕਦੇ। ਉਹਨਾਂ ਨੂੰ ਜਾਣ ਦੀ ਪ੍ਰੋਬਲਮ ਆਈ ਹੋਈ ਹੈ। 60 ਦਿਨਾਂ ਦੇ ਵਿੱਚ ਉਹਨਾਂ ਨੂੰ ਜਾਣਾ ਪਏਗਾ। ਜਿਹੜੇ ਨਵੇਂ ਕਾਨੂੰਨ ਆਏ ਨੇ ਉਹਦੇ ਮੁਤਾਬਕ, ਪਰ ਉਹਨਾਂ ਨੇ ਹੁਣ ਇਹ ਬੇਨਤੀ ਕਰਨੀ ਸ਼ੁਰੂ ਕੀਤੀ ਹੈ ਕਿ ਸਾਨੂੰ ਇੰਸਟੈਡ ਆਫ 60 ਡੇਜ਼ 180 ਡੇਜ਼ ਦੀ ਮੌਤ ਦਿੱਤੀ ਜਾਵੇ। ਉਹਦੇ ਵਿੱਚ ਹੋ ਸਕਦਾ ਚਾਂਸਸ ਆ ਕਿ ਰੈਗੂਲਰ ਫਲਾਈਟ ਚੱਲ ਪੈਣਗੀਆਂ ਤੇ ਉਹ ਜਿਹੜੇ H1B ਵੀਜ਼ੇ ਵਾਲੇ ਹੈਗੇ ਨੇ ਉਹਨਾਂ ਦੇ ਨਾਲ ਉਹਨਾਂ ਦੇ ਬੱਚੇ ਵੀ ਇੰਡੀਆ ਨੂੰ ਜਾ ਸਕਦੇ ਨੇ। ਬਟ ਜਿਹੜੀ ਸਪੈਸ਼ਲਿਟੀ ਹੈ ਉਹਨਾਂ ਦੇ ਆਪਣੇ ਜਿਹੜੇ ਸਿਟੀਜ਼ਨ ਹੈਗਾ ਉਹੀ ਵਾਪਸ ਜਾ ਰਹੇ। ਬਿਲਕੁਲ, ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦੇਵਾਂ ਕਿ ਪ੍ਰੋਗਰਾਮ ਦੇ ਵਿੱਚ ਹਜੇ ਕੋਈ ਜਾਣਕਾਰੀ ਜਿਹੜੀ ਦੇਣੀ ਬਾਕੀ ਹੈ, ਸੋ ਦੈਟ ਕਿ ਸਮਾਂ ਵੀ ਸਾਡਾ ਲਗਭਗ ਇਜਾਜ਼ਤ ਲੈਣ ਦਾ ਹੋ ਰਿਹਾ, ਪਰ ਕਿਉਂਕਿ ਦਰਸ਼ਕ ਕਾਫੀ ਵੇਟ ਕਰ ਰਹੇ ਸੀ ਇਸ ਦੀ, ਸੋ ਇਸ ਲਈ 15 ਮਿੰਟਸ ਅਸੀਂ ਪ੍ਰੋਗਰਾਮ ਨੂੰ ਥੋੜਾ ਹੋਰ ਐਕਸਟੈਂਡ ਕਰਾਂਗੇ। ਦੱਸ ਦਈਏ ਕਿ ਵੰਦੇ ਮਾਤਰਮ ਆਪਰੇਸ਼ਨ ਦੇ ਤਹਿਤ ਜਿਹੜੇ ਵਿਦੇਸ਼ਾਂ ਵਿੱਚ ਇੰਡੀਅਨਸ ਸਟਕ ਹੋਏ ਨੇ ਉਹਨਾਂ ਨੂੰ ਵਾਪਸ ਲਿਆਉਣ ਲਈ 에ਅਰ ਕੈਨੇਡਾ ਦੀਆਂ ਫਲਾਈਟਸ ਜਿਹੜੀਆਂ ਚੱਲ ਰਹੀਆਂ ਨੇ। ਪਹਿਲੇ ਫੇਸ ਵਿੱਚ 12-13 ਕੰਟਰੀਜ਼ ਸ਼ਾਮਿਲ ਕੀਤੀਆਂ ਗਈਆਂ ਸੀ, ਜਿਸ ਦੇ ਵਿੱਚ US UK ਤੇ ਕੁਝ UAE ਦੀਆਂ ਕੰਟਰੀਜ਼ ਵੀ ਸ਼ਾਮਿਲ ਸੀਗੀਆਂ। ਸੋ ਇਹ ਜਿਹੜੇ ਜਹਾਜ਼ ਜਾ ਰਹੇ ਨੇ ਇਹ ਖਾਲੀ ਨਹੀਂ ਜਾ ਰਹੇ। ਜਿੱਥੇ ਵੀ ਭਾਰਤੀਆਂ ਨੂੰ ਲੈ ਕੇ ਜਾਣ ਲਈ ਜਹਾਜ਼ ਜਾ ਰਹੇ ਨੇ ਉਹਨਾਂ ਦੇਸ਼ਾਂ ਦੇ ਜਿਹੜੇ ਨਾਗਰਿਕ ਨੇ ਉਹਨਾਂ ਨੂੰ ਨਾਲ ਲੈ ਕੇ ਜਾ ਰਹੇ ਨੇ। ਸੋ ਟਿਕਟਸ ਬੁੱਕ ਕਰਵਾ ਰਹੇ ਨੇ। ਸੈਕਿੰਡ ਫੇਜ਼ ਦੇ ਵਿੱਚ ਹੁਣ ਕੈਨੇਡਾ ਵੀ ਆ ਚੁੱਕਿਆ, ਜਿਹੜੇ ਕੈਨੇਡਾ ਦੇ ਵਿੱਚ ਸਟਕ ਨੇ ਭਾਰਤੀ, ਸੋ ਹੁਣ ਆਪਣੀਆਂ ਫਲਾਈਟਸ ਬੁੱਕ ਕਰਵਾ ਸਕਦੇ ਨੇ। ਜ਼ਿਆਦਾ ਜਾਣਕਾਰੀ ਤੁਹਾਨੂੰ ਕੱਲ੍ਹ ਦੇ ਪ੍ਰੋਗਰਾਮ 'ਚ ਦੇਵਾਂਗੇ। ਇੱਕ ਦਰਸ਼ਕ ਜੁੜ ਗਏ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਦੱਸੋ। ਮੈਂ ਇੱਕ ਸਵਾਲ ਇਹ ਕਰਨਾ ਚਾਹੁੰਦਾ ਜੀ, ਜਿਵੇਂ ਹੁਣ ਟਰੱਕਿੰਗ ਦਾ ਕੰਮ ਕਰਦੇ ਆ, ਰਾਈਟ? ਟਰੱਕਿੰਗ ਦਾ ਕੰਮ ਇੰਨਾ ਜ਼ਿਆਦਾ ਸਲੋ ਹੋ ਚੁੱਕਿਆ ਜੀ ਵੀ ਅਸੀਂ ਇੱਕ ਦਿਨ ਕੰਮ ਕਰਦੇ ਮਹੀਨੇ ਦੇ ਵਿੱਚ ਤੇ ਅਸੀਂ $2000 ਅਪਲਾਈ ਵੀ ਕੀਤਾ। ਹੁਣ ਜੇ ਅਸੀਂ ਇੱਕ ਦਿਨ ਕੰਮ ਨਹੀਂ ਜਾਂਦੇ ਸਾਡਾ ਕਸਟਮਰ ਖਰਾਬ ਹੁੰਦਾ ਤੇ ਉਹਦੇ ਨਾਲ ਸਾਡੇ ਤੇ ਇਫੈਕਟ ਪੈਂਦਾ, ਤੇ ਜੋ ਪੁੱਛਣਾ ਚਾਹੁੰਦਾ ਜੀ। ਬਿਲਕੁਲ ਸਰ, CERB ਦੀ ਗੱਲ ਕੀਤੀ ਹੈ ਜੀ ਸਰ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ ਸਰ। ਹਾਂਜੀ, ਇਹਨਾਂ CERB ਦੀ ਗੱਲ ਕੀਤੀ ਹੈ ਜੀ। CERB ਜਿਹੜੀ ਕੰਡੀਸ਼ਨਸ ਹੈਗੀਆਂ ਨੇ ਉਹ ਇਹ ਆ ਤਰਨ, ਜਿਹਨੇ ਪਿਛਲੇ ਸਾਲ ਦੇ ਵਿੱਚ 5000 ਕਮਾਇਆ, ਜਿਹਨੇ ਪਿਛਲੇ 14 ਦਿਨਾਂ ਦੇ ਵਿੱਚ ਜਿਹਦਾ ਕੰਮ ਚੱਲਿਆ ਗਿਆ ਬਿਕਾਜ਼ ਆਫ ਕੋਵਿਡ, ਜਿਹਨੇ ਈਵਨ $1000 ਵੀ ਬਣਾਇਆ ਪਿਛਲੇ 4 ਹਫ਼ਤਿਆਂ ਦੇ ਵਿੱਚ, ਜਿਹਨੇ 1001 ਬਣਾਇਆ ਉਹ ਅਲਾਉਡ ਨਹੀਂ ਹੈ, ਉਹ CERB ਦੇ ਅੰਡਰ ਨਹੀਂ ਆਉਂਦਾ। ਜਿਹਨੇ ਅਪ ਟੂ $1000 ਬਣਾਏ ਨੇ ਉਹ CERB ਦੇ ਅੰਡਰ ਆਉਂਦਾ, ਉਹ $2000 ਉਹਨਾਂ ਨੂੰ ਮਿਲੇਗਾ ਜੇ ਇੱਕ ਦਿਨ ਕੰਮ ਕਰਦੇ ਹੋ। ਪਰ ਜੇ ਤੁਸੀਂ ਇੱਕ ਦਿਨ ਦੇ ਵਿੱਚ $1000-1200 ਬਣਾਉਂਦੇ ਹੋ ਤਾਂ ਤੁਸੀਂ ਉਹਦੇ 'ਚ ਨਹੀਂ ਆਉਂਦੇ। ਜੇ ਤੁਸੀਂ $999 ਜਾਂ $1000 ਬਣਾਉਂਦੇ ਹੋ ਤਾਂ ਤੁਹਾਡੇ ਵਾਸਤੇ CERB ਹੈ ਜੀ। ਔਰ CERB ਦੇ ਨਾਲ ਲੱਗਦੀ ਤਰ੍ਹਾਂ ਮੈਂ ਇੱਕ ਹੋਰ ਗੱਲ ਕਰਦੇ ਹਾਂ ਕਿ ਇਹ ਸ਼ਿਕਾਇਤ ਆਈ ਹੈ ਫੈਡਰਲ ਗਵਰਨਮੈਂਟ ਦੇ ਕੋਲ ਕਿ ਬਹੁਤ ਲੋਕ ਗਲਤ ਇਸ ਵਾਸਤੇ ਪੈਸੇ ਵਾਸਤੇ ਅਪਲਾਈ ਕਰਦੇ, ਜਿਹਦੇ ਕੋਈ ਗਵਰਨਮੈਂਟ ਨੇ ਹਜੇ 2 ਲੱਖ ਤੋਂ ਉੱਪਰ ਨੰਬਰ ਆ ਚੁੱਕਿਆ ਜੀ ਹੁਣ ਤੱਕ ਦਾ, ਜਿਹੜੇ ਗਵਰਨਮੈਂਟ ਨੇ ਜਿਹਨੂੰ ਕਹਿੰਦੇ ਰੈੱਡ ਫਲੈਗ ਕੀਤਾ ਹੈ। ਉਹ 2 ਲੱਖ ਬੰਦੇ ਨੂੰ ਹਜੇ ਸਰਕਾਰ ਇਗਨੋਰ ਕਰ ਰਹੀ ਹੈ। ਸਰਕਾਰ ਨੇ ਇੰਸਟਰਕਸ਼ਨਸ ਹੁਣ ਤੱਕ ਇਹੀ ਦਿੱਤੀਆਂ ਹੋਈਆਂ ਨੇ, ਜਿਹਨੇ ਅਪਲਾਈ ਕੀਤਾ ਉਹਨੂੰ ਪੈਸੇ ਦਿੱਤੇ ਜਾਣ। ਇਹ ਬਾਅਦ ਦੀ ਗੱਲ ਹੈ ਕਿ ਮਗਰੋਂ ਸਰਕਾਰ ਨੇ ਜੋ ਤੁਹਾਡੇ ਤੋਂ ਪੈਸੇ ਲੈਣੇ ਆ ਤਾਂ ਇਹ ਉਹ ਜ਼ਰੂਰ ਤੁਹਾਡੇ ਵਾਸਤੇ ਆਉਣਗੇ ਜੀ, ਤੁਹਾਨੂੰ ਫੜਨਗੇ। ਇਸ ਮਾਮਲੇ ਦੇ ਵਿੱਚ ਇਹ ਨਾ ਸਮਝੋ ਕਿ ਤੁਹਾਨੂੰ $2000 ਮਿਲ ਰਿਹਾ ਹੈ ਤੇ ਤੁਸੀਂ ਜੇਬ 'ਚ ਪਾ ਕੇ ਹੇਰਾ ਫੇਰੀ ਨਾਲ ਲੈ ਜਾਓਗੇ। ਅਖੀਰ ਇਹ ਜਾਣੇ ਆ ਜੀ, ਔਰ ਜਦੋਂ ਮੋੜਨੇ ਵੀ ਪੈਣਗੇ
ਤਾਂ ਵੱਧ ਮੋੜਨੇ ਪੈਣਗੇ, ਇਨਕਲੂਡਿੰਗ ਪੈਨਲਟੀ ਹੋਏਗੀ ਐਂਡ ਇਹ ਕ੍ਰਿਮੀਨਲ ਚਾਰजेस ਵੀ ਤੁਹਾਡੇ ਅਗੇਂਸਟ ਲੱਗ ਸਕਦੇ ਆ। ਜਿਹਦਾ ਬਣਦਾ ਉਹਨੂੰ ਲੈਣਾ ਚਾਹੀਦਾ। ਸਰ ਕੈਨੇਡਾ ਦੇ ਵਿੱਚ ਹੇਅਰ ਸਲੂਨ ਬਾਰਬਰ ਸ਼ਾਪਸ ਖੁੱਲਣ ਜਾ ਰਹੀਆਂ ਨੇ ਤਾਂ ਉੱਥੇ ਦੂਜੇ ਪਾਸੇ ਕੈਲਗਰੀ ਵਿੱਚ ਵੀ ਕਿਹਾ ਜਾ ਰਿਹਾ ਕਿ ਸ਼ਾਪਿੰਗ ਮਾਲਸ ਕਿਤੇ ਖੁੱਲਣ ਦੀ ਤਿਆਰੀ ਵਿੱਚ ਨੇ। ਇਹਦੇ ਬਾਰੇ ਡਿਸਕਸ ਕਰਾਂਗੇ ਕਿ ਦਰਸ਼ਕ ਹੋ ਜੁੜ ਗਏ ਨੇ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਬ੍ਰੈਂਟਨ ਤੋਂ ਬੋਲ ਰਹੇ ਹਾਂ। ਹਾਂਜੀ ਦੱਸੋ ਕੀ ਕਹਿਣਾ ਚਾਹੁੰਦੇ ਹੋ? ਮੈਂ ਤੁਹਾਨੂੰ ਇਹ ਪੁੱਛਣਾ ਸੀਗਾ ਵੀ ਜਿਹੜੇ ਅੱਜ ਆਪਣੇ ਥਰੂਡੋ ਸਾਹਿਬ ਨੇ ਸੀਨੀਅਰਸ ਦੇ ਵਾਸਤੇ ਬੈਨੀਫਿਟ ਕੱਢੇ ਹੈਗੇ ਆ, ਉਹ ਕੌਣ ਜਿੱਦਾਂ ਸੀਨੀਅਰ ਕਿਹੜੇ ਵਾਲੇ ਸੀਨੀਅਰ ਕਰ ਸਕਦੇ ਨੇ, ਕੌਣ ਐਲੀਜੀਬਲ ਹੈਗੇ ਆ? ਜੀ ਬਿਲਕੁਲ, ਐਲੀਜੀਬਿਲਟੀ ਬਾਰੇ ਤੁਸੀਂ ਪੁੱਛ ਰਹੇ ਹੋ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ। ਨਾ ਜੀ ਜਿੰਨੇ ਵੀ ਸੀਰੀਜ਼ ਸਾਰੇ ਇਹਦੇ ਵਿੱਚ ਆਉਂਦੇ ਆ ਜੀ ਅਪ ਟੂ $500 500 ਹਰੇਕ ਨੂੰ ਨਹੀਂ ਜੀ ਮਿਲਣਾ। ਉਹਨਾਂ ਨੇ ਜਿਹੜੀ ਤੁਹਾਡੀ ਇਨਕਮ ਵਗੈਰਾ ਹੈਗੀ ਉਹ ਚੈੱਕ ਕਰਕੇ ਉਹਦੇ ਮੁਤਾਬਕ ਮਿਲਣਾ। ਜੇ ਉਹਨਾਂ ਦੇ ਉਹ ਕੈਟਾਗਰੀ 'ਚ ਆਲਰੇਡੀ ਤੁਸੀਂ 300 ਤੁਹਾਡੇ ਵੱਲ ਆ ਰਿਹਾ ਹੈਗਾ ਤਾਂ ਤੁਹਾਨੂੰ 200 ਮਿਲੇਗਾ। $500 ਟੋਟਲ ਮਿਲਣਾ, ਇੱਕ ਵਾਰੀ ਮਿਲਣਾ, ਲੰਪ ਸੰਪ ਮਿਲਣਾ, ਜਿਹੜਾ ਕੁਝ ਮਿਲਣਾ, ਪਰ ਇਹਦੇ ਤੇ ਟੈਕਸ ਕੋਈ ਨਹੀਂ ਹੈਗਾ। ਇਹ ਜਿਹੜੇ ਵੀ ਸੀਨੀਅਰਸ ਹੈਗੇ ਉਹਨਾਂ ਨੂੰ $500 ਮਿਲੇਗਾ ਜੀ। ਸਰ ਆਪਾਂ ਗੱਲ ਕਰ ਰਹੇ ਸੀ ਕੈਨੇਡਾ ਵਿੱਚ ਹੇਅਰ ਸੈਲੂਨ ਤੇ ਬਾਰਬਰ ਸ਼ਾਪਸ ਖੁੱਲਣ ਦੀ ਤਿਆਰੀ 'ਚ ਨੇ, ਤਾਂ ਉਧਰ ਕੈਲਗਰੀ ਦੇ ਵਿੱਚ ਵੀ ਜਿਹੜੇ ਸ਼ਾਪਿੰਗ ਮਾਲਸ ਖੁੱਲਣ ਜਾ ਰਹੇ ਨੇ, ਇਹਦੇ ਬਾਰੇ ਵਿੱਚ ਅਪਡੇਸ਼ਨ ਦਿਓ ਕਿਉਂਕਿ ਓਨਟਾਰੀਓ ਦੀ ਗੱਲ ਕਰੀਏ ਤਾਂ ਅੱਜ ਕੇਸਿਸ ਵੱਧ ਗਏ ਨੇ। ਅਜੇ ਵਿੱਚ ਬਾਕੀ ਪ੍ਰੋਵਿੰਸਸ ਵਿੱਚ ਜੇ ਆ ਸਭ ਕੁਝ ਖੁੱਲਦਾ ਹੈ ਤਾਂ ਕੇਸਿਸ ਵਧਣ ਦੇ ਆਸਾਰ ਹੈਗੇ ਨੇ ਕਿਉਂਕਿ ਅਜੇ ਵੈਕਸੀਨ ਨਹੀਂ ਆਈ। ਹਾਂਜੀ, ਤਾਂ ਮੈਨੀਟੋਬਾ ਦੇ ਵਿੱਚ ਜੀ ਇਹ ਅਲਾਉ ਹੋਣ ਲੱਗਿਆ ਜੀ। BC ਦੇ ਵਿੱਚ 14 ਮਈ ਤੋਂ ਸ਼ੁਰੂ ਹੋ ਜਾਣੇ ਆ ਜੀ। ਜਿਹੜੇ ਅਲਬਰਟਾ ਦੇ ਵਿੱਚ 14 ਮਈ ਤੋਂ ਸ਼ੁਰੂ ਹੋਣਾ ਜੀ, ਤੇ ਮੈਨੀਟੋਬਾ ਦੇ ਵਿੱਚ ਤਕਰੀਬਨ ਸ਼ੁਰੂ ਹੋਣ ਜਾ ਰਿਹਾ ਵੈਰੀ ਵੈਰੀ ਸੂਨ। ਬਾਕੀ BC ਦੇ ਵਿੱਚ ਸ਼ੁਰੂ ਹੋਣ ਲੱਗੇ ਨੇ ਜੀ। ਪਰ ਇਹ ਗੱਲ ਇਹ ਹੈਗੀ ਆ, ਕੱਲ ਆਪਾਂ ਨੂੰ ਕਿਸੇ ਨੇ ਸਵਾਲ ਕੀਤਾ ਸੀ ਜੀ ਬਿਲਕੁਲ, ਪਰ ਇਹ ਇਟਸ ਵੈਰੀ ਡੇਂਜਰਸ ਪ੍ਰੈਸੀਡੈਂਟ ਹੈ ਕਿਉਂਕਿ ਗਾਈਡਲਾਈਨਸ ਅਜੇ ਤੱਕ ਨਹੀਂ ਆਈਆਂ। ਇਹ ਕਹਿ ਦਿੱਤਾ ਗਿਆ ਕਿ ਖੋਲ ਸਕਦੇ ਹੋ ਪਰ ਉਹਨਾਂ ਦੇ ਵਾਸਤੇ ਅਜੇ ਗਾਈਡਲਾਈਨਸ ਨਹੀਂ ਆਈਆਂ ਨੇ। ਜਦ ਤੱਕ ਸਰਕਾਰ ਗਾਈਡਲਾਈਨਸ ਨਹੀਂ ਦਿੰਦੀ ਤੁਹਾਨੂੰ ਗਾਈਡਲਾਈਨ ਦੇ ਮੁਤਾਬਕ ਜਾਣਾ ਪਵੇਗਾ। ਰੀਜ਼ਨ ਮੈਂ ਤੁਹਾਨੂੰ ਦੱਸਣ ਲੱਗਿਆ ਕਿ ਡੈਂਟਿਸਟਰੀ ਦੇ ਵਿੱਚ ਬੜੀ ਵੱਡੀ ਗੱਲ ਆ ਰਹੀ ਹੈ ਕਿਉਂਕਿ ਡੈਂਟਿਸਟ ਵੀ ਖੁੱਲ੍ਹਣ ਜਾ ਰਹੇ ਆ। ਡੈਂਟਿਸਟ ਨੂੰ ਪ੍ਰੋਬਲਮ ਇਹ ਹੈ ਕਿ ਡੈਂਟਿਸਟ ਆਲਵੇਜ਼ ਮੂੰਹ ਦੇ ਉੱਪਰ ਜਾ ਕੇ ਉਹਨਾਂ ਨੂੰ ਕੰਮ ਕਰਨਾ ਪੈਂਦਾ ਤੇ ਉਹਦੇ ਜਿਹੜਾ ਸਾਹ ਆਉਂਦਾ ਉਹਦੇ ਉੱਤੇ ਆਉਂਦਾ, ਉਹਦੇ ਵਾਸਤੇ ਡੈਂਟਿਸਟ ਨੂੰ ਬਹੁਤ ਜ਼ਿਆਦਾ ਪ੍ਰੀਕਾਸ਼ਨ ਕਰਨੀ ਪੈਣੀ ਹੈ। ਔਰ ਸੇਮ ਟਾਈਪ ਆਫ ਕੰਮ ਹੀ ਹੈ ਜਿਹੜਾ ਬਾਰਬਰਸ ਦਾ, ਕਿਉਂਕਿ ਤੁਸੀਂ ਸਕਿਨ ਨੂੰ ਟੱਚ ਕਰਨਾ, ਪਸੀਨੇ ਨੂੰ ਟੱਚ ਕਰਨਾ, ਤੁਹਾਡੇ ਉੱਤੇ ਪਸੀਨੇ ਦੇ ਛਿੱਟੇ ਪੈ ਸਕਦੇ ਆ, ਉਹਦੇ ਨਾਲ ਵੀ ਤੁਹਾਨੂੰ ਹਾਲੇ ਇਹਦੀਆਂ ਗਾਈਡਲਾਈਨਸ ਆਈਆਂ ਨਹੀਂ ਹੈਗੀਆਂ ਪਰ ਆ ਜਾਣਗੀਆਂ। ਪਰ ਜਿਹੜੇ ਹਿਸਾਬ ਸਰਕਾਰਾਂ ਕਰਨ ਲੱਗੀਆਂ ਹੋਈਆਂ ਨੇ, ਖੋਲ੍ਹਣ ਲੱਗੀਆਂ ਹੋਈਆਂ ਨੇ, ਸੈਕੰਡ ਵੇਵ ਦੇ ਚਾਂਸਿਸ ਵੱਧਦੇ ਜਾ ਰਹੇ ਨੇ। ਰੀਜ਼ਨ ਬੀਇੰਗ ਇਜ਼, ਮੈਂ ਇਹਦੇ ਨਾਲ ਦੀ ਖਬਰ ਹੋਰ ਦੱਸਣਾ, ਵੂਹਾਨ ਚਾਈਨਾ ਦੇ ਵਿੱਚ ਤਰਨ 1 ਮਿਲੀਅਨ ਜਿਹੜੇ ਹੈਗੇ ਨੇ ਟੈਸਟ ਕਰਨੇ ਜੀ ਨੈਕਸਟ ਵੀਕ ਦੇ ਵਿੱਚ ਕਿਉਂਕਿ ਵੂਹਾਨ ਜਿੱਥੋਂ ਕਿ ਇਹ COVID-19 ਸ਼ੁਰੂ ਹੋਇਆ ਸੀਗਾ ਉੱਥੇ ਆਲਰੇਡੀ ਕੇਸਿਸ ਦੀ ਗਿਣਤੀ ਵਧਣ ਲੱਗ ਪਈ ਆ। ਸੇਮ ਇਜ਼ ਇਨ ਜਰਮਨੀ ਦੇ ਵਿੱਚ ਕੇਸਿਸ ਦੀ ਗਿਣਤੀ ਵਧਣ ਲੱਗ ਪਈ ਹੈ। ਸਾਊਥ ਕੋਰੀਆ ਨੇ ਬੜਾ ਵਧੀਆ ਕੰਟਰੋਲ ਕੀਤਾ ਸੀਗਾ। ਸਾਊਥ ਕੋਰੀਆ ਦੇ ਵਿੱਚ COVID-19 ਦੇ ਕੇਸਿਸ ਦੀ ਗਿਣਤੀ ਵਧਣ ਲੱਗ ਪਈ ਹੈ। ਇਹ ਇੱਕ ਬਹੁਤ ਵੱਡਾ ਸੁਨੇਹਾ ਬਾਕੀ ਦੇ ਕੰਟਰੀਜ਼ ਵਾਸਤੇ ਕਿ ਜਿਹੜੀਆਂ ਅਸੀਂ ਖੋਲ੍ਹਣ ਵਾਸਤੇ ਸੋਚ ਰਹੇ ਹਾਂ, ਬਹੁਤ ਜ਼ੋਰ ਲੱਗਿਆ ਹੈ ਆਪਣੇ ਸਾਰੇ ਕੰਟਰੀਜ਼ ਨੂੰ ਖੋਲ੍ਹਣ ਵਾਸਤੇ। ਇਹ ਉਹਨਾਂ ਵਾਸਤੇ ਇੱਕ ਵਾਰਨਿੰਗ ਹੈ ਕਿ ਉਹਨਾਂ ਨੂੰ ਦੇਖ ਕੇ ਚੱਲਣਾ ਚਾਹੀਦਾ। ਅਜੇ ਇੰਨੀ ਕਾਲ ਕਰਨ ਦੀ ਲੋੜ ਨਹੀਂ ਹੈ। ਬਿਲਕੁਲ ਜੀ। ਤੇ ਉਧਰ ਅਮਰੀਕਾ ਦੀ ਥੋੜੀ ਜਿਹੀ ਰੁਖ ਕਰ ਲਈ ਕਿਉਂਕਿ ਅਮਰੀਕਾ ਤੋਂ ਵੀ ਦਰਸ਼ਕ ਸਾਡੇ ਕਾਫੀ ਜੁੜੇ ਹੁੰਦੇ ਨੇ ਤੇ ਉੱਥੋਂ ਦੀ ਅਪਡੇਸ਼ਨ ਬਾਰੇ ਜਾਣਨਾ ਚਾਹੁੰਦੇ ਨੇ। ਅੱਜ ਮਿਸਟਰ ਪ੍ਰੈਜ਼ੀਡੈਂਟ ਟਰੰਪ ਦੀ ਜਿਹੜੀ ਖਬਰ ਸਾਹਮਣੇ ਆਈ ਹੈ ਕਿ ਇੱਕ ਪੱਤਰਕਾਰ ਨਾਲ ਫਿਰ ਤੋਂ ਬਦਸਲੂਕੀ ਦਾ ਮਾਮਲਾ ਸਾਹਮਣੇ ਆਇਆ। ਸਰ ਆਪਾਂ ਇਸ ਤੋਂ ਪਹਿਲਾਂ ਕਿ ਇਹਦੇ ਬਾਰੇ ਵਿੱਚ ਥੋੜੀ ਬਹੁਤ ਗੱਲਬਾਤ ਕਰੀਏ, ਪਹਿਲਾਂ ਅਸੀਂ ਆਪਣੇ ਦਰਸ਼ਕਾਂ ਨੂੰ ਦਿਖਾਉਂਦੇ ਹਾਂ ਵੀਡੀਓ ਜਿਹਦੇ ਵਿੱਚ ਮਿਸਟਰ ਟਰੰਪ ਨੂੰ ਇੱਕ ਮਹਿਲਾ ਪੱਤਰਕਾਰ ਕੋਈ ਕੁਐਸਚਨ ਪੁੱਟ ਕਰਦੀ ਹੈ ਤੇ ਉਹ ਕਿਸ ਤਰੀਕੇ ਨਾਲ ਉਹਦਾ ਜਵਾਬ ਦਿੰਦੇ ਨੇ। ਇਸ ਤੋਂ ਬਾਅਦ ਕੀ ਇਹ ਸਵਾਲ ਸੀ ਤੇ ਇਹਦਾ ਕਿਵੇਂ ਜਵਾਬ ਦਿੱਤਾ ਗਿਆ, ਇਹਦੇ ਬਾਰੇ ਅਸੀਂ ਗੱਲਬਾਤ ਕਰਾਂਗੇ। ਤੁਹਾਨੂੰ ਫਿਲਹਾਲ ਦਿਖਾਉਂਦੇ ਹਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਇਹ ਵੀਡੀਓ। Many times that the US is doing far better than any other country when it comes to testing. Yes. Why does that matter? Why is this a global competition to you if every day Americans are still losing their lives and we're still seeing more cases every day? Well, they're losing their lives everywhere in the world. And maybe that's a question you should ask China. Don't ask me, ask China that question, okay? When you ask them that question, you may get a very unusual answer. Yes, behind you, please. Sir, why are you saying that to me specifically? I'm telling you. I'm not saying it specifically to anybody. I'm saying it to anybody that would ask a nasty question like that. That's not a nasty question. Please go ahead. Why does it matter? Okay, anybody else? Please, go ahead in the back, please. I have 2 questions. No, it's okay. But you pointed to me. I have 2 questions, Mr. President. Next, please. But you called on me.
I did, and you didn't respond, and now I'm calling on Sorry, I just the wanted young to lady in the back, please. I just wanted to let my colleague finish, Okay. but can I ask you a Ladies and question, gentlemen, please? thank you very much. Appreciate But it. you called Thank you on- very much. ਸੋ ਇਹ ਸਨ ਜੀ ਅਮਰੀਕੀ ਰਾਸ਼ਟਰਪਤੀ ਮਿਸਟਰ ਟਰੰਪ, ਜਿਨ੍ਹਾਂ ਨੇ ਅੱਜ ਮਹਿਲਾ ਪੱਤਰਕਾਰ ਦੇ ਸਵਾਲ ਦਾ ਜਵਾਬ ਦੇਣ ਦੀ ਬਜਾਏ ਉਹਨਾਂ ਨੂੰ ਥੋੜਾ ਜਿਹਾ ਸਰ ਗੱਲਬਾਤ ਇਹ ਹੈ ਕਿ ਜੇ ਤੁਸੀਂ ਉੱਚੇ ਰੁਤਬੇ ਤੇ ਹੁੰਦੇ ਹੋ, ਇੱਕ ਦੇਸ਼ ਦੀ ਤੁਸੀਂ ਅਗਵਾਈ ਕਰ ਰਹੇ ਹੋ, ਤਾਂ ਅਜਿਹੇ ਵਿੱਚ ਸਾਰੀ ਦੁਨੀਆ ਦੀਆਂ ਨਜ਼ਰਾਂ ਤੁਹਾਡੇ ਤੇ ਹੁੰਦੀਆਂ ਨੇ, ਤੁਸੀਂ ਕਿਸ ਤਰੀਕੇ ਨਾਲ ਦੂਸਰੇ ਨਾਲ ਪੇਸ਼ ਆ ਰਹੇ ਹੋ, ਇੱਕ ਦੇਸ਼ ਨੂੰ ਤੁਸੀਂ ਆਪਣੇ ਆਪ ਨੂੰ ਰਿਪਰੈਜ਼ੈਂਟ ਕਰ ਰਹੇ ਹੋ, ਜਿਸ ਤਰੀਕੇ ਨਾਲ ਉਹਨਾਂ ਨੇ ਲਹਿਜ਼ੇ ਵਿੱਚ ਗੱਲਬਾਤ ਕੀਤੀ ਹੈ, ਇਹਦੇ ਬਾਰੇ ਕੀ ਕਹੋਗੇ? ਮੈਂ ਜੀ ਇਸ ਗੱਲ ਨੂੰ ਡਿਨਾਈ ਕਰਦਾ, ਜੋ ਕੁਛ ਉਹਨਾਂ ਨੇ ਕਿਹਾ ਬਹੁਤ ਗਲਤ ਗੱਲ ਕੀਤੀ ਹੈ। ਉਹ CBS ਦੀ ਪੱਤਰਕਾਰ ਹੈ ਜੀ। ਜੀ ਉਹਦੀ ਲੁੱਕ ਚਾਈਨੀਜ਼ ਹੈ। ਸ਼ੀ ਇਜ਼ ਫਰੋਮ ਚਾਈਨਾ। ਸ਼ੀ ਕੇਮ ਟੂ US when she was 2 years old. She is US citizen. ਇਹਨਾਂ ਨੇ ਉਹਨੂੰ ਸਵਾਲ ਜਦੋਂ ਕੀਤਾ, ਉਹਨੇ ਸਿੱਧਾ ਕਿਹਾ ਆਸਕ ਚਾਈਨਾ, which is a very wrong thing to say. ਫਿਰ ਉਹਦੇ ਸਵਾਲ ਦਾ ਜਵਾਬ ਨਹੀਂ ਦਿੱਤਾ ਉਹਨੇ। ਨੈਕਸਟ ਵਨ ਤੁਸੀਂ ਦੇਖਦੇ ਹੋ ਹੱਥ ਕਰਦਾ। ਉਹ ਪਿੱਛੇ ਜਿਹੜਾ ਨੈਕਸਟ ਪੱਤਰਕਾਰ ਆ ਉਹ CNN ਦਾ। CNN ਦੇ ਪੱਤਰਕਾਰ ਨੂੰ ਕਿਹਾ ਮੈਂ ਤੇਰੀ ਗੱਲ ਸੁਣਨੀ ਚਾਹੁੰਦਾ। CNN ਦੇ ਪੱਤਰਕਾਰ ਤੇ ਅੱਗੇ ਉਹ ਪਹਿਲੀ ਲੇਡੀ ਆ ਜਿਹਦੇ ਹਲੇ ਇਹਨੇ ਜਵਾਬ ਨਹੀਂ ਦਿੱਤਾ। ਉਹਨੂੰ ਹਲੇ ਗੱਲ ਕਰਨ ਦਿੰਦਾ ਕਿ ਲੇਡੀ ਜਦ ਕੁਐਸਚਨ ਕਰ ਰਹੀ ਹੈ CBS ਦੀ, ਤਾਂ ਉਹਦਾ ਟਰੰਪ ਸਾਹਿਬ ਜਵਾਬ ਨਹੀਂ ਦੇਣਾ ਚਾਹੁੰਦੇ। ਇਨ ਦਾ ਮੀਨ ਟਾਈਮ ਉਹ ਤੀਸਰੇ ਨੂੰ ਕਹਿ ਦਿੰਦੇ ਵੀ ਤੂੰ ਗੱਲ ਕਰ ਜਿਹੜੀ ਕਰਨੀ ਹੈ। CNN ਨੇ ਕਹਾ ਮੇਰੀ ਵਾਰੀ ਰਹੀ ਹੈਗੀ ਆ, ਉਹਨੂੰ ਵੀ ਇਗਨੋਰ ਕਰਦੇ, ਵਿਚ ਇਜ਼ a wrong thing. It means ਜਦੋਂ ਤੁਸੀਂ ਅਜਿਹੀਆਂ ਗੱਲਾਂ ਕਰਦੇ ਹੋ, it means you cannot face people. ਟਰੰਪ ਸਾਹਿਬ ਨੂੰ ਇਹ ਪਹਿਲਾਂ ਤਾਂ ਇਹਨਾਂ ਨੇ ਬਰੀਫਿੰਗਸ ਕੀਤੀਆਂ ਹੀ ਨਹੀਂ ਸੀਗੀਆਂ। ਜਿੱਦਣ ਇਹਨਾਂ ਨੇ ਬਰੀਫਿੰਗ ਕੀਤੀ ਉਦੋਂ ਕਹਿੰਦੇ ਟੀਕਾ ਲਾ ਲਓ, ਜਿਹੜਾ ਸਫਾਈ ਵਾਲਾ ਆਪਣੇ ਹੈਗੇ ਚੀਜ਼ਾਂ ਹੈਗੀਆਂ ਨੇ। ਉਦੋਂ ਇਹਨਾਂ ਨੇ ਆਪ ਦਾ ਪੁੱਠਾ ਗੱਲ ਕੀਤੀ ਆ। ਹੁਣ ਦੁਬਾਰੇ ਫੇਰ ਬਰੀਫਿੰਗ ਦੇ ਵਿੱਚ ਆਏ ਨੇ, ਇਹਨਾਂ ਨੇ ਫੇਰ ਇਹ ਗੱਲ ਸ਼ੁਰੂ ਕੀਤੀ ਆ, ਵਿਚ ਇਜ਼ ਜਿਹਨਾਂ ਲੱਗਦਾ ਹੈ ਕਿ ਟਰੰਪ ਸਾਹਿਬ ਫਰਸਟ੍ਰੇਟਡ ਨੇ, ਅੰਦਰੋਂ ਫਰਸਟ੍ਰੇਟਡ ਨੇ, ਕਿਉਂਕਿ ਕਰੋਨਾ ਵਾਇਰਸ ਦਾ ਇਹਨਾਂ ਦੇ ਕੰਟਰੋਲ 'ਚ ਅਜੇ ਤੱਕ ਆ ਨਹੀਂ ਰਿਹਾ। ਉਧਰੋਂ ਇਲੈਕਸ਼ਨ ਸਿਰ ਦੇ ਉੱਤੇ ਹੈਗੀ ਆ। ਇਹ ਸਾਰੀ ਇਹਨਾਂ ਦੀ ਫਰਸਟ੍ਰੇਸ਼ਨ ਨਜ਼ਰ ਆ ਰਹੀ ਜੀ। ਸਰ ਇੱਕ ਵੈਸਟ ਜੈਟ ਦੀਆਂ ਫਲਾਈਟਸ ਦੀ ਅਪਡੇਸ਼ਨ ਵੀ ਦੇ ਦਈਏ, ਕਿਉਂਕਿ ਫਲਾਈਟਸ ਚੱਲ ਰਹੀਆਂ ਨੇ, ਅਜਿਹੇ ਵਿੱਚ ਯਾਤਰੀ ਇੱਕ ਥਾਂ ਤੋਂ ਦੂਜੀ ਥਾਂ ਜਾਣਾ ਚਾਹੁੰਦੇ ਨੇ ਇਹੋ ਜਿਹੇ ਮਾਹੌਲ ਦੇ ਵਿੱਚ ਵੀ, ਤੇ ਵੈਸਟ ਜੈਟ ਦੀਆਂ ਫਲਾਈਟਸ ਦੇ ਬਾਰੇ ਵਿੱਚ ਕੀ ਅਪਡੇਸ਼ਨ ਹੈ? ਵੈਸਟ ਜੈਟ ਦੀ ਗੱਲ ਆ ਸੀ ਤਰਨ ਤੇ ਪਿਛਲੇ ਉਹਨਾਂ ਨੇ ਜਿਹੜੀ ਅਨਾਉਂਸਮੈਂਟ ਆਈ ਸੀ ਜੂਨ ਦੇ ਐਂਡ ਤੱਕ ਉਹਨਾਂ ਦੀਆਂ ਬਹੁਤੀਆਂ ਫਲਾਈਟਾਂ ਨਹੀਂ ਸੀਗੀਆਂ। ਕੋਈ ਵੀ ਟਾਈਮ ਢਿੱਲੀ ਚੱਲਦੀ ਹੈ ਤੇ ਉਹਨਾਂ ਨੇ ਕਿਹਾ ਸੀ ਜੂਨ ਤੋਂ ਬਾਅਦ ਅਸੀਂ ਫਲਾਈਟਾਂ ਸ਼ੁਰੂ ਕਰ ਦਾਂਗੇ, ਜਿਹੜੀਆਂ ਕਿ ਹੁਣ ਨਹੀਂ ਹੋ ਰਹੀਆਂ। ਇਟ ਇਜ਼ ਗੋਇੰ ਟੂ ਬੀ till ਜੁਲਾਈ ਤੱਕ। ਹਜੇ ਤੱਕ ਵੀ ਉਹਨਾਂ ਦੀ ਇਹ ਨਵੀਂ ਅਪਡੇਸ਼ਨ ਆਈ ਹੈ ਜੀ ਕਿ ਫਲਾਈਟਾਂ ਅਜੇ ਵੈਸਟ ਜੈਟ ਦੀਆਂ ਨਹੀਂ ਸ਼ੁਰੂ ਜੀ। ਸਰ ਇੱਕ ਇਹ ਵੀ ਖਬਰ ਹੈ ਕਿ ਅਸੀਂ ਜਿਵੇਂ ਡਿਸਕਸ ਕਰ ਰਹੇ ਸੀ, ਕੱਲ ਵੀ ਆਪਾਂ ਡਿਸਕਸ ਕੀਤੀ ਆ ਕਿ ਵਿਆਹਾਂ ਦੇ ਵਿੱਚ ਕਿਸੇ ਸਮੇਂ ਦੇ ਵਿੱਚ ਇੰਨਾ ਭਾਰੀ ਇਕੱਠ ਵੀ ਹੁੰਦਾ ਸੀ ਤੇ ਇੰਨੇ ਭਾਰੇ ਪੈਸੇ ਵੀ ਲਗਾਏ ਜਾਂਦੇ ਸੀ, ਮੋਟੀ ਰਕਮ ਜਿਹੜੀਆਂ ਵਿਆਹਾਂ ਦੇ ਵਿੱਚ ਲਗਾਈ ਜਾਂਦੀ ਸੀ ਵਿਆਹ ਕਰਾਉਣ ਦੇ ਵਿੱਚ। ਸੋ ਹੁਣ ਆਪਣੇ ਜੋ ਇਸ ਵਕਤ ਮਹਾਮਾਰੀ ਦੀ ਸਥਿਤੀ ਬਣੀ ਹੋਈ ਆ, ਜਿਹੇ ਵਿੱਚ ਲੋਕਾਂ ਨੂੰ ਇੱਕ ਮਜਬੂਰੀ ਹੋ ਗਈ ਸੀ ਕਿ ਘੱਟ ਜਣੇ ਜਾਣ ਤੇ ਜਾ ਕੇ ਵਿਆਹ ਸਿੰਪਲ ਕਰਵਾ ਕੇ ਆ ਜਾਣ। ਹੁਣ ਜੋ ਨਵਾਂ ਸਰਵੇ ਸਾਹਮਣੇ ਆਇਆ, ਲੋਕਾਂ ਦਾ ਹੁਣ ਅੱਜ ਕੱਲ੍ਹ ਇਸ ਸਿੰਪਲ ਵੈਡਿੰਗ ਦੇ ਵਿੱਚ ਰੁਝਾਨ ਵਧਣਾ ਸ਼ੁਰੂ ਹੋ ਗਿਆ ਹੈ। ਬਿਲਕੁਲ ਜੀ, ਚੰਗੀ ਗੱਲ ਆ। ਇਹ ਜਿਹੜੇ ਰੁਝਾਨ ਆਇਆ ਨਾ, ਇਹ ਇੰਡੀਅਨ ਲੋਕਾਂ ਦਾ ਰੁਝਾਨ ਨਹੀਂ ਹੈ। ਇਹ ਜਿਹੜੇ ਕੈਨੇਡੀਅਨਸ ਲੋਕ ਆ ਉਹਨਾਂ ਦਾ ਰੁਝਾਨ ਹੈ ਜੀ। ਇਹਨਾਂ ਦੇ ਅੱਗੇ ਵੀ ਇਕੱਠ ਬਹੁਤੇ ਵੱਡੇ ਨਹੀਂ ਹੁੰਦੇ ਜਿਹਨੂੰ ਬਹੁਤ ਵੱਡਾ ਇਕੱਠ ਕਹਿੰਦੇ ਆ। 100 ਬੰਦਾ ਹੁੰਦਾ ਇਹਨਾਂ ਦੇ ਵਿਆਹਾਂ ਦੇ ਉੱਤੇ, ਜਿਹਨੂੰ ਸਾਡਾ ਜਿਹੜਾ ਮੰਗਣਾ ਵਗੈਰਾ ਹੁੰਦਾ ਉਹ ਤੇ ਵੀ 100 ਤੋਂ ਵੱਧ ਬੰਦੇ ਹੁੰਦੇ ਆ। ਸੋ ਇਹ ਉਹ ਖਰਚਾ ਬਹੁਤ ਹੁੰਦਾ। ਐਸੀ ਗੱਲ ਨਹੀਂ, ਪਲੇਟ ਬੜੀ ਮਹਿੰਗੀ ਹੁੰਦੀ ਹੈ, $250 ਤੱਕ, $300 ਤੱਕ, $500 ਤੱਕ ਪਲੇਟ ਜਾਂਦੀ ਹੈ, ਜਿਹੜੀ ਕਿ ਸਾਡੀਆਂ ਪਲੇਟਾਂ ਤਕਰੀਬਨ $100 ਦੇ ਨੇੜੇ ਤੇੜਾ। ਹੁਣ ਉਸ ਦੇ 180 ਮੰਗੇ ਜਾ ਰਹੇ ਨੇ। ਉਹਦੇ ਤੇ ਛੋਟਾ ਨੰਬਰ ਕਰ ਰਿਹਾ, 15 16 ਬੰਦੇ, 5 ਬੰਦੇ, 6 ਬੰਦੇ ਜਾ ਕੇ ਵਿਆਹ ਕਰਵਾ ਰਹੇ ਨੇ। ਔਰ ਚੰਗੀ ਗੱਲ ਹੈ, ਵਾਸ ਅ ਵੇਸਟੇਜ ਆਫ ਮਨੀ। ਠੀਕ ਹੈ, ਤੁਸੀਂ ਪੌਸ਼ ਲੈਵਿਸ਼ wedding, you want to throw a party, that's a different story. ਪਰ ਜਿਹੜੇ ਇੰਨੇ ਗੱਲ ਦੇ ਨਾਲ ਬਹੁਤ ਮੇਰਾ ਖਿਆਲ ਆ ਕਿ ਉਹੀ ਪੈਸਾ ਜਿਹੜਾ ਠੀਕ ਹੈ ਇਕਨੋਮੀ ਵਿੱਚ ਜਾਂਦਾ, ਪਰ ਸਮਟਾਈਮਸ ਇਟਸ ਜਸਟ ਵੇਸਟ ਆਫ ਮਨੀ। ਉਹੀ ਪੈਸਾ ਜੇ ਲੜਕਾ ਲੜਕੀ ਆਪਣੇ ਵਾਸਤੇ ਘਰ ਲੈਣ ਵਾਸਤੇ ਜਾਂ ਕੁਝ ਹੋਰ ਚੀਜ਼ਾਂ ਵਾਸਤੇ ਵਰਤਣ, ਔਰ ਉਹ ਬੜੀ ਚੰਗੀ ਗੱਲ ਹੈ। ਮੋਸਟਲੀ ਜਿਹੜੇ ਕੈਨੇਡੀਅਨ ਵੈਡਿੰਗਸ ਜਿਹੜੀਆਂ ਇਹ ਤਰਨ ਬਹੁਤਿਆਂ ਦੇ ਵਿੱਚ ਜਿਹੜਾ ਲੜਕਾ ਤੇ ਲੜਕੀ ਉਹਦਾ ਖਰਚਾ ਹੁੰਦਾ, ਪੇਰੈਂਟਸ ਦਾ ਥੋੜਾ ਬਹੁਤਾ ਹੁੰਦਾ। ਸਾਡੇ ਪੁੱਠਾ ਖਰਚਾ ਪੇਰੈਂਟਸ ਨੇ ਕਰਨਾ, ਚੈੱਕ ਪੇਰੈਂਟਸ ਸਾਡੇ ਤਾਂ ਕਰਜ਼ਾ ਚੁੱਕ ਚੁੱਕ ਕੇ ਕਰਦੇ ਨੇ ਜੀ, ਨਾ ਵੀ ਹੁਣ ਕਰਜ਼ਾ ਚੁੱਕ ਚੁੱਕ ਕਰਦੇ ਨੇ। ਨਹੀਂ ਮੇਰੀ ਗੱਲ ਹਜੇ ਮੁੱਕੀ ਨਹੀਂ, ਮਰਜ਼ੀ ਬੱਚਿਆਂ ਦੀ ਹੈ। ਉਹ ਕਹਿੰਦੇ ਆਹ ਕਰਨਾ ਆਹ ਕਰਨਾ ਆਹ ਕਰਨਾ, ਪੇਰੈਂਟਸ ਕਹਿੰਦੇ ਯਾਰ ਤੂੰ ਰਹਿਣ ਦੇ, ਕੁਝ ਹੋਰ ਸੋਚ ਰਹਾ। ਉਹ ਕਹਿੰਦੇ ਨੋ ਹੋਊਗਾ ਇਹ ਚੈੱਕ ਪੇਰੈਂਟਸ ਨੇ ਕੱਟਣਾ, ਮਰਜ਼ੀ ਬੱਚਿਆਂ ਦੀ ਹੈ। ਸੌਰੀ ਜੇ ਕਿਸੇ ਨੇ ਇਸ ਗੱਲ ਤੇ ਦਿਖਾਇਆ ਜੀ। ਸਰ ਥੋੜਾ ਜਿਹਾ ਇਹ ਹੈ ਕਿ ਆਪਾਂ ਲਾਸਟ ਟਾਈਮ ਵੀ ਗੱਲ ਕੀਤੀ ਸੀ, ਕਈ ਅਦਾਰੇ ਅਜਿਹੇ ਨੇ ਜਿਹੜੇ ਕਿ ਹੁਣ ਆਪਣੇ EMPLOYEES ਜਿਵੇਂ ਖੁੱਲਦੇ ਜਾ ਰਹੇ ਨੇ ਅਦਾਰੇ, ਸੋ ਕਈ ਅਦਾਰੇ ਆਪਣੇ EMPLOYEES ਦਾ ਟੈਂਪਰੇਚਰ ਚੈੱਕ ਕਰਿਆ ਕਰਨਗੇ ਤੇ ਹਰ ਰੋਜ਼, ਕਿਉਂਕਿ ਸਾਵਧਾਨੀ ਵਰਤਣੀ ਬਹੁਤ ਜ਼ਰੂਰੀ ਹੈ। ਪਰ 에ਅਰ ਕੈਨੇਡਾ ਨੂੰ ਲੈ ਕੇ ਜਿਵੇਂ 에ਅਰ ਕੈਨੇਡਾ ਨੇ ਫੈਸਲਾ ਕੀਤਾ ਸੀ ਕਿ ਟੈਂਪਰੇਚਰ ਚੈੱਕ ਕੀਤਾ ਜਾਏਗਾ, ਇਹਦਾ ਕੁਝ ਲੋਕ ਵਿਰੋਧ ਕਰ ਰਹੇ ਨੇ, ਇਹਦਾ ਕੀ ਕਾਰਨ ਹੈ?
ਦੇਖੋ 에ਅਰ ਕੈਨੇਡਾ ਨੇ ਜਿਹੜੀ ਨਵੀਂ ਪਾਲਿਸੀ ਹੈ, ਇੱਕ ਤਾਂ ਉਹ ਵੀ ਨਾਲ ਦੀ ਸੀਟ ਖਾਲੀ ਹੋਵੇ, ਚਾਹੇ ਫੈਮਿਲੀ ਇਕੱਠੀ ਟਰੈਵਲ ਕਰ ਰਹੀ ਹੈ ਨਾਲ ਦੀ ਸੀਟ ਖਾਲੀ ਹੋਈ। ਸੈਕੰਡ ਉਹਨਾਂ ਦੀ ਪਾਲਿਸੀ ਇਹ ਹੈ ਕਿ ਟੈਂਪਰੇਚਰ ਚੈੱਕ ਕੀਤਾ ਜਾਵੇਗਾ। ਇਹਦੇ ਵਿੱਚ ਜਿਹੜੇ ਪ੍ਰਾਈਵੇਸੀ ਵਾਲੇ ਲੋਕ ਨੇ ਉਹ ਲੋਕਾਂ ਨੇ ਇਸ ਗੱਲ ਦਾ ਇਤਰਾਜ਼ ਕੀਤਾ, ਔਰ ਉਹ ਮੈਨੂੰ ਲੱਗਦਾ ਲੀਗਲ ਤੌਰ ਤੇ 에ਅਰ ਕੈਨੇਡਾ ਤੁਹਾਡਾ ਟੈਂਪਰੇਚਰ ਚੈੱਕ ਨਹੀਂ ਕਰ ਸਕਦਾ। ਸੋ ਇਹਨੂੰ ਲੀਗਲ ਚੈਲੰਜ ਹੋਏਗਾ। ਅਦਰਵਾਈਜ਼ ਮੇਰੇ ਖਿਆਲ ਜਾਂ ਤਾਂ 에ਅਰ ਕੈਨੇਡਾ ਹੋ ਸਕਦਾ ਇਸ ਗੱਲ ਨੂੰ ਬਿਫੋਰ ਦੇ ਗੋ ਟੂ ਕੋਰਟ, ਉਦੋਂ ਪਹਿਲਾਂ ਸ਼ਾਇਦ ਇਹ ਆਪਦਾ ਫੈਸਲੇ ਨੂੰ ਵਾਪਸ ਲੈ ਲੈਣਗੇ, ਕਿਉਂਕਿ ਤੁਸੀਂ ਕਿਸੇ ਦੀ ਬਾਡੀ ਦਾ ਟੈਂਪਰੇਚਰ ਉਹਦੀ ਇਜਾਜ਼ਤ ਤੋਂ ਬਿਨਾਂ ਨਹੀਂ ਲੈ ਸਕਦੇ। ਇਹ ਸ਼ਾਇਦ ਇੱਥੋਂ ਦਾ ਕਾਨੂੰਨ ਆ, ਕੋਈ ਲੀਗਲ ਇਹ 'ਚ ਅੜਿੱਕਾ ਹੈ। ਜਿਹੜੇ ਪ੍ਰਾਈਵੇਸੀ ਵਾਲੇ ਲੋਕ ਨੇ ਉਹਨਾਂ ਨੇ ਆਲਰੇਡੀ ਇਹਨੂੰ ਚੈਲੰਜ ਕਰ ਦਿੱਤਾ, ਉਹਨਾਂ ਨੂੰ ਦੱਸਤਾ ਕਿ ਕਰਨ ਕਿ ਤੁਸੀਂ ਨਹੀਂ ਕਰ ਸਕਦੇ। ਸਰ, ਅਸੀਂ ਗੱਲ ਕਰ ਰਹੇ ਹਾਂ ਕਰੋਨਾ ਵਾਇਰਸ ਦੇ ਕਰਕੇ ਦੁਨੀਆ ਦੇ ਲਗਭਗ ਸਾਰੇ ਮੁਲਕ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਨੇ। ਦੁਨੀਆ ਦਾ ਸਭ ਤੋਂ ਤਾਕਤਵਰ ਮੁਲਕ ਅਮਰੀਕਾ ਕਹੀਏ ਤਾਂ ਇੱਥੇ ਸਭ ਤੋਂ ਵੱਧ ਮੌਤਾਂ ਵੀ ਹੋਈਆਂ ਨੇ, ਸਭ ਤੋਂ ਵੱਧ ਕੇਸ ਵੀ ਹੋਏ ਨੇ। ਯੂਰਪ ਦੇ ਵਿੱਚ ਕਿਵੇਂ ਦੇ ਹਾਲਾਤ ਸਾਹਮਣੇ ਆਏ ਨੇ, ਭਾਰਤ ਵਿੱਚ ਹੁਣ ਲਗਾਤਾਰ ਕੇਸਿਸ ਵਧ ਰਹੇ ਨੇ। ਸਭ ਤੋਂ ਜ਼ਿਆਦਾ ਅਸਰ ਕਹਿ ਰਹੇ ਨੇ ਕਿ ਅਫਰੀਕਾ ਦੇ ਉੱਤੇ ਇਸ ਦਾ ਵੀ ਦੇਖਣ ਨੂੰ ਮਿਲ ਸਕਦਾ। ਇਹਦੇ ਬਾਰੇ ਗੱਲ ਕਰਾਂਗੇ। ਇੱਕ ਦਰਸ਼ਕ ਜੁੜ ਗਏ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਸਰ? ਮੈਂ ਮੌਂਟਰੀਅਲ ਤੋਂ ਬੋਲ ਰਿਹਾ। ਹਾਂਜੀ, ਦੱਸੋ ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਮੇਰੀ ਵਾਈਫ ਦਾ EI ਅਪਲਾਈ ਕੀਤਾ ਸੀ, ਕਿਉਂਕਿ ਮੇਰੀ ਵਾਈਫ ਨੇ ਲਾਸਟ ਈਅਰ ਕੰਮ ਨਹੀਂ ਕੀਤਾ ਹੋਇਆ ਸੀ, ਤੇ ਉਹਦੇ ਬਾਅਦ ਉਹਨਾਂ ਦਾ ਐਸਐਸ ਕੋਡ ਨਹੀਂ ਆਇਆ ਸੀ। ਪਰ ਉਹਦੇ ਬਾਅਦ ਮੈਂ ਉਹਨਾਂ ਦੇ ਜਿਹੜਾ ਸੀ CRB ਲਈ ਅਪਲਾਈ ਕੀਤਾ, ਤੇ ਉਹਦਾ CRB ਦੇ ਵਿੱਚ ਵੀ $2,000 ਆ ਗਏ, ਪਰ ਉਹਦੇ ਬਾਅਦ ਉਹਨਾਂ ਦਾ ਐਸਐਸ ਕੋਡ ਵੀ ਆ ਗਿਆ। ਤੇ ਹੁਣ ਮੈਂ ਐਸਐਸ ਕੋਡ ਦੇ ਜਰੀਏ ਪੈਸੇ ਲੈ ਰਿਹਾ, ਤੇ ਅਗਰ ਜਿਹੜੇ ਮੈਂ ਦੂਸਰੇ CRB ਦੇ ਥਰੂ ਪੈਸੇ ਲਏ ਸੀ ਉਹ ਕਿਵੇਂ ਵਾਪਸ ਕਰ ਸਕਦਾ? ਇਸ ਬਾਰੇ ਕੋਈ ਜਾਣਕਾਰੀ ਦੱਸੋ ਜੀ। ਬਿਲਕੁਲ, ਵਾਪਸ ਕਰਨ ਦੇ ਬਾਰੇ ਤੁਸੀਂ ਗੱਲ ਕਰ ਰਹੇ ਹੋ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ। ਨਾਥ ਜੀ, ਪਹਿਲਾਂ ਚੰਗੀ ਗੱਲ ਹੈ ਜੀ, ਇਹਨਾਂ ਨੇ ਵਾਪਸ ਕਰਨ ਬਾਰੇ ਸੋਚਿਆ। ਜਿਹੜੀ ਅਥਾਰਟੀ ਤੋਂ ਪੈਸੇ ਆਏ ਨੇ, ਕਾਲ ਦੈਮ ਬੈਕ। ਉਹਨਾਂ ਨੂੰ ਕਹੋ ਵੀ ਸਾਡੇ ਕੋਲੇ ਤੁਹਾਡੇ ਪੈਸੇ ਵੱਧ ਆਏ ਆ, ਮੈਨੂੰ ਇੱਕ ਚੀਜ਼ ਆਲਰੇਡੀ ਆ ਰਹੀ ਹੈ, ਮੈਨੂੰ ਪੈਸੇ ਤੁਹਾਡੇ ਨਹੀਂ ਚਾਹੀਦੇ। ਜਿਹੜਾ ਕੁਐਸਚਨ ਆਪਾਂ ਨੂੰ ਕੀਤਾ ਜੀ, ਇਹੀ ਸਵਾਲ ਉਹਨਾਂ ਨੂੰ ਤੁਸੀਂ ਕਰਨਾ, ਔਰ ਤੁਹਾਨੂੰ ਉਹ ਪ੍ਰੋਸੈਸ ਦੱਸਣਗੇ ਕਿ ਹਾਊ ਟੂ ਰਿਟਰਨ ਦੈਟ ਮਨੀ ਬੈਕ। ਔਰ ਚੰਗੀ ਗੱਲ ਹੈ ਜਿਹਦੇ ਕੋਲੇ ਤੁਸੀਂ ਇੱਕ ਹੀ ਲੈ ਸਕਦੇ ਹੋ ਜੀ, ਜਾਂ ERB ਲੈ ਸਕਦੇ ਹੋ ਜਾਂ ਅਨਐਮਪਲੋਇਮੈਂਟ ਲੈ ਸਕਦੇ ਹੋ। ਦੋਨੇ ਜਾਣੇ ਤੁਸੀਂ ਦੋਨੇ ਇਕੱਠੇ ਨਹੀਂ ਲੈ ਸਕਦੇ। ਇੱਕ ਦੂਜੇ ਨੂੰ ਇਹ ਓਵਰ ਰੂਲ ਕਰਦੇ ਆ, ਨਾਲੋਂ ਨਾਲ ਇਹ ਇਕੱਠੇ ਨਹੀਂ ਚੱਲਣਗੇ, ਈਦਰ ਔਰ ਹੋਏਗਾ। ਸੋ ਜਿਹੜਾ ਤੁਹਾਡੇ ਕੋਲੇ ਜਿਹੜੀ ਤੁਸੀਂ ਇੰਸਟੀਟਿਊਸ਼ਨ ਪੈਸੇ ਵਾਪਸ ਕਰਨ ਚਾਹੁੰਦੇ ਹੋ, ਉਹਨਾਂ ਦਾ ਚੈੱਕ ਤੁਹਾਡੇ ਕੋਲ ਆਇਆ ਜੀ, ਕਾਲ ਦੈਮ ਐਂਡ ਲੈਟ ਦੈਮ ਨੋ, ਐਂਡ ਉਹ ਉਹਨਾਂ ਦਾ ਪੈਸਾ ਆਪਦੇ ਅਕਾਊਂਟ ਵਿੱਚ ਜਮ੍ਹਾਂ ਨਾ ਕਰਾਇਓ, ਉਹਨਾਂ ਨੂੰ ਸਿੱਧਾ ਵਾਪਸ ਕਰ ਦਿਓ ਜੀ। ਸਰ, ਅਫਰੀਕਾ ਬਹੁਤ ਜ਼ਿਆਦਾ ਪ੍ਰਭਾਵਿਤ ਹੋਣ ਲੱਗਿਆ ਕਰੋਨਾ ਵਾਇਰਸ ਦੇ ਨਾਲ, ਹਾਲਾਂਕਿ ਹਰ ਮੁਲਕ ਹੀ ਹੋ ਰਿਹਾ। ਅਫਰੀਕਾ ਤਾਂ ਅੱਗੇ ਹੀ ਮਾਰ ਪਈ ਹੈ ਏਡਸ ਦੀ, ਬਹੁਤ ਸਾਲਾਂ ਤੋਂ ਮਾਰ ਪੈ ਰਹੀ ਹੈ। ਪਿਛਲੇ 30 ਸਾਲਾਂ ਤੋਂ ਏਡਸ ਨੇ ਬਹੁਤ, ਉੱਥੇ ਕਈ ਮਿਲੀਅਨ ਲੋਕਾਂ ਦੀ ਮੌਤ ਹੋਈ ਹੈ। ਏਡਸ ਦਾ ਅਜੇ ਤੱਕ ਇਲਾਜ ਨਹੀਂ ਆਇਆ। ਇਸ ਤੋਂ ਪਹਿਲਾਂ ਅਫਰੀਕਾ ਦੀ ਗੱਲ ਕਰਾਂ, ਬੋਰਿਸ ਜੌਨਸਨ ਹੁਣ ਨੇ ਵੀ ਇਹ ਗੱਲ ਕਹੀ ਹੈ, ਮਿਸਟਰ ਟਰੰਪ ਨੇ ਵੀ ਇਹ ਗੱਲ ਕਹੀ ਹੈ, ਹੁਣ ਮੰਨਣ ਲੱਗ ਪਏ ਨੇ। ਆਪਾਂ ਹੁਣ ਤੋਂ ਹਫ਼ਤਾ ਤੱਕ ਪਹਿਲਾਂ ਗੱਲ ਕੀਤੀ ਸੀ ਕਿ ਇਹ ਜ਼ਰੂਰੀ ਨਹੀਂ ਹੈ ਕਿ ਕਰੋਨਾ ਵਾਇਰਸ ਦਾ ਕੋਈ ਵੈਕਸੀਨ ਆ ਜਾਏਗਾ। ਬਹੁਤਿਆਂ ਦੇ ਵੈਕਸੀਨ ਆ ਜਾਂਦੇ ਆ, 99% ਵੈਕਸੀਨ ਆ ਜਾਂਦਾ। ਚਾਂਸਸ ਇਹ ਵੀ ਹੈਗੇ ਆ ਕਿ ਸ਼ਾਇਦ ਕਰੋਨਾ ਦਾ ਵੈਕਸੀਨ ਨਾ ਆਵੇ। ਇਹ ਏਡਸ ਦਾ ਵੈਕਸੀਨ, ਮੈਂ ਤਾਂ ਹੀ ਗੱਲ ਕਰਦਾ ਕਿ ਏਡਸ ਦਾ ਵੈਕਸੀਨ ਹੁਣ ਤੱਕ ਨਹੀਂ ਆਇਆ। 30 ਸਾਲ ਤੋਂ ਉੱਪਰ ਹੋ ਗਏ ਨੇ, ਮਿਲੀਅਨਸ ਲੋਕ ਮਰ ਰਹੇ, ਏਡਸ ਦਾ ਕੋਈ ਵੈਕਸੀਨ ਨਹੀਂ ਹੈ। ਏਡਸ ਕਰਕੇ ਜਿਹੜਾ ਤੁਹਾਡਾ ਇਮਿਊਨ ਸਿਸਟਮ ਹੈ ਤਰਨ, ਉਹ ਵੀਕ ਹੋ ਜਾਂਦਾ। ਔਰ ਏਡਸ ਦੇ ਉੱਤੇ ਜਿਹੜਾ ਹੁਣ ਤੱਕ ਪੈਸਾ ਲੱਗ ਰਿਹਾ ਸੀ, ਏਡਸ ਨੂੰ ਹੈਲਪ ਜਿਹੜੀ ਜਾ ਰਹੀ ਸੀ, ਕਰੋਨਾ ਕਰਕੇ ਉਹ ਹੈਲਪ ਘਟ ਗਈ ਹੈ, ਕਰੋਨਾ ਵਾਲੇ ਪਾਸੇ ਨੂੰ ਵੱਧ ਗਈ ਹੈ, ਡਾਇਵਰਟ ਕਰ ਦਿੱਤਾ ਗਿਆ। ਔਰ ਇੱਕ ਤਾਂ ਇਮਿਊਨ ਸਿਸਟਮ ਬਹੁਤ ਮਾੜਾ ਹੋ ਜਾਂਦਾ ਏਡਸ ਕਰਕੇ, ਔਰ ਉਹਦੇ ਕਰਕੇ ਜਿਹੜੀਆਂ ਕਹਿੰਦੇ 500,000 ਅਬਾਊਟ 5 ਲੱਖ ਤੱਕ ਲੋਕਾਂ ਦੀ ਮੌਤ ਹੋ ਸਕਦੀ ਹੈ ਅਫਰੀਕਾ ਦੇ ਵਿੱਚ, ਬਿਕਾਜ਼ ਆਫ ਏਡਸ ਐਂਡ ਕਰੋਨਾ ਵੈਨ ਦੇ ਗੋ ਟੂਗੈਦਰ। ਜੀ, ਬੜੀ ਮਾੜੀ ਗੱਲ ਹੈ ਜੀ, ਜਿਹੜਾ ਬੜੀ ਮਾੜੀ ਖਬਰ ਆ। ਬਿਲਕੁਲ। ਤੇ ਸਰ, ਇੱਕ ਦਰਸ਼ਕ ਪਹਿਲਾਂ ਜੁੜ ਗਏ ਨੇ, ਕਾਲ ਲੈ ਲਈਏ। ਹੈਲੋ, ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਸਰ? ਮੈਂ ਇੱਕ ਬੈਂਕ ਤੋਂ ਬੋਲਦਾ ਜੀ। ਹਾਂਜੀ, ਦੱਸੋ ਕੀ ਪੁੱਛਣਾ ਸਰ? ਉਹ ਮੈਂ ਟੈਕਸੀ ਚਲਾਉਂਦਾ ਸੀਗਾ ਜੀ, ਤੇ ਸਾਡੇ ਉਹ ਕੰਮ ਹੋ ਗਿਆ ਬੰਦ। ਤੇ ਫਿਰ ਉਹ ਮੈਂ ਅਪਲਾਈ ਕੀਤਾ ਜੀ, $2,000 ਦਾ, ਉਹ ਮੈਨੂੰ 2 ਮਹੀਨੇ ਦਾ ਆ ਗਿਆ। ਕਿਉਂ ਮੈਂ ਮਤਲਬ ਮੈਂ ਉਹ ਲੀਗਲ ਲਿਆ ਜਾਂ ਇਲੀਗਲ ਲਿਆ? ਉਹ ਜੀ ਨਾ ਜੀ, ਜਵਾਬ ਦੋਗੇ ਤੁਸੀਂ ਇਸ ਦਾ? ਹੁਣ ਇਹੀ ਗੱਲ ਦੱਸ ਕੇ ਰਿਹਾ ਜੀ, ਮੈਂ ਬਿਲਕੁਲ ਸਰ। ਮੈਂ ਹੁਣ ਇਸ 15 ਤਰੀਕ ਨੂੰ ਮੈਂ I was 65 ਜੀ, ਮੇਰੀ ਪੈਨਸ਼ਨ ਵੀ ਸ਼ੁਰੂ ਹੋ ਜਾਣੀ ਹੈ। ਉਹਦੇ ਬਾਰੇ ਮੈਨੂੰ ਦੱਸਿਓ ਵੀ ਕੀ ਉਹਦਾ ਪ੍ਰੋਸੀਜਰ ਹੈ। ਸਰ, ਉਹ ਕੋਸ਼ਿਸ਼ ਕਰੋ ਜਦੋਂ ਜਿਸ ਟਾਈਮ ਅਸੀਂ ਫਾਈਨੈਂਸ਼ੀਅਲ ਐਡਵਾਈਜ਼ਰ ਨਾਲ ਹੋਣ, ਉਸ ਟਾਈਮ ਐਵੇਂ ਦੇ ਤੁਸੀਂ ਕੁਐਸਚਨਸ ਪੁੱਟ ਕਰੋ, ਕਿਉਂਕਿ ਅੱਜ ਦਾ ਪ੍ਰੋਗਰਾਮ ਆ ਮੋਸਟਲੀ ਅਸੀਂ ਨਿਊਜ਼ ਹੀ ਡਿਸਕਸ ਕਰ ਰਹੇ ਹਾਂ। ਕੋਸ਼ਿਸ਼ ਕਰਦੇ ਹਾਂ ਜੀ ਤੁਹਾਡੇ ਸਵਾਲ ਦਾ ਜਵਾਬ ਦਿੱਤਾ ਜਾ ਸਕੇ, ਪਰ ਕੋਸ਼ਿਸ਼ ਇਹ ਕਰੋ ਕਿ ਜਿਸ ਟਾਈਮ ਅਸੀਂ ਨਾਲ ਸਾਡੇ ਐਕਸਪਰਟਸ ਬੈਠੇ ਹੁੰਦੇ ਆ, ਜੇ ਤੁਸੀਂ ਫਾਈਨੈਂਸ਼ੀਅਲ ਬਾਰੇ ਗੱਲ ਕਰਨੀ ਹੈ, ਫਾਈਨੈਂਸ ਬਾਰੇ ਫਾਈਨੈਂਸ਼ੀਅਲ ਐਡਵਾਈਜ਼ਰ ਵਾਲੀ ਗੱਲ ਕਰੋ। ਜੇ ਤੁਸੀਂ ਇਮੀਗ੍ਰੇਸ਼ਨ ਸੰਬੰਧੀ ਗੱਲ ਕਰਨੀ ਹੈ ਤਾਂ ਜਦੋਂ ਇਮੀਗ੍ਰੇਸ਼ਨ ਕੰਸਲਟੈਂਟ ਸਾਡੇ ਨਾਲ ਬੈਠੇ ਹੁੰਦੇ ਆ, ਉਸ ਟਾਈਮ ਗੱਲ ਕਰੋ। ਨਾਥ ਜੀ, ਕੀ ਕਹਿਣਾ ਚਾਹੋਗੇ?
ਤੁਹਾਡੀ ਗੱਲ ਸਹੀ ਹੈ ਜੀ, ਕਿਉਂਕਿ ਅਸੀਂ ਹੋ ਸਕਦਾ ਕਿਸੇ ਨੂੰ ਜੋ ਕੁਝ ਵੀ ਅਸੀਂ ਸਲਾਹ ਦਿੰਦੇ ਹਾਂ ਜੀ, ਤੁਸੀਂ ਸਾਡੀ ਸਲਾਹ ਨੂੰ ਸੁਣ ਲੈਣਾ, ਮੰਨਣਾ ਮਰਜ਼ੀ ਤੁਹਾਡੀ ਹੈ, ਨਾ ਮੰਨਣਾ ਮਰਜ਼ੀ ਤੁਹਾਡੀ ਹੈ, ਪਰ ਮੈਂ ਤੁਹਾਨੂੰ ਜ਼ਰੂਰ ਕਹਾਂਗਾ ਕਿਸੇ ਨਾ ਕਿਸੇ ਐਕਸਪਰਟ ਦੀ ਸਲਾਹ ਜ਼ਰੂਰ ਲਵੋ। ਇਹਨਾਂ ਨੇ 3 ਗੱਲ ਕਹੀ ਨਾਲ 65 ਈਅਰਸ ਦੇ ਹੋ ਗਏ ਨੇ, ਤੇ CERB ਦੀ ਗੱਲ ਕੀਤੀ ਹੈ। CERB ਦਾ ਤਾਂ ਪੱਕਾ ਹੀ ਹੈ ਜੀ, ਮੈਂ ਦੁਬਾਰਾ ਰਿਪੀਟ ਕਰਦਾ, ਆਈ ਡੋਂਟ ਵਾਂਟ ਟੂ ਡੂ ਅਗੇਨ ਐਂਡ ਅਗੇਨ ਐਂਡ ਅਗੇਨ। ਜਿਹਦੇ ਪਿਛਲੇ ਸਾਲ 5000 ਬਣਾਇਆ ਤੇ ਪਿਛਲੇ 14 ਸਾਲਾਂ 'ਚ 14 ਦਿਨਾਂ ਦੇ 'ਚ ਉਹ ਕੰਮ ਨਹੀਂ ਰਿਹਾ, ਤੇ ਮਿਨੀਮਮ $1000 ਮਹੀਨੇ 4 ਹਫ਼ਤੇ ਦਾ ਬਣਾ ਰਿਹਾ, ਉਹ CERB ਵਾਸਤੇ ਕੁਆਲੀਫਾਈ ਕਰਨਾ। ਜੀ ਬਿਲਕੁਲ। ਤੇ ਸਰ ਗਰੋਸਰੀ ਸਟੋਰ ਸੀ, ਜਦੋਂ ਕਰੋਨਾ ਵਾਇਰਸ ਸ਼ੁਰੂ ਹੋਇਆ ਸੀ ਉਦੋਂ ਬਹੁਤ ਜ਼ਿਆਦਾ ਇਕੱਠ ਹੋਣਾ ਸ਼ੁਰੂ ਹੋ ਗਿਆ ਸੀ, ਤੇ ਉਦੋਂ ਲੋਕੀ ਬੜੀ ਪੈਨਿਕ ਹੋ ਕੇ ਸ਼ਾਪਿੰਗ ਕਰ ਰਹੇ ਸੀ, ਇੱਕ ਦੂਜੇ ਦੇ ਵਿੱਚ ਵੱਜ ਵੀ ਰਹੇ ਸੀ, ਤੇ ਹੁਣ ਦੁਬਾਰਾ ਉਹ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਨੇ ਗਰੋਸਰੀ ਸਟੋਰਸ ਟਕਰਾ। ਨਵੀਂ ਹੈ ਜੀ, ਹਾਂਜੀ, ਇਹ ਨਵਾਂ ਆਇਆ ਸਰਵੇ ਆਇਆ ਜੀ, ਇੰਨਾ ਵੱਡਾ ਸਰਵੇ ਹੈ ਜੀ। ਤੇ ਇਹਦੇ 'ਚ ਪਹਿਲਾਂ ਜਦੋਂ ਇਹ ਸ਼ੁਰੂ ਹੋਈ ਸੀ COVID-19 ਦਾ ਕੰਮ, ਉਦੋਂ 40% ਤੋਂ ਉੱਪਰ ਗਰੋਸਰੀ ਸੇਲਸ ਵੱਧ ਗਿਆ ਸੀਗਾ, ਲੋਕੀ ਸਟੋਰ ਕਰਨ 40%, ਆਲਮੋਸਟ ਅੱਧ ਦੇ ਨੇੜੇ ਲੋਕੀ ਡੂਢਾ ਗੁਣਾ ਵੱਧ ਸਮਾਨ ਲੈਣ ਲੱਗੇ ਸੀਗੇ। ਇਹਨਾਂ 'ਚ ਹੁਣ ਫਿਰ ਘਟਦਾ ਇਸ ਵੇਲੇ 19% ਤੇ ਆ ਗਿਆ ਜੀ। ਲੋਕੀ ਹੁਣ ਜਿਹੜੇ ਪੈਨਿਕ ਸੀਗਾ, ਸਰਕਾਰ ਨੇ ਕਿਹਾ ਸੀਗਾ, ਸਾਡੀ ਓਨਟਾਰੀਓ ਸਰਕਾਰ ਨੇ ਕਿਹਾ ਸੀ ਸਮਾਨ ਘਟੂਗਾ ਨਹੀਂ ਸੀ। ਫੋਰਡ ਸਾਹਿਬ ਨੇ ਇਹ ਵੀ ਕਿਹਾ ਸੀਗਾ ਜਿਹੜੇ ਵੱਧ ਚਾਰਜ ਕਰਦੇ ਸਾਨੂੰ ਦੱਸੋ। ਵੈਸੇ 1000 ਤੋਂ ਉੱਪਰ ਕੇਸ ਹੋ ਗਿਆ ਜੀ ਲੋਕਾਂ ਦੇ ਉੱਤੇ ਜਿਨ੍ਹਾਂ ਨੇ ਵੱਧ ਚਾਰਜ ਕੀਤੇ, ਐਸੇ ਕੇਸ ਹੋਏ ਨੇ। ਸਰਕਾਰ ਨੇ ਕਿਹਾ ਸੀ ਤੁਹਾਨੂੰ ਸਮਾਨ ਮਿਲੇਗਾ, ਔਰ ਸਮਾਨ ਮਿਲ ਰਿਹਾ, ਕਿਸੇ ਚੀਜ਼ ਦੀ ਕਮੀ ਨਹੀਂ ਜਾਈ। ਟੋਇਲਟ ਪੇਪਰ ਦਾ ਹੁਣ ਤੁਸੀਂ ਕਿਸੇ ਸਟੋਰ 'ਚ ਚਲੇ ਜਾਓ, ਵਾਧੂ ਪਿਆ, 62 ਰੁਪਏ ਜਿੰਨਾ ਮਰਜ਼ੀ ਆ ਕੇ ਚੱਕੋ। ਔਰ ਹਲੇ ਵੀ 19% ਲੋਕਾਂ ਨੂੰ ਹਲੇ ਸ਼ੱਕ ਹੈਗੀ ਹੈ ਕਿ ਸ਼ਾਇਦ ਕੁਛ ਨਾ ਕੁਛ ਹੋ ਜਾਵੇ। ਇਹ ਨਵਾਂ ਸਰਵੇ ਆਇਆ ਤੇ ਲੋਕਾਂ ਨੂੰ ਪਲੀਜ਼ ਐਵੇਂ ਸਟੋਰ ਨਾ ਕਰੋ, ਸਾਰਾ ਕੁਛ ਹੈਗਾ, ਡੂ ਨਾਟ ਪੈਨਿਕ, ਆਰਾਮ ਨਾਲ ਰਹੋ। ਸਰਕਾਰ ਨੇ ਵਾਅਦਾ ਕੀਤਾ ਸਮਾਨ ਨਹੀਂ ਘਟੇਗਾ। ਬਿਲਕੁਲ। ਤੇ ਸਰ ਇੱਕ ਖਬਰ ਹੋ ਰਿਹਾ ਕਿ ਕੈਨੇਡਾ ਦੀ ਇੱਕ ਪ੍ਰੋਵਿੰਸ ਦੇ ਵਿੱਚ ਜਿਹੜਾ ਟੈਕਸੀ ਫੀਸ ਹੈ ਉਹਦੇ ਬਾਰੇ ਗੱਲਬਾਤ ਹੋਈ ਹੈ ਕਿ ਉਹ ਮੁਆਫ ਕੀਤੀ ਜਾ ਰਹੀ ਹੈ, ਉਹ ਵੀ ਜ਼ਰੂਰ ਜਾਣਕਾਰੀ ਦੇ ਦਿਓ ਜੀ। ਇਹ ਕੈਲਗਰੀ ਸਿਟੀ ਦੀ ਆਈ ਹੈ ਜੀ, ਇਹ ਬਹੁਤ ਚੰਗਾ ਰੁਝਾਨ ਹੈ ਜੇ ਮੈਂ ਕਹਿੰਦਾ ਸਮੱਤ ਬਖਸ਼ੇ ਸਾਡੇ ਟੋਰਾਂਟੋ ਵਾਲਿਆਂ ਨੂੰ ਵੀ, ਇਹ ਟੋਰਾਂਟੋ ਦੇ 에ਅਰਪੋਰਟ ਵਾਲਿਆਂ ਨੂੰ ਵੀ ਸਮੱਤ ਬਖਸ਼ੇ ਕੋਈ ਇਸ ਕੈਲਗਰੀ ਦੀ ਜੀ। ਉਹ ਜਿਹੜੇ ਇੱਥੋਂ ਦੀ ਟੈਕਸੀ ਹੈਗੀ ਆ, ਉਹਨਾਂ ਦੀ ਜਿਹੜੀ ਸਾਲਾਨਾ $912 ਸੀਗੀ ਉਹਦੀ ਰਿਨਿਊਅਲ ਫੀਸ, ਉਹ ਘਟਾ ਕੇ ਅੱਧੀ ਕਰ ਦਿੱਤੀ ਹੈ ਜੀ, ਜਿਹੜੀ ਕਿ ਬਹੁਤ ਵਧੀਆ ਗੱਲ ਕੀਤੀ। ਉੱਥੋਂ ਦੇ ਇੱਕ ਕਾਉਂਸਲਰ ਨੇ ਜੀ, ਉਹਨਾਂ ਨੇ ਇਹ ਮੁੱਦਾ ਚੁੱਕਿਆ ਸੀਗਾ ਜੀ, ਔਰ ਉਹਦੇ ਕਰਕੇ ਇਹ ਚੰਗੀ ਗੱਲ ਹੈ, ਚੰਗਾ ਰੁਝਾਨ ਹੈ। ਜੇ ਲੋਕਾਂ ਨੂੰ ਕੰਮ ਤਾਂ ਕਰ ਨਹੀਂ ਰਹੇ, ਟੈਕਸੀ ਵਾਲਿਆਂ ਦਾ ਆਪਣਾ ਫੋਨ ਆਇਆ ਸੀਗਾ, ਟੈਕਸੀ ਵਾਲਿਆਂ ਦਾ ਕੰਮ ਤਾਂ ਹੈ ਨੀਗਾ। ਸੋ ਜ਼ਰੂਰ ਸਾਰੀਆਂ ਜਿੱਥੇ ਦੀ ਮਿਊਨਿਸਪੈਲਿਟੀਜ਼ ਨੇ, ਕਿਉਂਕਿ ਇਹਨਾਂ ਫੀਸਾਂ ਨੂੰ ਜ਼ਰੂਰ ਮੁਆਫ ਕਰ ਦੇਣਾ ਚਾਹੀਦਾ। 에ਅਰਪੋਰਟ ਨੂੰ ਵੀ ਮੁਆਫ ਕਰਨਾ ਚਾਹੀਦਾ। 에ਅਰਪੋਰਟ ਨੂੰ ਕਹਿਣ ਵਾਲੀਆਂ ਕਰਨੀਆਂ ਸੌਰੀ ਟੂ ਸੇ ਦਿਸ ਥਿੰਗ, ਜਿਹੜੀ ਟੈਕਸੀ ਯੂਨੀਅਨ ਆ ਉਹ ਬਹੁਤ ਕਹਿ ਰਹੀ ਹੈ ਜੀ, ਤੇ ਇਲਮੋ ਵਾਲਿਆਂ ਦੀ ਯੂਨੀਅਨ ਕਹਿ ਰਹੀ ਆ ਸੌਰੀ ਟੂ ਸੇ ਦਿਸ ਥਿੰਗ। ਇਲਮੋ ਵਾਲੀਆਂ ਕੰਪਨੀਆਂ ਬਿਲਕੁਲ ਨਹੀਂ ਇਹ ਕਹਿ ਰਹੀਆਂ, ਜੋ ਕੁਝ 에ਅਰਪੋਰਟ ਕਹਿ ਰਿਹਾ ਉਹਨਾਂ ਨੂੰ ਉਹ ਮੰਨੀ ਜਾ ਰਹੀਆਂ ਨੇ। ਉਹਨਾਂ ਨੂੰ ਵੀ ਇਹ ਕਹਿਣਾ ਚਾਹੀਦਾ ਕਿ ਸਾਰੀਆਂ ਫੀਸਾਂ ਮਾਫ ਹੋਣੀਆਂ ਚਾਹੀਦੀਆਂ ਨੇ। ਬਿਲਕੁਲ। ਤੁਸੀਂ ਫੀਸਾਂ ਦੀ ਗੱਲ ਕੀਤੀ ਹੈ ਸਰ, ਇੱਕ ਹੋਰ ਐਵੇਂ ਦੀ ਉਹ ਖਬਰ ਹੈ ਕਿ ਕੈਨੇਡਾ ਦੇ ਵਿੱਚ ਮਾਲਸ ਦੀ ਗੱਲ ਕੀਤੀ ਜਾਵੇ। ਸਾਰੇ ਜਾਣਦੇ ਆ ਕਿ ਲਗਭਗ ਕਾਫੀ ਮੁਲਕਾਂ ਦੇ ਵਿੱਚ ਮਾਲਸ, ਸ਼ਾਪਿੰਗ ਮਾਲਸ ਬੰਦ ਕੀਤੇ ਗਏ ਸੋਸ਼ਲ ਡਿਸਟੈਂਸਿੰਗ ਕਰਕੇ। ਤੇ ਕੈਨੇਡਾ ਦੀ ਗੱਲ ਕਰੀਏ ਤਾਂ ਮਈ ਮਹੀਨੇ ਦੇ ਵਿੱਚ ਸਿਰਫ 15% ਹੀ ਟੈਨੈਂਟਸ ਨੇ ਆਪਣਾ ਜਿਹੜਾ ਮਾਲ ਦਾ ਕਿਰਾਇਆ ਦਿੱਤਾ। ਲਗਭਗ ਬਾਕੀ ਜਿਹੜੇ ਸਾਰੇ ਨੇ ਉਹਨਾਂ ਨੇ ਨਹੀਂ ਦਿੱਤਾ ਹੈਗਾ, ਸਿਰਫ 15% ਹੀ ਮਈ ਮਹੀਨੇ ਵਿੱਚ ਰਿਕਵਰ ਹੋ ਪਾਏ ਪੈਸੇ। ਜਿਹੜੇ 15 ਨੇ ਵੀ ਦਿੱਤਾ, ਮੈਂ ਇਸ ਗੱਲ ਤੇ ਉਹਨਾਂ ਦੇ ਬਾਰੇ ਜਾਣਨਾ ਜਿਹਨਾਂ ਨੇ 15% ਵੀ ਦਿੱਤਾ, ਕਿਉਂਕਿ ਉਹਨਾਂ ਦਾ ਬਿਜ਼ਨਸ ਹੈ ਨਹੀਂਗਾ। ਮਾਲਸ ਤਾਂ ਬੰਦ ਪਈਆਂ ਨੇ, ਕੋਈ ਵੀ ਕੰਮ ਨਹੀਂ ਹੈਗਾ, ਠੀਕ ਹੈ। ਇਹ ਸਾਰਿਆਂ ਨੇ ਇਹ ਘਾਟਾ ਝੱਲਣਾ, ਸਭ ਨੇ ਰਲ ਮਿਲ ਕੇ ਝੜਨਾ। ਜਿਹੜੇ ਬਿਜ਼ਨਸ ਹੈਗੇ ਆ ਉਹਨਾਂ ਨੂੰ ਸਰਕਾਰ ਬ੍ਰੇਕ ਦੇ ਰਹੀ ਹੈ, ਕੋਈ ਐਸੀ ਗੱਲ ਨਹੀਂ ਹੈਗੀ। ਅੱਜ ਤੁਸੀਂ 75% ਤੱਕ ਵੀ ਉਹ ਬ੍ਰੇਕ ਮਿਲੀ ਹੋਈ ਹੈ। ਜਿਹੜੇ EMPLOYEES ਆ ਉਹਨਾਂ ਦੀਆਂ ਤਨਖਾਹਾਂ ਵੀ ਸਰਕਾਰ ਦੇ ਰਹੀ ਹੈਗੀ ਆ, ਜਿਹਨੂੰ ਪਿਛਲੇ ਸਾਲ ਤੇ ਇਸ ਸਾਲ ਮਾਰਚ ਤੇ ਇਸ ਸਾਲ ਦੇ ਮਾਰਚ ਦੇ ਵਿੱਚ ਜਿਨ੍ਹਾਂ ਨੂੰ ਤਕਰੀਬਨ 85% ਵੀ ਫਰਕ ਪੈ ਗਿਆ ਬਿਜ਼ਨਸ ਦਾ, ਉਹਨੂੰ ਵੀ ਸਰਕਾਰ ਮੁਆਵਜ਼ਾ ਦੇ ਰਹੀ ਹੈ। ਇਹ ਕੋਈ ਵੱਡੀ ਗੱਲ ਨਹੀਂ ਹੈ। ਜਿਹੜੇ ਲੋਕਾਂ ਨੇ ਕਿਰਾਇਆ ਨਹੀਂ ਦਿੱਤਾ, 15% ਨੇ ਦਿੱਤਾ, ਮੇਰੇ ਖਿਆਲ ਜਿਹੜੇ ਓਨਰਸ ਹੈਗੇ ਉਹਨਾਂ ਨੂੰ ਇਸ ਗੱਲ ਦੀ ਸ਼ਾਬਾਸ਼ੀ ਦੇਣੀ ਚਾਹੀਦੀ ਹੈ ਜਿਹੜੇ ਉਹਨਾਂ ਦਾ ਕਿਰਾਇਆ ਦੇ ਰਹੇ ਨੇ। ਜੀ ਸਰ। ਤੇ ਜਿਹੜੇ ਫੁੱਟਬਾਲ ਲਵਰਸ ਨੇ ਉਹਨਾਂ ਨੂੰ ਕਾਫੀ ਟਾਈਮ ਤੋਂ FIFA ਜਿਹੜਾ ਵਰਲਡ ਕੱਪ ਹੈ ਉਹਦੀ ਵੇਟ ਰਹਿੰਦੀ ਹੈ, ਤੇ ਅੰਡਰ 19 ਦਾ ਵਰਲਡ ਕੱਪ ਹੈ ਉਹਨੂੰ ਲੈ ਕੇ ਕੁਝ ਚੇਂਜਸ ਉਹਨਾਂ ਨੂੰ ਮਿਲੀਆਂ, ਉਹ ਕੀ ਚੇਂਜਸ ਨੇ? ਹਾਂਜੀ, ਜਿਹੜੀ FIFA ਦਾ ਪੂਰਾ ਨਾਮ ਪਤਾ ਕੀ ਹੈ? ਫੈਡਰੇਸ਼ਨ ਇੰਟਰਨੈਸ਼ਨਲ ਦੀ ਫੁੱਟਬਾਲ ਆ, ਇਹ ਫ੍ਰੈਂਚ ਨੇਮ ਹੈ। FIFA ਤਾਂ ਬਣਦਾ ਜਿਹੜਾ ਲੜਕੀਆਂ ਦਾ ਵਿਸ਼ਵ ਕੱਪ ਹੋਣਾ ਸੀ ਜੀ ਅਗਲੇ ਸਾਲ 17 ਫਰਵਰੀ ਤੋਂ 7 ਮਾਰਚ ਤੱਕ ਇੰਡੀਆ 'ਚ ਹੋ ਰਿਹਾ ਜੀ। ਇਹ ਇਸ ਸਾਲ ਨਵੰਬਰ 'ਚ ਹੋਣਾ ਸੀਗਾ, ਉਹ ਪੋਸਟਪੋਨ ਕਰਕੇ ਅਗਲੇ ਸਾਲ ਹੋ ਰਿਹਾ। ਪੋਸਟਪੋਨ ਦੀ ਗੱਲ ਮੈਂ ਥੋੜੀ ਜਿਹੀ ਹੋਰ ਕਰਦੇ ਹਾਂ। ਸਾਡੀ CNA ਜੀ ਕੈਨੇਡਾ ਨੈਸ਼ਨਲ ਐਗਜ਼ੀਬਿਸ਼ਨ ਟੋਰਾਂਟੋ ਦੇ ਵਿੱਚ ਆ, ਬੜੀ ਵੱਡੀ ਆ, ਕਈ 100 ਸਾਲ ਤੋਂ ਉੱਪਰ ਹੋ ਗਏ ਉਹਨੂੰ ਚੱਲਦੀ ਨੂੰ, ਉਹ ਵੀ ਇਸ ਸਾਲ ਕੈਂਸਲ ਕਰ ਦਿੱਤੀ ਜੀ। ਇੱਕ ਦਰਸ਼ਕ ਜੁੜ ਗਏ ਨੇ ਸਾਡੇ ਨਾਲ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਸਰ? ਹਾਂਜੀ, ਮੈਂ
ਇੱਥੋਂ ਟਰੱਕ ਤੋਂ ਬੋਲ ਰਹੇ ਹਾਂ। ਹਾਂਜੀ। ਮੈਂ ਕਾਰ ਬਾਰੇ ਗੱਲ ਕਰਨੀ ਸੀ ਨਾ, ਸਾਡੀ ਕਾਰ ਖੜੀ 3 ਮਹੀਨੇ ਹੋ ਗਏ ਘਰੇ ਜੀ। ਤੇ ਅਸੀਂ ਇੰਸ਼ੋਰੈਂਸ ਵਾਲਿਆਂ ਨਾਲ ਗੱਲ ਕਰਦੇ ਹਾਂ ਤੇ ਉਹ ਸਾਨੂੰ ਕਹਿੰਦੇ ਵੀ ਉਹਦੇ ਨਾਲ ਗੱਲ ਕਰੋ, ਆਪਣੇ ਨਾਲ ਜੇ ਕੋਈ ਇੰਸ਼ੋਰੈਂਸ ਲਈ ਜਾਏ ਉਹਨਾਂ ਨਾਲ ਗੱਲ ਕੀਤੀ। ਸਾਡੀ ਕਾਰ ਤਾਂ ਘਰ ਖੜੀ ਆ, ਸਾਡੀ ਇੱਕ ਗੱਡੀ ਚੱਲਦੀ ਆ ਜੀ। ਤੇ ਵੀ ਸਾਡੀ ਥੋੜੀ ਇੰਸ਼ੋਰੈਂਸ ਕਰਾ ਦਿਓ। ਉਹ ਸਾਡੇ ਕੋਲ ਸੁਣਦੇ ਹੀ ਨਹੀਂ। ਇਹਦੇ ਬਾਰੇ ਨਹੀਂ ਕੋਈ ਹੈ ਤੁਹਾਡੇ ਕੋਲ ਵੀ ਸਵਾਲ ਵਗੈਰਾ ਇੰਸ਼ੋਰੈਂਸ ਦੇ ਬਾਰੇ ਵਿੱਚ ਜੀ ਇਹ ਪ੍ਰੋਵਿੰਸ਼ੀਅਲ ਮੈਟਰ ਆ ਜਿਹਨੂੰ ਕਿ ਸ਼ਾਇਦ ਐਮਬੀਪੀਸ ਤੱਕ ਕੰਪਲੇਂਟ ਕੀਤੀ ਜਾ ਸਕਦੀ ਹੈ। ਬਾਕੀ ਇਹਦੇ ਬਾਰੇ ਵਿੱਚ ਆਪਾਂ ਨਾਲ ਜੀ ਨਾਲ ਗੱਲ ਕਰਦੇ ਹਾਂ। ਥੈਂਕ ਯੂ ਸੋ ਮਚ ਤੁਸੀਂ ਕਾਲ ਕੀਤੀ ਆ। ਇੰਸ਼ੋਰੈਂਸ ਦਾ ਮੈਟਰ ਸਰ ਆਪਣੇ ਜੀ ਤਰਨ ਜਿਹੜੀਆਂ ਇੰਸ਼ੋਰੈਂਸ ਵਾਲੀਆਂ ਕੰਪਨੀਆਂ ਨੇ, ਹਰ ਕੰਪਨੀ ਦੀ ਵੱਖਰੀ ਪਾਲਿਸੀ ਆ। ਕਈ ਪਾਲਿਸੀਜ਼ ਮੈਂ ਆਪਦੀ ਗੱਲ ਕੀਤੀ ਸੀਗੀ ਜੀ, ਮੈਂ ਵੀ ਫੋਨ ਕੀਤਾ ਸੀਗਾ, ਮੈਨੂੰ ਉਹਨਾਂ ਨੇ ਸਾਲ ਦੇ $48 ਆਫ ਕੀਤੇ ਆ। ਵੈਸੇ ਇੱਕ ਹੋਰ ਕੰਪਨੀ ਆ, ਉਹਦੇ ਮਗਰ ਮੇਰੇ ਮਿੱਤਰ ਨੇ ਜੋਸ ਸਾਹਿਬ, ਉਹਨਾਂ ਦਾ ਫੋਨ ਆਇਆ ਸੀ, ਉਹਨਾਂ ਨੂੰ ਤਕਰੀਬਨ $700 ਸਾਲ ਦਾ ਆਫ ਮਿਲਿਆ। ਈਚ ਕੰਪਨੀ ਹੈਜ਼ ਅ ਡਿਫਰੈਂਟ ਪਾਲਿਸੀ ਐਂਡ ਡਿਪੈਂਡਸ ਵਟ ਟਾਈਪ ਆਫ ਪਾਲਿਸੀ ਡੂ ਯੂ ਹੈਵ। ਜੇ ਤੁਹਾਡੀ ਪਹਿਲਾਂ ਹੀ ਪਾਲਿਸੀ ਐਸੀ ਹੈ ਕਿ ਜਿਹਦੇ ਮਾਈਲੇਜ ਬੜੀ ਘੱਟ ਹੈਗੀ ਆ ਤਾਂ ਤੁਹਾਨੂੰ ਹੋ ਸਕਦਾ ਉਹਦੀ ਬ੍ਰੇਕ ਘੱਟ ਮਿਲੇ। ਜੇ ਤੁਸੀਂ ਜੇ ਕਈਆਂ ਨੇ ਮਿਨੀਮਮ ਮਾਈਲੇਜ ਦੱਸੀ ਹੁੰਦੀ ਆ ਜਾਂ ਚਲਾਉਂਦੇ ਹੀ ਮਿਨੀਮਮ ਮਾਈਲੇਜ ਆ, ਉਹਦੇ ਵਿੱਚ ਬਹੁਤੀ ਬ੍ਰੇਕ ਹੈ ਨਹੀਂ ਕਿ ਜੀ ਜਿਨ੍ਹਾਂ ਦੀ ਜ਼ਿਆਦਾ ਮਾਈਲੇਜ ਹੈਗੀ ਆ। ਐਂਡ ਇਟ ਡਿਪੈਂਡਸ ਅਪੋਨ ਈਚ ਜਿਹੜੀ ਕੰਪਨੀ ਹੈ, ਹਰੇਕ ਦਾ ਵੱਖਰਾ ਵੱਖਰਾ ਜੀ। ਸਰ ਤੁਸੀਂ ਉਹਦੀ ਗੱਲ ਕਰ ਰਹੇ ਸੀ, ਪੋਸਟਪੋਨ ਦੀ ਕੋਈ ਗੱਲ ਕਰ ਰਹੇ ਸੀਗੇ, ਉਹਦੇ ਬਾਰੇ ਕੋਈ ਅਪਡੇਸ਼ਨ ਦੇ ਰਹੇ ਸੀ ਕਿਸੇ ਗੱਲ ਦੇ ਉੱਤੇ? ਸੌਰੀ ਮੈਂ ਉਹਦੇ ਬਾਰੇ ਜਾਣਕਾਰੀ ਨਹੀਂ ਲੈ ਪਾਈ ਸਰ। ਇਸ ਦੇ ਨਾਲ ਇੱਕ ਮੈਂ ਇਹ ਜ਼ਰੂਰ ਤੁਹਾਨੂੰ ਪੁੱਛਣਾ ਚਾਹੂੰਗੀ, ਇੱਕ ਇਹ ਵੀ ਸੁਣਨ ਦੇ ਵਿੱਚ ਆਇਆ ਏਅਰ ਇੰਡੀਆ ਦੀ ਗੱਲ ਕੀਤੀ ਜਾਵੇ ਤਾਂ ਉਹਨੇ ਵੀ ਆਪਣੇ ਹੈੱਡਕੁਆਟਰਸ ਬੰਦ ਕੀਤੇ ਨੇ 3 ਦਿਨ ਲਈ, ਉਹਦਾ ਕੀ ਕਾਰਨ ਹੈ? ਬਿਲਕੁਲ ਜੀ, ਏਅਰ ਇੰਡੀਆ ਨੇ ਹੈੱਡਕੁਆਟਰਸ ਇਸ ਕਰਕੇ ਬੰਦ ਕਰ ਦਿੱਤੇ ਜੀ, ਉੱਥੇ ਕਰੋਨਾ ਵਾਇਰਸ ਦੀ ਪ੍ਰੋਬਲਮ ਆ ਗਈ ਹੈ ਜੀ। ਕਰੋਨਾ ਵਾਇਰਸ ਕਰਕੇ ਉਹਨਾਂ ਨੇ 3 ਦਿਨਾਂ ਵਾਸਤੇ ਉਹਨੂੰ ਸਾਫ਼ ਕਰਨ ਵਾਸਤੇ ਉਹਨਾਂ ਨੇ ਏਅਰ ਇੰਡੀਆ ਦਾ ਜਿਹੜਾ ਹੈੱਡ ਆਫਿਸ ਹੈ ਇਕੱਲਾ ਉਹੀ ਬੰਦ ਕੀਤਾ। ਏਅਰ ਇੰਡੀਆ ਦੀ ਸਰਵਿਸ ਚੱਲ ਰਹੀ ਹੈ ਜੀ। ਜੀ ਬਿਲਕੁਲ। ਤੇ ਸਰ ਹੁਣ ਸਮਾਂ ਵੀ ਲਗਭਗ ਇਜਾਜ਼ਤ ਲੈਣ ਦਾ ਹੋ ਰਿਹਾ ਤੇ ਉਮੀਦ ਕਰਦੇ ਹਾਂ ਦਰਸ਼ਕ ਜਿਹੜੇ ਸਾਡੇ ਜਾਣਕਾਰੀ ਲੈਣ ਲਈ ਬੈਠੇ ਸਨ ਤੇ ਉਹਨਾਂ ਨੂੰ ਕਾਫੀ ਜਾਣਕਾਰੀ ਮਿਲ ਗਈ ਹੋਣੀ ਹੈ। ਤੇ ਅੱਜ ਸਪੈਸ਼ਲੀ ਉਹਨਾਂ ਦੇ ਲਈ ਜਿਹੜਾ ਥੋੜਾ 15 ਮਿੰਟ ਅਸੀਂ ਜ਼ਿਆਦਾ ਟਾਈਮ ਲਗਾਇਆ ਪ੍ਰੋਗਰਾਮ ਦੇ ਵਿੱਚ ਤਾਂ ਕਿ ਉਹਨਾਂ ਨੂੰ ਜੋ ਜਾਣਕਾਰੀ ਅਸੀਂ ਰੋਜ਼ ਦਿੰਦੇ ਹਾਂ ਉਹ ਦੇ ਸਕੀਏ। ਜਾਣ ਤੋਂ ਪਹਿਲਾਂ ਅਸੀਂ ਰੋਚਕ ਤੱਥ ਕਿਵੇਂ ਭੁੱਲ ਸਕਦੇ ਹਾਂ ਜੀ? ਨਗ ਜੀ ਅੱਜ ਦਾ ਰੋਚਕ ਤੱਥ ਕੀ ਹੈ? ਜਾਣ ਤੋਂ ਪਹਿਲਾਂ ਅੱਜ ਮੈਂ ਤਿਤਲੀਆਂ ਦੀ ਗੱਲ ਕਰਾਂਗਾ ਜੀ। ਤਿਤਲੀ ਉੜੀ ਉੜ ਜਾ ਚਲੀ, ਸਕੂਲ ਨੇ ਕਹਾ ਆ ਜਾ ਮੇਰੇ ਪਾਸ। ਤਿਤਲੀ ਹੈ ਜੀ ਇੱਕ ਜਿਹੜੀ ਕਿ ਤਕਰੀਬਨ ਕੈਨੇਡਾ ਦੇ ਵਿੱਚ ਰਹਿੰਦੀ ਹੈ, ਮੈਕਸੀਕੋ 'ਚ ਰਹਿੰਦੀ ਹੈ, US 'ਚ ਰਹਿੰਦੀ ਹੈ। ਉਹ ਤਿਤਲੀ ਟਰੈਵਲ ਕਰਕੇ ਮੈਕਸੀਕੋ ਜਾਂਦੀ ਹੈ, ਤਕਰੀਬਨ 3000 ਮੀਲ ਦੂਰ ਜਾਂਦੀ ਆ ਉਹ ਜੀ। ਤੇ ਹਰ ਰੋਜ਼ 50 ਤੋਂ ਲੈ ਕੇ 100 ਕਿਲੋਮੀਟਰ ਤੱਕ ਉਹ ਫਲਾਈ ਕਰਦੀ ਹੈ। ਜਿਹੜਾ ਉਹਦਾ ਨਰਵ ਹੈ ਉਹ ਜਦੋਂ ਤਿਤਲੀ ਬਣਨ ਲੱਗਦਾ ਤਾਂ ਉਹਨੂੰ ਥੋੜੀ ਦੇਰ ਵਾਸਤੇ ਉਲਟਾ ਲਮਕਣਾ ਪੈਂਦਾ ਕਿਉਂਕਿ ਫਰ ਜੁੜੇ ਹੁੰਦੇ ਆ, ਉਹਨੂੰ ਖੋਲਣ ਵਾਸਤੇ ਉਹਦੇ ਫਰ ਖੁੱਲਦੇ ਨੇ। ਤੇ ਜਿਹੜੇ ਉਹਨੂੰ ਹੋਪਫੁਲੀ ਮੈਂ ਸੁਣ ਰਿਹਾ ਜੀ? ਬਿਲਕੁਲ ਜੀ, ਬਿਲਕੁਲ ਜੀ ਸਰ, ਤੁਹਾਡੀ ਆਵਾਜ਼ ਆ ਰਹੀ ਹੈ। ਓਕੇ, ਥੈਂਕ ਯੂ। ਉਹਦੇ 'ਚ ਅੱਛਾ ਉਹਦੀ ਖਾਸੀਅਤ ਇਹ ਆ ਕਿ ਉਹ ਵਿੰਟਰ ਦੇ ਵਿੱਚ ਮੈਕਸੀਕੋ ਚਲੀ ਜਾਂਦੀ ਹੈ ਤੇ ਮੈਕਸੀਕੋ ਤੋਂ ਜਦੋਂ ਵਾਪਸ ਆਉਂਦੀ ਹੈ ਕੈਨੇਡਾ ਨੂੰ ਤਾਂ ਉਹ 3 ਸਟੇਜਾਂ 'ਚ ਆਉਂਦੀ ਆ। ਇੱਕ ਸਟੇਜ ਉਹਦੀ ਤਕਰੀਬਨ 4 ਤੋਂ 6 ਹਫ਼ਤੇ ਦੀ ਹੋਈ ਆ। ਉਹ ਲਾਰਵਾ ਅੱਗੇ ਥੋੜਾ ਟਰੈਵਲ ਕਰਦਾ, ਤਿਤਲੀ ਬਣਦੀ ਆ, ਅੱਗੇ ਫਿਰ ਮੀਟਿੰਗ ਕਰਦੇ ਆ, ਪਹਿਲੀ ਮਰ ਜਾਂਦੀ ਆ, ਦੂਜੀ ਹੁੰਦੀ ਆ, ਐਵੇਂ ਤੀਜੀ ਸਟੇਜ ਆ ਤੇ ਚੌਥੀ ਸਟੇਜ ਦੇ ਵਿੱਚ ਆ ਕੇ ਉਹ ਤਿਤਲੀ ਕੈਨੇਡਾ ਦੇ ਵਿੱਚ ਪਹੁੰਚਦੀ ਆ। ਜਿਹੜਾ ਚੌਥੀ ਸਟੇਜ ਆ ਉਹ 9 ਮਹੀਨੇ ਦੀ ਆ। ਉਹ 9 ਮਹੀਨੇ ਜਿਉਂਦੀ ਆ। ਉਸ 9 ਮਹੀਨੇ ਦੇ ਵਿੱਚ ਉਹ ਕੈਨੇਡਾ ਦੀ ਗਰਮੀ ਕੱਟ ਕੇ ਵਾਪਸ ਮੈਕਸੀਕੋ ਚਲੀ ਜਾਂਦੀ ਹੈ ਤੇ ਇਹੀ ਪ੍ਰੋਸੈਸ ਫੇਰ ਸ਼ੁਰੂ ਹੋ ਜਾਂਦਾ 4 ਸਟੇਜਾਂ 'ਚ। ਉਹ ਇੱਥੇ ਆਉਂਦੇ ਜੀ। ਉਹ ਤਿਤਲੀ ਦਾ ਨਾਂ ਹੈਗਾ ਮੋਨਾਰਕ ਬਟਰਫਲਾਈ ਹੈ ਜੀ। ਉਹਦਾ ਨਾਮ ਮੋਨਾਰਕ ਇਸ ਕਰਕੇ ਰੱਖਿਆ ਕਿ ਜਿਹੜਾ ਕਿੰਗ ਵਿਲੀਅਮ 3 ਸੀਗਾ ਉਹ ਔਰੰਜ ਰੰਗ ਨੂੰ ਬਹੁਤ ਚੰਗਾ ਸਮਝਦਾ ਸੀਗਾ, ਸ਼ੌਕੀਨ ਸੀਗਾ, ਉਹਨੂੰ ਕਿ ਔਰੰਜ ਹੀ ਕਿਹਾ ਜਾਂਦਾ ਸੀਗਾ ਤੇ ਇਸੇ ਕਰਕੇ ਉਹਨੂੰ ਸਮਰਪਿਤ ਕੀਤੀ ਗਈ ਹੈ ਬਟਰਫਲਾਈ। ਮੋਨਾਰਕ ਬਟਰਫਲਾਈਜ਼ ਜਿਹੜੀਆਂ ਔਰੰਜ ਰੰਗ ਦੇ ਕਾਲੇ ਧੱਬੇ ਹੁੰਦੇ ਆ ਬਟਰਫਲਾਈਜ਼ ਦੇ ਫਰਾਂ ਦੇ ਉੱਤੇ, ਦੈਟ ਇਜ਼ ਮੋਨਾਰਕ ਫਲਾਈਟ ਜਿਹੜੀ ਹੁਣ ਅੱਜ ਇੱਥੇ ਆ ਰਹੀ ਹੈ। ਉਹ ਜਿਹਨੂੰ ਤੁਸੀਂ ਦੇਖੋਗੇ ਉਹ ਮੈਕਸੀਕੋ ਤੱਕ ਟਰੈਵਲ ਕਰਦੀ ਹੈ। ਬਿਲਕੁਲ ਸਰ। ਤੇ ਜੀ ਕੁਝ ਦਰਸ਼ਕ ਸਾਡੇ ਨਾਲ ਫੇਸਬੁੱਕ ਤੇ ਜੁੜੇ ਨੇ, ਮੈਂ ਉਹਨਾਂ ਦਾ ਨਾਮ ਜ਼ਰੂਰ ਲੈਣਾ ਚਾਹੂੰਗੀ ਸੋ ਦੈਟ ਕਿ ਤੁਸੀਂ ਵੀ ਉਹਨਾਂ ਦਾ ਧੰਨਵਾਦ ਕਰ ਸਕੋ ਕਿਉਂਕਿ ਪ੍ਰੋਗਰਾਮ ਦੇ ਵਿੱਚ ਆਪਣੇ ਵਿਚਾਰ ਰੱਖਦੇ ਨੇ। ਉਹ ਵੀ ਚਾਹੇ ਫੇਸਬੁੱਕ ਦੇ ਜ਼ਰੀਏ ਕਮੈਂਟ ਕਰਦੇ ਨੇ ਪਰ ਉਹਨਾਂ ਦੇ ਵਿਚਾਰ ਜਾਣਨੇ ਵੀ ਬਹੁਤ ਜ਼ਰੂਰੀ ਨੇ। ਸੋ ਸਾਡੇ ਨਾਲ ਜੀ ਵਿਦੇਸ਼ਾ ਸੇਖੋਂ ਜੀ ਜੁੜੇ ਹੋਏ ਨੇ, ਸਤਿੰਦਰ ਕੌਰ ਜੁੜੇ ਹੋਏ ਨੇ, ਪ੍ਰਿੰਸ ਰੰਦਾਵਾ, ਮਨਦੀਪ ਪੂਨੀਆ, ਗੋਇਲ, ਹੈਪੀ ਗੋਇਲ, ਪ੍ਰਿਆ ਬੱਬਰ, ਅਮਰਜੀਤ ਸਿੰਘ, ਲਾਲੀ ਕੈਲੇ, ਵਾਲੀਆ ਮਨਮੋਹਨ, ਮਨਜੀਤ ਸਿੰਘ ਮੋਗਾ, ਵਿਦੇਸ਼ਾ ਸੇਖੋਂ, ਅਮਰਜੀਤ ਕੌਰ, ਅਮਰਜੀਤ ਸਿੰਘ, ਸ਼ੇਰ ਸਿੰਘ ਬਰਾੜ, ਲਖਵਿੰਦਰਜੀਤ ਸਿੰਘ ਅਟਵਾਲ, ਰੁਪਿੰਦਰ ਬਾਜਵਾ, ਮਿਸਟਰ ਵੀਰਬਿੰਦਰ, ਰਾਜ ਭੱਲਾ, ਮਾਂਗੜ ਜੋਹਲ, ਹਰਸ਼ ਸਿੰਘ, ਅਮਰਜੋਤ ਸਿੰਘ, ਗੁਰਵਿੰਦਰ ਸਿੰਘ, ਸੁਸ਼ਮਾ ਵਾਲੀਆ, ਹਰਚੰਦ ਭੁੱਲਰ, ਹੈਪੀ ਸੰਧੂ, ਸੁਖਬੀਰ ਵਰੈਚ, ਮਾਂਗੜ ਜੋਹਲ, ਰਤਿੰਦਰਪਾਲ ਸਿੰਘ ਧਾਲੀਵਾਲ
ਤੇ ਨਵਦੀਪ ਸਿੰਘ ਜੀ ਸਾਡੇ ਨਾਲ ਜੁੜੇ ਹੋਏ ਸਨ ਤੇ ਸਿਮਰਨ ਧਾਲੀਵਾਲ ਸਾਡੇ ਨਾਲ ਜੁੜੇ ਹੋਏ ਨੇ, ਗੁਰਵਿੰਦਰ ਸਿੰਘ ਜੁੜੇ ਹੋਏ ਨੇ। ਕੀ ਕਹਿਣਾ ਚਾਹੋਗੇ ਸਰ? ਕਾਫੀ ਸਮੇਂ ਤੋਂ ਸਾਡੇ ਨਾਲ ਪ੍ਰੋਗਰਾਮ ਲਗਭਗ 1.5 ਘੰਟਾ ਹੋਣ ਵਾਲਾ ਤੇ ਸਾਡੇ ਨਾਲ ਜੁੜੇ ਹੋਏ ਸੀ। ਤਰਨ ਥੈਂਕ ਯੂ ਵੈਰੀ ਮੱਚ, ਤੁਸੀਂ ਇੰਨਾ ਸਮਾਂ ਦਿੰਦੇ ਹੋ, ਇੰਨਾ ਪਿਆਰ ਦਿੰਦੇ ਹੋ। ਠੀਕ ਹੈ, ਅੱਜ ਕਾਲ ਵਿਚਾਰੇ ਆ ਗਈ ਸੀ, ਥੋੜੀ ਬ੍ਰੇਕ ਪੈ ਜਾਂਦੀ ਹੈ। ਜਿਹੜਾ ਰਵਾਨਗੀ ਹੈ ਉਹ ਕਈ ਵਾਰੀ ਟੁੱਟ ਜਾਂਦੀ ਹੈ, ਪਰ ਜਿਹੜੀਆਂ ਕਾਲ ਆਉਣੀ ਉਹ ਵੀ ਜ਼ਰੂਰੀ ਹੁੰਦੀ ਹੈ। ਮੈਂ ਸਿਰਫ ਇਹੀ ਬੇਨਤੀ ਕਰਾਂਗਾ, ਕਾਲ ਕਰਨੀ ਆ ਥੋੜੀ ਸ਼ਾਰਟ ਰੱਖਿਆ ਕਰੋ ਤਾਂ ਕਿ ਅਸੀਂ ਅਗਲੀ ਗੱਲ ਤੇ ਜਾ ਸਕਿਆ ਕਰੀਏ, ਕਿਉਂਕਿ ਸਮਟਾਈਮਸ ਕਾਲ ਲੰਬੀ ਹੋ ਜਾਂਦੀ ਹੈ, ਉਹਦੇ ਨਾਲ ਉਹ ਮੈਟਰ ਦਾ ਵੀ ਫਿਰ ਇੰਨਾ ਸਵਾਦ ਨਹੀਂ ਆਉਂਦਾ। ਸ਼ਾਰਟ ਸਵੀਟ ਸਿੱਧੀ ਠਾਠਾ ਸਾਡੇ ਕੋਲ ਜਵਾਬ ਠਾਠਾ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ 25 30 ਤੋਂ 35 ਖਬਰਾਂ ਜ਼ਰੂਰ ਅਸੀਂ ਇਹਦੇ 'ਚ ਕਵਰ ਕਰੀਏ, ਸਾਡੀ ਕੋਸ਼ਿਸ਼ ਇਹ ਹੁੰਦੀ ਹੈ। ਸੋ ਸਾਨੂੰ ਥੋੜ੍ਹਾ ਸਮਾਂ ਦਿਆ ਕਰੋ, ਥੋੜ੍ਹੀ ਗੱਲ ਦਾ ਜਵਾਬ ਵੀ ਦਈਏ, ਅਸੀਂ ਖਬਰ ਨੂੰ ਵੀ ਕਰੀਏ। ਪਰ ਤੁਸੀਂ ਤੁਹਾਡਾ ਪਿਆਰ ਆ ਜਿਹੜਾ ਬਣਿਆ, ਤੁਸੀਂ ਇੰਨੇ ਸਵਾਲ ਆਉਂਦੇ ਹੋ, ਮੈਂ ਕੋਸ਼ਿਸ਼ ਕਰਦਾ ਜਿਹੜੇ ਤੁਸੀਂ ਫੇਸਬੁੱਕ 'ਤੇ ਵੀ ਸਾਨੂੰ ਕੁਐਸਚਨ ਕਰਦੇ ਹੋ, ਮੈਂ ਉਹਨਾਂ ਨੂੰ ਜਵਾਬ ਦੇਣ ਦੀ ਕੋਸ਼ਿਸ਼ ਕਰਦਾ। ਕਿਤੇ ਰਹਿ ਗਿਆ ਤਾਂ ਆਮ ਸੌਰੀ, ਬਟ ਆਈ ਵਿਲ ਟਰਾਈ ਮਾਈ ਬੈਸਟ। ਜਿਹੜਾ ਪਿਆਰ ਦਿੰਦੇ ਹੋ, ਬਹੁਤ ਬਹੁਤ ਧੰਨਵਾਦ ਜੀ। ਜੀ ਬਹੁਤ ਬਹੁਤ ਧੰਨਵਾਦ ਨਾਜ ਜੀ ਤੁਹਾਡਾ ਨਾਲ ਜੁੜਨ ਲਈ, ਥੈਂਕ ਯੂ ਸੋ ਮਚ। ਸੋ ਇਹ ਸੀ ਜੀ ਸਾਡਾ ਅੱਜ ਦਾ ਪ੍ਰੋਗਰਾਮ ਤੇ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਇਆ ਹੋਵੇਗਾ। ਸੋ ਅੱਜ ਪ੍ਰੋਗਰਾਮ ਨੂੰ ਥੋੜਾ ਲੰਬਾ ਇਸ ਲਈ ਲੈ ਕੇ ਗਏ ਹਾਂ ਕਿਉਂਕਿ ਕਾਲਸ ਅਟੈਂਡ ਕੀਤੀਆਂ ਨੇ। ਦਰਸ਼ਕ ਜਿਹੜੇ ਸਾਨੂੰ ਬਹੁਤ ਉਮੀਦ ਨਾਲ ਕਾਲ ਕਰਦੇ ਨੇ ਤੇ ਆਪਦੇ ਵਿਚਾਰ ਰੱਖਣਾ ਚਾਹੁੰਦੇ ਨੇ, ਕੋਸ਼ਿਸ਼ ਕਰਦੇ ਹੁੰਦੇ ਉਹਨਾਂ ਦੇ ਵਿਚਾਰ ਵੀ ਜਾਣੀਏ। ਸੋ ਅੱਜ ਕਈ ਦਰਸ਼ਕਾਂ ਨੇ ਸਾਨੂੰ ਕੰਪਲੇਂਟ ਵੀ ਕੀਤੀ, ਅਸੀਂ ਕਾਲਸ ਕਾਫੀ ਲੰਬੀਆਂ ਲਈਆਂ ਨੇ। ਸੋ ਦਰਸ਼ਕਾਂ ਨੂੰ ਵੀ ਇਹੀ ਗੁਜ਼ਾਰਿਸ਼ ਹੈ ਕਿ ਜਦੋਂ ਤੁਸੀਂ ਆਪਣੀ ਕੋਈ ਗੱਲ ਰੱਖਦੇ ਹੋ, ਸਾਡਾ ਕੰਮ ਹੈ ਜੀ, ਸਾਡਾ ਫਰਜ਼ ਹੈ ਤੁਹਾਡੀ ਗੱਲ ਸੁਣਨਾ। ਅਸੀਂ ਪ੍ਰੋਗਰਾਮ ਹੀ ਤੁਹਾਡੇ ਲਈ ਸਟਾਰਟ ਕੀਤਾ, ਪਰ ਆਪਣੀ ਗੱਲ ਨੂੰ ਥੋੜਾ ਜਿਹਾ ਸ਼ਾਰਟ ਰੱਖਿਆ ਕਰੋ। ਤੇ ਧੰਨਵਾਦ ਤੁਹਾਡਾ ਪ੍ਰੋਗਰਾਮ ਦੇਖਣ ਲਈ, ਕਮੈਂਟ ਕਰਨ ਲਈ। ਕੱਲ ਨੂੰ 6 ਵਜੇ ਫਿਰ ਹਾਜ਼ਰ ਹੋਵਾਂਗੇ। ਦੱਸ ਦਈਏ ਕਿ 8 ਵਜੇ ਸਾਡਾ ਹੁਣ ਬੁਲੇਟਿਨ ਆਏਗਾ, ਜਿਹਦੇ ਵਿੱਚ ਅਸੀਂ ਦੇਸ਼ ਦੁਨੀਆ ਦੀਆਂ ਖਬਰਾਂ ਤੁਹਾਡੇ ਰੂਬਰੂ ਕਰਾਂਗੇ। ਸਵੇਰੇ 5:30 ਵਜੇ ਤੇ ਫਿਰ 9 ਵਜੇ ਜਿਹੜਾ ਸਾਡਾ ਲਾਈਵ ਪ੍ਰੋਗਰਾਮ ਸਟਾਰਟ ਹੋ ਜਾਏਗਾ। ਤੇ ਕੱਲ ਨੂੰ ਫਿਰ ਹਾਜ਼ਰ ਹੋਵਾਂਗੇ ਲੈ ਕੇ ਪ੍ਰੋਗਰਾਮ 6 ਵਜੇ। ਦੇਖਦੇ ਰਹੋ ਹਮਦਰਦ TV। ਸਤਿ ਸ਼੍ਰੀ ਅਕਾਲ।